पंजाबी सूबे दे मोर्चा इस करके लाया भी असी ठगे गए महसूस होए। वो सारा मीडिया सरकार नाल मिल के चलदा, इन्ना क नहीं चलदा भी सरकार नाल मिल के चलदा, सरकार तो 2 कदम अगे हो के चलदा। ये तुसी 56 च होर सूबे भी बनाते हैं लैंगुएज बेस ते। जो पंजाब की गल आई तो शाह कमीशन की रिपोर्ट कहती है भी इत्थे पंजाब चो पंजाबी सूबा बनना ही नहीं चाहिए। हुण बिल्कुल क्लीयर हो गया सी 1945 में सैकंड वर्ल्ड वार पिछों भी ये हुण अंग्रेज इकट्ठा नहीं रख सकणगे। उहदी रिपोर्ट के मुताबिक 17 हिस्से देश दे होने सी। कतवाली विच सानू आके रोज़ रिपोर्ट दिंदे फलाने थां आउंदा, फलाने पुल दे थल्ले पुल दे कोलों दी लंघण लगे सी, उन्हां कोले हथियार सीगा, उधरों पुलिस ने गोली चलाई, उहदे विच इन्ने ढेर हो गए, उहदे चों आ मिलिया शब्द इहो ਜਿਹੇ ਵਰਤੇ ਹੁੰਦੇ ਸੀ। ਅਸੀਂ ਫਿਰ ਹੱਸਦੇ ਹੁੰਦੇ ਸੀ भी ਇਹਦੇ ਨਾਲੋਂ ਤਾਂ ਇਹ ਕਰ ਦਿਓ भी ਤੁਸੀਂ ਇੱਕ ਪਰਫਾਰਮਾ ਬਣਾ ਦਿਓ, ਨਿਤ ਨਵਾਂ ਨਾਂ ਜਿੱਥੇ ਹੁੰਦਾ ਭਰ ਕੇ ਦੇ ਦਿਆ ਕਰੋ। ਇਬਾਰਤ ਉਹੀ ਹੈ। ਸੁਰਿੰਦਰ ਨਾਥ ਜਿਹੜਾ ਗਵਰਨਰ ਸੀ ਤੇ ਜਦੋਂ ਜਹਾਜ਼ ਉਹਦਾ ਕ੍ਰੈਸ਼ ਹੋਇਆ ਹਿਮਾਚਲ ਤੇ ਕੈ ਪਹਾੜ ਸਾਰਾ ਭਰ ਗਿਆ ਸੀ ਨੋਟਾਂ ਨਾਲ ਨੋਟ ਕਰੰਸੀਆਂ ਨਾਲ। ਇਸ ਕਰਕੇ ਇਹ ਸਾਰੇ ਇਹਨਾਂ ਕੋਲੇ ਅਨਕਾਊਂਟਡ ਮਨੀ ਆਉਂਦੀ ਆ ਤੇ ਪ੍ਰੈਸ ਵੀ ਲੈਂਦਾ ਰਿਹਾ। ਪ੍ਰੈਸ ਦੀ ਬਹੁਤ ਗਿਣਤੀ ਪੇਰੋਲ ਤੇ ਲੈਫਟ ਵਾਲੇ ਵੀ ਜਿਹੜੇ ਵੀ ਸਰਕਾਰ ਵਾਲੇ ਪਾਸੇ ਖੜੇ ਸੀ ਤੇ ਸਾਰਿਆਂ ਨੂੰ ਉਹ ਪੈਸੇ ਦਿੰਦੇ ਰਹੇ ਤੇ ਪੈਸੇ ਲੈਂਦੇ ਵੀ ਰਹੇ ਤੇ ਸਰਕਾਰ ਦਾ ਕੰਮ ਕਰਦੇ ਵੀ ਰਹੇ ਆ। जे फर्ज किया BBC का बंदा इत्थे मार्क टैली है, मार्क टैली जिन्ना चिर तां इंडियन एस्टैबलिशमेंट के मुताबिक वो रिपोर्टिंग कर रहा है रहूगा इत्थे, नहीं उन्होंने मार्चिंग आर्डर दे दूगी इंडिया गौरमेंट। पहली गल तां इत्थे बाहरले प्रैस लई काम करन वाले साडे इंडियन सी, दिल्ली दे बंदे सीगे। इन्हां दा फिर उही इक्को एक इन्हां दा पॉइजन होया माइंड सी सिखां विरुद्ध। ਤੇ ਸੰਤ ਇਸ਼ਨਾਨ ਕਰਨ ਗਏ, ਉੱਥੋਂ ਤੱਕ ਪਿੱਛੇ ਬੰਦੇ ਭੇਜੇ ਵੀ ਉਹ ਕਹਿੰਦੇ ਵੀ ਜਾ ਕੇ ਲੌਂਗੋਵਾਲ ਤੋਂ ਕਹਾਓ ਜਿਹੜਾ ਕਹਾਉਣਾ। ਸੰਤਾਂ ਨੇ ਉਦੋਂ ਤੱਕ ਨਹੀਂ ਕਿਹਾ। ਸੰਤ ਇਹਨਾਂ ਦੇ ਟਰੈਪ ਨੂੰ ਇਹਨਾਂ ਦੇ ਬਾਰੇ ਬਹੁਤ ਕਲੀਅਰ ਸੀ, ਬਹੁਤ ਸਮਝ ਗਏ ਤੇ ਬਾਕੀ ਉਹ ਸਟੈਂਡ ਵਾਲੇ ਸੀ ਬਹੁਤ ਜ਼ਿਆਦਾ ਜਿੱਥੇ ਗੱਲ ਕਹਿਤੀ ਕਰਤੇ ਉੱਥੇ ਖੜ੍ਹਦੇ ਸੀ। ਸੰਤ ਨੇ ਇੱਕ ਤਰ੍ਹਾਂ ਦੀ ਸਾਰੀ ਕਮਿਊਨਿਟੀ ਵਿੱਚ ਰੂਹ ਫੂਕਤੀ ਸੀ ਨਵੀਂ। ਸੰਨ 1947 ਦੀ ਪੰਜਾਬ ਵੰਡ ਤੋਂ ਬਾਅਦ ਸਿੱਖ ਕੌਮ ਲਗਾਤਾਰ ਸੰਘਰਸ਼ ਦੇ ਵਿੱਚੋਂ ਲੰਘਦੀ ਆ ਰਹੀ ਆ। ਉਸ ਸੰਘਰਸ਼ ਦੇ ਵਿੱਚ ਇੱਕ ਸੰਨ ਆਉਂਦਾ 1984 ਜਿਸ ਦੇ ਨਾਲ ਸਿੱਖ ਭਾਵਨਾਤਮਕ ਤੌਰ ਤੇ ਜੁੜੇ ਹੋਏ ਨੇ। ਉਸ ਦੇ ਵਿੱਚ ਜੂਨ ਮਹੀਨੇ 'ਚ ਇੱਕ ਘਟਨਾ ਵਾਪਰਦੀ ਹੈ ਜਿਹਨੂੰ ਸਿੱਖ ਕੌਮ ਨੇ ਤੀਜੇ ਘੱਲੂਘਾਰੇ ਦਾ ਨਾਮ ਦਿੱਤਾ। ਜਦੋਂ ਇੰਡੀਅਨ ਸਟੇਟ ਭਾਰਤੀ ਸਥਾਪਤੀ ਫੌਜਾਂ ਲੈ ਕੇ ਅੰਮ੍ਰਿਤਸਰ ਸਾਹਿਬ ਦੇ ਉੱਪਰ ਚੜ੍ਹਾਈ ਕਰਦੀ ਹੈ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਹੈ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਫੌਜ ਵੱਲੋਂ ਆਪਣੀ ਪੂਰੀ ਤਾਕਤ ਦੇ ਨਾਲ ਹਮਲਾ ਕੀਤਾ ਜਾਂਦਾ। ਇਸ ਹਮਲੇ ਦੀ ਗਰਾਊਂਡ ਤਿਆਰ ਕਰਨ ਵਾਸਤੇ ਬਕਾਇਦਾ ਹਿੰਦੁਸਤਾਨ ਦੇ ਵਿੱਚ ਇੱਕ ਸਿੱਖ ਵਿਰੋਧੀ ਨੈਰੇਟਿਵ ਸਿਰਜਿਆ ਗਿਆ। ਉਹ ਬਿਰਤਾਂਤ ਨੂੰ ਸਿਰਜਣ ਦੇ ਵਿੱਚ ਭਾਰਤੀ ਮੀਡੀਆ ਨੇ ਜਿਵੇਂ ਰੋਲ ਨਿਭਾਇਆ, ਉਸ ਬਾਰੇ ਸਰਦਾਰ ਜਸਪਾਲ ਸਿੰਘ ਸਿੱਧੂ ਹੋਣਾ ਤੋਂ ਬਿਹਤਰ ਮੈਨੂੰ ਨਹੀਂ ਲੱਗਦਾ ਕੋਈ ਜਾਣਦਾ ਹੋਊਗਾ, ਕਿਉਂਕਿ ਇਹਨਾਂ ਨੇ ਉਸੇ ਦੌਰ ਦੇ ਵਿੱਚ ਨਿਊਜ਼ ਏਜੰਸੀ UNI ਦੇ ਵਿੱਚ ਕੰਮ ਕੀਤਾ। ਲੰਮਾ ਇਹਨਾਂ ਕੋਲ ਤਜਰਬਾ ਪੱਤਰਕਾਰੀ ਦਾ। ਇਹ ਦੇਖਦੇ ਰਹੇ ਕਿ ਖਬਰ ਨੂੰ ਕੀ ਦਾ ਕੀ ਬਣਾ ਕੇ ਪੇਸ਼ ਕੀਤਾ ਗਿਆ ਤੇ ਇਸ ਸਭ ਕੁਝ ਨੂੰ ਐਕਸਪੋਜ਼ ਕਰਨ ਵਾਸਤੇ ਇਹਨਾਂ ਵੱਲੋਂ 2 ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ, ਜੂਨ 84 ਦੀ ਪੱਤਰਕਾਰੀ ਤੇ ਦੂਸਰੀ ਐਮਬੈਡਡ ਜਰਨਲਿਜ਼ਮ ਪੋਰਟਰੇਲ ਆਫ ਸਿੱਖਸ ਐਸ ਡੈਮਨਸ। ਉਹਦੇ ਵਿੱਚ ਕਈ ਉੱਘੇ ਪੱਤਰਕਾਰਾਂ ਦੇ ਲੇਖ ਨੇ ਤੇ ਪ੍ਰੈਸ ਕਾਉਂਸਲ ਆਫ ਇੰਡੀਆ ਦੀਆਂ ਰਿਪੋਰਟਾਂ ਉਸ ਸਮੇਂ ਦੀਆਂ ਤੇ ਹੋਰ ਵੀ ਕਾਫੀ ਐਵੀਡੈਂਸ ਨੇ ਜੋ ਦੱਸਦੇ ਨੇ ਕਿ ਭਾਰਤੀ ਮੀਡੀਆ ਕਿਵੇਂ ਕਮਿਊਨਲ ਮੀਡੀਆ ਵਾ, ਕਿਵੇਂ ਫਿਰਕੂ ਮੀਡੀਆ ਆ। ਆਓ ਉਹਨਾਂ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ। ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਜਿਹੜਾ ਇਹ ਬਿਰਤਾਂਤ ਸਿਰਜਿਆ ਗਿਆ, ਜਿਹੜਾ 1984 ਦੇ ਵਿੱਚ ਇਸ ਕਿਸਮ ਦਾ ਮਾਹੌਲ ਬਣਾਇਆ ਗਿਆ ਕਿ ਭਾਰਤ ਦੇ ਲੋਕ ਇਸ ਗੱਲ ਲਈ ਸਹਿਮਤ ਹੋ ਗਏ ਕਿ ਆਪਣੀ ਫੌਜ ਆਪਣੇ ਦੇਸ਼ ਦੇ ਇੱਕ ਹਿੱਸੇ ਦੇ ਉੱਪਰ ਹਮਲਾ ਕਰੇ, ਇਹ ਕਿਵੇਂ ਬਿਰਤਾਂਤ ਸਿਰਜਿਆ ਗਿਆ? ਦੇਖੋ, ਸਾਨੂੰ ਥੋੜਾ ਜਿਹਾ ਇਹਦੇ ਲਈ ਨਾ ਜਿਹੜੀ ਪਿਛਲੀ ਬੈਕਗਰਾਉਂਡ ਉਹ ਟਰੇਸ ਕਰਨੀ ਪਊਗੀ। ਬੈਕਗਰਾਉਂਡ ਦਾ ਟਰੇਸ ਇਹ ਕਰਨਾ ਪਊ ਵੀ ਅਸੀਂ 1850 ਵਿੱਚ ਮੋਟੇ ਤੌਰ ਤੇ ਅਸੀਂ ਕਹੀਏ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ। ਉਦੋਂ ਪਿੱਛੋਂ ਅੰਗਰੇਜ਼ ਆਏ। ਅੰਗਰੇਜ਼ ਆਉਣ ਨਾਲ ਸਾਡਾ ਪੰਜਾਬ ਹੈ ਜਿਹੜਾ ਪੰਜਾਬ ਕਦੇ ਵੀ ਦਿੱਲੀ ਦਾ ਹਿੱਸਾ ਨਹੀਂ ਸੀ ਰਿਹਾ ਅੱਜ ਤੱਕ। ਲਾਹੌਰ ਦਰਬਾਰ ਆਪਣੇ ਆਪ 'ਚ ਵੱਖਰਾ ਸੀ, ਉਹਦੇ ਭਾਵੇਂ ਦਿੱਲੀ ਕਬਜ਼ਾ ਕਰ ਦਿੱਲੀ ਦੇ ਸ਼ਾਸਕ ਕਬਜ਼ਾ ਕਰਦੇ ਰੱਖਦੇ ਜਾਂ ਆਪਦੇ ਸੂਬੇਦਾਰ ਭੇਜਦੇ, ਪਰ ਉਹ ਆਪਣੇ ਆਪ 'ਚ ਉਹਦੀ ਵੱਖਰੀ ਐਂਟੀਟੀ ਤੇ ਵੱਖਰੀ ਆਇਡੈਂਟੀਟੀ ਸੀ। ਦੋਨੋਂ ਗੱਲਾਂ
ਵੱਖਰੀਆਂ ਸੀ ਉਹਦੀਆਂ ਤੇ ਰਿਹਾ। ਪਰ ਅੰਗਰੇਜ਼ ਆਉਣ ਦੇ ਪਿੱਛੋਂ ਉਹਨਾਂ ਨੇ ਸਾਡੇ 'ਚ ਇਹੋ ਜਿਹੀਆਂ ਡੂੰਘੀਆਂ ਤਬਦੀਲੀਆਂ ਕਰਤੀਆਂ ਜਿਹੜਾ ਸਾਨੂੰ ਬਦਲ ਹੀ ਦਿੱਤਾ ਸਾਰਾ ਕੁਝ। ਸਿੱਖ ਸਾਡਾ ਬਹੁਤ ਥਾਵਾਂ ਤੋਂ ਬਦਲਤਾ। ਮੋਟੇ ਲੈਵਲ ਤੇ ਜਿਹੜਾ ਸਾਨੂੰ ਜਿਹੜਾ ਇੱਥੋਂ ਤੱਕ ਪਹੁੰਚਣ ਤੱਕ ਦੀ ਅਸੀਂ ਗੱਲ ਕਰਦੇ ਹਾਂ 47 ਤੱਕ, ਉਹ ਇਹ ਹੋਇਆ ਬਈ 1800 ਅਸੀਂ 80 ਤੱਕ ਤਕਰੀਬਨ ਸਾਨੂੰ ਨਹੀਂ ਸੀ ਪਤਾ ਵੀ ਸਿੱਖ ਤੇ ਹਿੰਦੂ ਕੋਈ ਵੱਖਰੇ ਵੱਖਰੇ ਹੁੰਦੇ ਆ, ਕੋਈ ਰਿਕਾਰਡ ਹੀ ਨਹੀਂ ਸੀ ਇਸ ਲੈਵਲ ਦਾ। ਤੇ ਇਸ ਲੈਵਲ ਦੀ ਕੋਈ ਉਹਨਾਂ ਨੇ ਫਿਰ ਆ ਕੇ ਮਰਦਮਸ਼ੁਮਾਰੀ ਸ਼ੁਰੂ ਕੀਤੀ। ਮਰਦਮਸ਼ੁਮਾਰੀ ਜਿਹੜੀ ਸ਼ੁਰੂ ਕੀਤੀ ਜਿਹਨੂੰ ਅਸੀਂ ਸੈਂਸਸ ਕਹਿੰਦੇ ਆ, ਉਹਨਾਂ ਨੇ 1861 'ਚ ਆ ਕੇ ਸ਼ੁਰੂ ਕੀਤਾ। ਉਹਦੇ 'ਚ ਪੰਜਾਬ 'ਚ ਉਦੋਂ ਹਜੇ ਕਬਜ਼ਾ ਕੀਤਾ ਹੀ ਸੀ, ਕੁਛ ਨਹੀਂ ਹੋਇਆ। 1871 ਵਾਲੀ 'ਚ 10 ਸਾਲ ਬਾਅਦ ਕਰਦੇ ਆ। ਤੇ ਜਿਹੜਾ 1 ਸਾਲ ਜਿਹੜਾ ਹਜੇ ਤੱਕ ਵੀ ਚੱਲ ਰਿਹਾ ਇੰਡੀਆ 'ਚ, ਸ਼ਾਇਦ ਪਾਕਿਸਤਾਨ 'ਚ ਵੀ ਚੱਲ ਰਿਹਾ। ਉਦੋਂ ਪਿੱਛੋਂ ਜਿਹੜਾ 1881 'ਚ ਜਾ ਕੇ ਸਿੱਖਾਂ ਨੂੰ ਸੁਰਤ ਆਈ, ਕਿਉਂਕਿ 1874 ਦੇ ਵਿੱਚ ਆਰੀਆ ਸਮਾਜ ਨੇ ਸਿੱਖਾਂ ਉੱਤੇ ਇੱਕ ਤਰੀਕੇ ਦਾ ਡਰੇ ਵੇ ਸੀ ਉਹ ਕ੍ਰਿਸਚਨਾਂ ਤੋਂ ਵੀ, ਸਾਨੂੰ ਕ੍ਰਿਸਚਨ ਆ ਜਿਹੜੇ ਈਸਾਈ ਆ ਉਹ ਬਣਾ ਨਾ ਲੈਣ। ਤੇ ਉਹਨਾਂ ਨੇ ਫਿਰ ਸਿੱਖਾਂ ਦੀ ਵਿੱਚ ਵੀ ਉਹ ਜਿਹੜਾ ਸ਼ੁੱਧੀ ਦੀ ਮੁਹਿੰਮ ਸ਼ੁਰੂ ਕਰ ਲਈ। ਤੇ ਇੱਥੇ ਦਿਆਨੰਦ ਆ ਗਿਆ। ਉਹ ਸਾਰੇ 'ਚ ਆਉਣ ਦੇ ਪਿੱਛੋਂ ਉਹ ਐਕਚੁਅਲੀ ਹਿੰਦੂ ਨੈਸ਼ਨਲਿਜ਼ਮ ਦਾ ਸ਼ੁਰੂਆਤ ਸੀ। ਹਿੰਦੂ ਨੈਸ਼ਨਲਿਜ਼ਮ ਸਵਾਮੀ ਦਇਆਨੰਦ ਤੋਂ ਸ਼ੁਰੂ ਹੁੰਦਾ ਹੈ। ਤੇ ਉਹ ਨੈਸ਼ਨਲਿਜ਼ਮ ਵੇਦਾਂ ਦੀ ਗੱਲ ਕੀਤੀ, ਜਿਹੜੀ ਹੁਣ ਤੱਕ ਮੋਦੀ ਵੀ ਵੇਦਾਂ ਦੀ ਗੱਲ ਕਰ ਰਿਹਾ, ਉਹ ਉਦੋਂ ਵੀ ਆ ਕੇ ਉਹਨੇ ਸਵਾਮੀ ਦਇਆਨੰਦ ਨੇ ਕਿਹਾ ਵੇਦ ਹੀ ਬੜੇ ਮਹਾਨ ਹੈ। ਅੱਛਾ, ਉਹ 1881 ਵਿੱਚ ਆ ਕੇ ਜਦੋਂ ਫਿਰ ਸਾਨੂੰ 1874 'ਚ ਕੀਤਾ, 5-6 ਸਾਲ ਬਾਅਦ ਸਿੱਖਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਨੂੰ ਵਿੱਚ ਮਿਲਾਉਣ ਲੱਗੇ ਪਏ ਆ। ਫਿਰ ਉਹਨਾਂ ਨੇ 1881 ਦੇ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰ ਸਿੱਖ ਕਹਿਣ ਲੱਗੇ ਵੀ ਅਸੀਂ ਵੱਖਰੇ ਹਾਂ, ਅਸੀਂ ਸਿੱਖ ਹਾਂ। ਨਹੀਂ ਤਾਂ ਇਹ ਸੀਗਾ ਵੀ ਅੰਗਰੇਜ਼ਾਂ ਨੇ ਬੜੀ ਚੁਸਤੀ ਵੀ ਕੀਤੀ, ਜਾਂ ਉਹਨਾਂ ਨੂੰ ਲੋੜ ਵੀ ਸੀ, ਜਾਂ ਉਹਨਾਂ ਦੀ ਸਮਝ ਇੰਨੀ ਸੀ। ਇਹ ਵੀ ਸੀ, ਕਈ ਗੱਲਾਂ ਹੈਗੀਆਂ ਜਿਹੜੇ ਉਹ ਰਿਲੀਜਨ ਦੀ ਸਮਝ ਇੰਨੀ ਕੁ ਸੀ। ਉਹਨਾਂ ਨੇ ਆਉਣ ਸਾਰ ਕੀ ਕੀਤਾ ਕਿ ਨਾ ਵੀ ਜਿਹੜਾ ਬੰਦਾ ਹਿੰਦੂਆਂ ਨੂੰ ਪੁੱਛਿਆ ਕਰਨ ਤੁਹਾਡਾ ਧਰਮ ਕੀ ਆ, ਕੋਈ ਕਹੇ ਮੈਂ ਨਾਈ ਹਾਂ, ਕੋਈ ਸ਼ਿੰਬਾ, ਕੋਈ ਕਹੇ ਮੈਂ ਨਾਨਕ ਪੰਥੀ ਹਾਂ, ਕੋਈ ਕੁਛ ਕਹੇ, ਕੋਈ ਕੁਛ ਕਹੇ, ਕਿਉਂਕਿ ਬੜੇ ਹਿੰਦੂਆਂ 'ਚ ਤਾਂ ਬੜੇ ਵੱਖਰੇ ਵੱਖਰੇ ਸੀ। ਸਾਰਾ ਕਿਸੇ ਨੂੰ ਪਤਾ ਹੀ ਨਹੀਂ ਸੀ ਮੇਰਾ ਧਰਮ ਕੀ ਹੈ ਪੰਜਾਬ 'ਚ। ਫਿਰ ਉਹਨਾਂ ਨੇ ਸਰਕੂਲਰ ਕੱਢਤਾ ਅੰਗਰੇਜ਼ਾਂ ਨੇ ਉਹਨਾਂ ਵੇਲੇ 'ਚ, ਡੀਸੀਆਂ ਨੂੰ ਆਰਡਰ ਕੱਢਤੇ ਸਾਰੇ ਵੀ ਤੁਸੀਂ ਐਂ ਕਰੋ ਵੀ ਜਿਹੜਾ ਬੰਦਾ ਦੱਸ ਨਹੀਂ ਸਕਦਾ ਮੇਰਾ ਰਿਲੀਜਨ ਕੀ ਹੈ ਉਹਦਾ ਹਿੰਦੂ ਲਿਖ ਦਿਓ। ਮੁਸਲਮਾਨ ਤਾਂ ਕਲੀਅਰ ਦੱਸ ਦਿੰਦਾ ਹੁੰਦਾ ਸੀ। ਮੁਸਲਮਾਨ ਦਾ ਤਾਂ ਪਹਿਲੇ ਦਿਨੋਂ ਫਰਕ ਸੀਗਾ, ਰੂਲਿੰਗ ਕਲਾਸ ਰਹੀ ਸੀ ਇੱਥੇ। ਉਹਨੇ ਫਿਰ ਉਦੋਂ ਪਿੱਛੋਂ ਫਿਰ ਅਸੀਂ ਫਿਰ ਉਦੋਂ ਪਿੱਛੋਂ ਇਹ ਜਦੋਂ ਇਹ ਆਰੀਆ ਸਮਾਜੀ ਦਾ ਡਰ ਹੋਇਆ, ਉਹਦੇ ਪਿੱਛੋਂ ਅਸੀਂ ਫਿਰ ਆਪਦਾ ਸਿੱਖ ਲਿਖਾਉਣਾ ਸ਼ੁਰੂ ਕੀਤਾ। 1881 ਤੋਂ ਬਾਅਦ ਫਿਰ ਇਹ ਹੋਇਆ ਹੀ ਪੰਜਾਬ ਦੇ ਵਿੱਚ ਗਰੁੱਪ ਬਣਨੇ ਸ਼ੁਰੂ ਹੋ ਗਏ। ਮੁਸਲਮਾਨ ਆਪਦੀ ਬਾਰਬੰਦੀ ਕਰਨਾ ਸ਼ੁਰੂ ਕਰਤੀ ਉਹਨਾਂ ਨੇ, ਫੈਂਸਿੰਗ ਸਾਰੀ, ਵੀ ਸਾਡੀ ਕਮਿਊਨਿਟੀ ਐਡੀ ਵੱਡੀ ਹੈ ਜੀ, ਅਧਿਕਾਰ ਸਾਡੇ ਕੋਲੇ ਮਿਲਣੇ ਚਾਹੀਦੇ ਆ। ਤੇ ਬਾਕੀ ਹਿੰਦੂਆਂ ਨੇ ਅੱਡ ਕਰਨੀ ਸ਼ੁਰੂ ਕਰਤੀ। ਸਿੱਖਾਂ ਨੇ ਫਿਰ ਉਦੋਂ ਪਿੱਛੇ ਲੱਗ ਕੇ ਤੀਜੇ ਨੰਬਰ ਤੇ ਇਹਨਾਂ ਨੇ ਵੀ ਮਾੜਾ ਜਿਹਾ ਸ਼ੁਰੂ ਕੀਤਾ ਵੀ ਅਸੀਂ ਸਿੱਖ ਹਾਂ, ਪਰ ਹਜੇ ਬਹੁਤਾ ਕਾਟ ਨਹੀਂ ਹੋਈ ਸੀ ਸਿੱਖਾਂ ਦੀ, ਬਹੁਤ ਲੇਟ ਕਾਟ ਹੋਈ ਜਾ ਕੇ। ਤੇ ਸਿੱਖ ਤਾਂ 19ਵੀਂ ਸਦੀ ਦੇ ਸ਼ੁਰੂ ਵਿੱਚ ਥੋੜ੍ਹੇ ਜਿਹੇ ਇਹਨਾਂ ਨੂੰ ਅਕਲ ਆਈ ਤੇ ਉਸ ਲੈਵਲ ਤੇ ਇਹਨਾਂ ਨੇ ਸਾਰਾ ਅਗਲੀ ਸਦੀ ਤੇ 20ਵੀਂ ਸ਼ੁਰੂ ਕੀਤਾ, 19ਵੀਂ ਸਦੀ ਦੇ ਲਾਸਟ 'ਚ ਜਾ ਕੇ ਸ਼ੁਰੂ ਹੋਏ। ਉਹ ਜਿਹੜਾ ਪ੍ਰੋਸੈਸ ਸੀ ਸਾਰਾ ਬਾਰਬੰਦੀ ਦਾ, ਉਹਦੇ ਵਿੱਚ ਕੀ ਹੋਇਆ ਵੀ ਪਾਵਰ ਹੈ ਜਿਹੜੀ ਉਹ ਸਿਰਾਂ ਦੀ ਗਿਣਤੀ ਤੇ ਮਿਲਣ ਲੱਗ ਗਈ। ਕਿਉਂਕਿ ਅੰਗਰੇਜ਼ਾਂ ਨੇ ਆਉਣ ਸਾਰ, ਇਹ ਗੱਲ ਅਸੀਂ ਕਦੇ ਇਗਨੋਰ ਕਰਦੇ, ਅੰਗਰੇਜ਼ਾਂ ਨੇ ਸਾਡੇ ਅੰਮ੍ਰਿਤਸਰ, ਤਰਨਤਾਰਨ ਤੇ ਹੋਰ ਸਾਰੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮਿਊਨਿਸਪਲ ਕਮੇਟੀਆਂ ਦੀ ਇਲੈਕਸ਼ਨ ਕਰਾਉਣੀ ਸ਼ੁਰੂ ਕਰਤੀ ਸੀ। ਇਲੈਕਸ਼ਨ ਦਾ ਜਦੋਂ ਸਿਰਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਉਦੋਂ ਫਿਰ ਲੋਕਾਂ ਨੂੰ ਹੁੰਦਾ ਵੀ ਸਾਡੀਆਂ ਵੋਟਾਂ ਜ਼ਿਆਦਾ ਹੋਣ, ਇੰਨੀਆਂ ਹੋਣ, ਤੇ ਅਸੀਂ ਕਿੱਡੀ ਵੱਡੀ ਕਮਿਊਨਿਟੀ ਹੈ। ਉਹਦੇ ਵਿੱਚ ਫਿਰ ਇਲੈਕਸ਼ਨਾਂ ਦਾ ਸਾਡੇ ਸਿਸਟਮ ਸ਼ੁਰੂ ਕਰਤਾ ਉਹਨਾਂ ਦਾ। ਉਹ ਇਲੈਕਸ਼ਨਾਂ ਦਾ ਸਿਸਟਮ ਜਿਹੜਾ ਚੱਲਦਾ ਆਇਆ, ਅਸੀਂ ਪਾਰਟੀਸ਼ਨ ਦੇ ਵਿੱਚ ਇਹ ਗਲਤੀਆਂ ਕੀਤੀਆਂ ਵੀ ਇਹ ਸਾਰਾ ਪ੍ਰੋਸੈਸ ਸਾਡੇ ਪਿੱਛੇ ਖੜਾ ਸੀਗਾ। ਅਸੀਂ ਜਿਹੜੇ ਸਾਡੇ ਲੀਡਰ ਸੀ ਮਾਸਟਰ ਤਾਰਾ ਸਿੰਘ ਐਰਾ ਵਗੈਰਾ, ਇਹਨਾਂ ਨੇ ਕਦੇ ਵੀ ਨਹੀਂ ਸੋਚਿਆ ਵੀ ਜਨਾਹ ਹੈ ਜਿਹੜਾ ਉਹ ਰੌਲਾ ਪਾਈ ਜਾਂਦਾ ਵੀ ਅਸੀਂ ਇੱਥੇ ਸਾਰੇ ਦੇਸ਼, ਸਾਰੇ ਸਬ ਕੰਟੀਨੈਂਟ 'ਚ 25% ਹੈ। ਹਾਂ, ਤੇ ਸਾਡਾ ਮੁਸਲਮਾਨਾਂ ਦਾ ਬਣਨਾ ਕੁਛ ਨਹੀਂ ਜੇ ਵੋਟਾਂ ਦੇ ਸਿਸਟਮ ਵਿੱਚ। ਸਾਨੂੰ ਕੋਈ ਖਿਆਲ ਨਹੀਂ ਆਇਆ। ਸਾਨੂੰ ਅਸੀਂ ਸਿਰਫ ਜਦੋਂ 1946 ਵਿੱਚ ਸਿੱਖ ਹੋਮਲੈਂਡ ਦੀ ਗੱਲ ਕੀਤੀ, ਖਾਲਿਸਤਾਨ ਦਾ ਸ਼ਬਦ ਹੈ ਨਹੀਂ ਸੀ, ਇੱਕੋ ਗੱਲ ਸੀ, ਉਹਦਾ ਬਦਲ ਉਦੋਂ ਹੋਮਲੈਂਡ ਸੀ। ਜੇ ਸਿੱਖ ਹੋਮਲੈਂਡ ਦੀ ਗੱਲ ਕੀਤੀ ਜਾਂ ਆਜ਼ਾਦ ਪੰਜਾਬ ਦੀ ਗੱਲ ਕੀਤੀ, ਅਸੀਂ ਫਿਰ ਇਹ ਕਾਟ ਕਰਦੇ ਸੀ
ਮੁਸਲਿਮ ਲੀਗ ਦਾ ਉਹ ਪਾਕਿਸਤਾਨ ਮੰਗਦਾ, ਤੇ ਇੱਥੇ ਸਾਡੇ ਜਿਹੜੇ ਲੀਡਰ ਸੀ ਬਹੁਤੇ ਗਾਂਧੀ ਤੇ ਨਹਿਰੂ ਨਾਲ ਜੁੜੇ ਹੋਏ ਸੀ, ਉਹਨਾਂ ਨੇ ਕਹਿ ਦੇਣਾ ਵੀ ਸਾਨੂੰ ਵੀ ਵੱਖਰਾ ਚਾਹੀਦਾ, ਸਾਥੋਂ ਨਾਰਾ ਲਵਾ ਲੈਣਾ। ਅਸੀਂ ਅੰਦਰੋਂ ਲੱਗਦਾ ਨਾਰਾ ਆਪਦੇ ਜਿਵੇਂ ਮੁਸਲਿਮ ਲੀਗ ਦੇ ਲਾ ਰਹੇ ਸੀ, ਤਾਂ ਫਿਰ ਤਾਂ ਵੱਖਰੀ ਗੱਲ ਸੀ। ਇਸ ਕਰਕੇ ਉਦੋਂ ਵੀ ਅਸੀਂ ਸਬੂਤ ਦਿੱਤਾ ਸਾਰੀ ਗੱਲ ਦਾ, ਵੀ ਅਸੀਂ ਉਹ ਸਾਰੀ ਗੱਲ, ਕਾਂਗਰਸ ਹੈ ਜਿਹੜੀ ਹਿੰਦੂ ਪਾਰਟੀ ਸੀ, ਕੋਈ ਸ਼ੱਕ ਵਾਲੀ ਗੱਲ ਨਹੀਂ, ਉਹਦੇ 'ਚ ਸਿਰਫ 3% ਤੋਂ ਵੱਧ ਕਦੇ ਮੁਸਲਮਾਨ ਨਹੀਂ ਉਹਦੇ ਵਿੱਚ ਹੋਇਆ, ਉਹਦੀ ਮੈਂਬਰਸ਼ਿਪ ਦੇ ਵਿੱਚ 3% ਤਾਂ ਕੋਈ ਗੱਲ ਨਹੀਂ ਹੁੰਦੀ ਸਰ। ਇਸ ਕਰਕੇ ਉਹ ਪਿਓਰਲੀ ਬਹੁਮਤ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਦੀ ਸੀ। ਅੱਛਾ, ਹੁਣ ਸ਼ਾਰਟ 'ਚ ਗੱਲ ਇੰਨੀ ਹੈ, ਫਿਰ ਅਸੀਂ 47 ਵਿੱਚ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ, ਅਸੀਂ 47 ਵਿੱਚ ਬਹੁਤ ਭੁਲੇਖੇ 'ਚ ਆ ਕੇ ਸਾਰਾ ਕੁਝ, ਲੜਾਈ ਉਹਨਾਂ ਦੀ ਸੀ ਮੁਸਲਮਾਨਾਂ ਨਾਲ ਜਿਹੜੀ ਅੱਜ ਤੱਕ ਚੱਲੀ ਜਾਂਦੀ ਆ, 47 ਤੋਂ ਬਾਅਦ ਅੱਜ ਤੱਕ ਚੱਲੀ ਆਉਂਦੀ ਹੈ, ਤੇ ਅਸੀਂ ਵੀ ਸੋਚਿਆ ਹੀ ਨਹੀਂ ਵੀ ਸਾਡੀ ਲੜਾਈ ਕਿਵੇਂ ਆ। ਅਸੀਂ ਅੱਗੇ ਹੋਰ ਵੀ ਜਾ ਕੇ ਜ਼ਿਆਦਾ ਅੱਗੇ ਹੋ ਕੇ ਮੁਸਲਮਾਨਾਂ ਨਾਲ ਮਾਰਕਾਟ ਵਿੱਚ ਸਭ ਤੋਂ ਜ਼ਿਆਦਾ ਅਸੀਂ ਅੱਗੇ ਹੋਏ। ਅਸੀਂ ਤਾਂ ਇੱਥੋਂ ਤੱਕ ਵੀ ਕਰ ਲਿਆ ਸੀਗਾ ਵੀ ਅੰਮ੍ਰਿਤਸਰ ਦੇ ਵਿੱਚ ਆਲਮੋਸਟ ਬਰਾਬਰ ਪਾਪੂਲੇਸ਼ਨ ਸੀ, ਜਿਹੜੇ ਹੁਣ ਅੰਕੜੇ ਹੁਣ ਸਾਰੇ ਪਏ ਆ ਸਾਰੇ ਰਿਕਾਰਡ ਦੇ ਵਿੱਚ, ਮੁਸਲਮਾਨਾਂ ਦੀ 49% ਇੱਥੇ ਮੁਸਲਮਾਨਾਂ ਦੀ ਆਬਾਦੀ ਸੀ ਅੰਮ੍ਰਿਤਸਰ ਸ਼ਹਿਰ 'ਚ, ਤੇ 51% ਸਿੱਖ ਤੇ ਹਿੰਦੂਆਂ ਦੀ ਸੀ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕੱਢਿਆ ਇੱਥੋਂ ਬਹੁਤ ਭੈੜੇ ਤਰੀਕੇ ਨਾਲ, ਚਲੋ, ਤੇ ਉਹਨਾਂ ਨੇ ਸਾਨੂੰ ਵੀ ਕੱਢਿਆ। ਮਤਲਬ ਕਿ ਅਸੀਂ ਮਾਰ ਮਰਾਈ ਦੇ ਵਿੱਚੋਂ ਆ ਕੇ ਤੇ ਬੜੇ ਕੌਨਫੀਡੈਂਸ ਨਾਲ ਆ ਕੇ ਇੱਥੇ ਕਿਹਾ ਵੀ ਕਾਂਗਰਸ ਹੁਣ ਸਾਨੂੰ ਸਾਡਾ ਖਿੱਤਾ ਦੇਊਗੀ, ਜਿਹੜੇ ਵਾਅਦੇ ਉਦੇ ਕੀਤੇ ਸੀ। ਤੇ ਸਿੱਖਾਂ ਦੀ ਫਿਰ ਉਹ ਸਾਰੀ ਗੱਲ ਜਿਹੜੀ 47 ਵਾਲੀ ਖੜੀ ਹੈ, ਬਾਅਦ 'ਚ ਆਏ ਤਾਂ ਇਹਨਾਂ ਦੇ ਪੱਲੇ ਫਿਰ ਬਹੁਤ ਭੈੜੇ ਤਰੀਕੇ ਦੀ ਮਤਲਬ ਕਿ ਵੀ ਡਿਸਅਪੁਆਇੰਟਮੈਂਟ, ਨਿਰਾਸ਼ਤਾ ਪੱਲੇ ਪਈ। ਉਹ ਨਿਰਾਸ਼ਤਾ ਦੇ ਵਿੱਚੋਂ ਫਿਰ ਜਿਹੜਾ ਪੰਜਾਬੀ ਸੂਬਾ ਹੈ, ਤੇ ਉਦੋਂ ਇਸ ਕਰਕੇ ਪੰਜਾਬੀ ਸੂਬੇ ਦੀ ਗੱਲ ਸ਼ੁਰੂ ਕੀਤੀ, ਤੇ ਫਿਰ ਡਾਕਟਰ ਅੰਬੇਦਕਰ ਕੋਲੇ ਗਏ ਵੀ ਅਸੀਂ ਹੁਣ ਕੀ ਕਰੀਏ। ਇਹ ਤਾਂ ਹੁਣ ਨਹਿਰੂ ਸਾਨੂੰ ਆਡੀਅנס ਵੀ ਨਹੀਂ ਦਿੰਦਾ, ਸਾਨੂੰ ਮਿਲਦਾ ਵੀ ਨਹੀਂਗਾ। ਮਾਸਟਰ ਤਾਰਾ ਸਿੰਘ ਕਹਿੰਦਾ, ਤੇ ਕਿੱਥੇ ਇਹ 1930 ਦੇ ਵਿੱਚ ਲਾਹੌਰ ਅਧਿਵੇਸ਼ਨ ਵੇਲੇ ਕਾਂਗਰਸ ਦੇ ਪੱਲੇ ਕੁਛ ਨਹੀਂ ਸੀ। ਇਹ IGPC ਦੇ ਦਫ਼ਤਰ ਗਏ ਜਾ ਕੇ, ਤੇ ਬਾਬਾ ਖੜਕ ਸਿੰਘ ਨੂੰ ਲੈ ਕੇ ਆਏ ਨਾਲ, ਉਹਨਾਂ ਦੇ ਗਏ ਵੀ ਜੋ ਕਹੋਗੇ ਅਸੀਂ ਤੁਹਾਡਾ ਕਰਾਂਗੇ। ਕਾਂਗਰਸ ਦੀ ਮੋਤੀ ਲਾਲ ਨਹਿਰੂ ਤੇ ਕਾਂਗਰਸ ਦੀ ਗਾਂਧੀ ਵਰਗਿਆਂ ਦੀ ਹਾਲਤ ਸੀ, ਤੇ ਬੇਤਾਜ ਬਾਦਸ਼ਾਹ ਇਸੇ ਕਰਕੇ ਖੜਕ ਸਿੰਘ ਨੂੰ ਕਹਿੰਦੇ ਸੀ। ਕਿੱਥੇ ਹੁਣੇ ਹੋ ਗਏ ਮੀਟਿੰਗ ਨਾ ਦੇਣ ਸਾ। ਉਦੋਂ ਪਿੱਛੋਂ ਫੇਰ ਉਹਦੇ ਕਹੇ ਤੇ ਵੀ ਤੁਸੀਂ ਐਂ ਕਰੋ, ਸਿੱਖਾਂ ਦੀ ਕੁਦਰਤੀ ਲੈਵਲ ਤੇ ਇੱਕ ਗਿਣਤੀ ਬਾਹਰੋਂ ਪਾਕਿਸਤਾਨ ਵਾਲੀ ਸਾਈਡ ਤੋਂ ਆ ਕੇ ਉੱਧਰਲਾ ਜਿਹੜਾ ਹੁਣ ਪਾਕਿਸਤਾਨ ਹੈ, ਤੇ ਇੱਥੇ ਇਕੱਠੇ ਹੋ ਗਏ ਆ। ਅੱਗੇ ਇਹਨਾਂ ਨੇ ਕਿਹਾ ਵੀ ਇਹ ਕ੍ਰਿਮੀਨਲ ਪੇਸ਼ਾ ਹੈ ਤੇ ਇਹਨਾਂ ਨੂੰ ਜਾਣ ਨਾ ਦਿਓ। ਪਟੇਲ ਵਾਲੀ ਗੱਲਬਾਤ ਹੈਗੀ ਆ, ਸਾਰੇ ਸਭ ਲੋਕਾਂ ਨੂੰ ਪਤਾ ਹੈ। ਅਸੀਂ ਫਿਰ ਇੱਥੇ ਕਨਸੈਂਟਰੇਟ ਹੋ ਗਏ। ਉਹ ਜੋ ਕਨਸੈਂਟਰੇਟ ਹੋਣ ਦਾ ਸਾਨੂੰ ਟੇਢਾ ਫਾਇਦਾ ਹੋਇਆ ਵੀ ਅਸੀਂ ਇੱਥੇ ਪੰਜਾਬੀ ਸੂਬੇ ਦਾ ਮੋਰਚਾ ਲਾ ਲਿਆ। ਉਹ ਮੋਰਚਾ ਲਾਇਆ, ਪੰਜਾਬੀ ਸੂਬੇ ਦੇ ਮੋਰਚਾ ਇਸ ਕਰਕੇ ਲਾਇਆ ਵੀ ਅਸੀਂ ਠੱਗੇ ਗਏ ਮਹਿਸੂਸ ਹੋਏ। ਸਿੱਖਾਂ ਅੰਦਰ ਗੁੱਸਾ ਸੀ ਸਾਰਾ ਵੀ ਇਹ ਠੱਗੇ ਗਏ, ਕਿਉਂਕਿ ਸਾਡੀ ਪਹਿਲੀ ਜਿਹੜੀ ਪੀੜ੍ਹੀ ਸੀ ਉਹ ਨੈਸ਼ਨਲਿਸਟ ਪੀੜ੍ਹੀ ਸੀ ਸਾਰੀ, ਜਿਹੜੀ 47 ਤੋਂ ਪਹਿਲਾਂ ਵਾਲੇ, ਉਹਨਾਂ ਨੂੰ ਸਮਝ ਹੀ ਨਹੀਂ ਸੀ। ਜਿਵੇਂ ਮਾਸਟਰ ਤਾਰਾ ਸਿੰਘ ਦੀ ਆਟੋਬਾਇਓਗ੍ਰਾਫੀ ਪੜ੍ਹ ਲਓ, ਉਹ ਨਾਲੇ ਤਾਂ ਕਹੀ ਜਾਂਦਾ ਹਿੰਦੂ ਪਛਤਾਉਣਗੇ ਇਸ ਗੱਲ ਦੇ ਉੱਤੇ, ਇਹ ਸਾਡੇ ਵਿਰੁੱਧ ਬੋਲੀ ਜਾਂਦੇ ਆ। ਆਜ਼ਾਦ ਪੰਜਾਬ ਦਾ ਮਤਲਬ ਇਹ ਸੀ ਵੀ ਅਸੀਂ ਵਿਚਾਲੇ ਸੈਂਟਰਲ ਡਿਸਟ੍ਰਿਕਟ ਸੀ ਜਿਹੜੇ ਸਾਰੇ, ਚਨਾਬ ਤੋਂ ਅੰਦਰ ਤੇ ਇਧਰਲੇ ਪਾਸੇ ਕੁਛ ਹਿੱਸਾ ਜਿਹੜਾ ਪਰੇ ਹਿਸਾਰ ਤੋਂ ਛੱਡ ਕੇ ਸਾਰਾ ਸੈਂਟਰਲ ਜ਼ਿਲ੍ਹੇ ਇੱਥੇ ਪੰਜਾਬ ਬਣਾਉਣਾ ਚਾਹੁੰਦਾ ਸੀ, ਜਿਹਦੇ ਵਿੱਚ ਫੇਰ ਵੀ ਸਾਡੀ ਆਬਾਦੀ, ਇਹ ਫੈਸਲੇ ਹੋ ਗਏ ਸੀ ਕਾਫੀ ਹੱਦ ਤੱਕ 40% ਮੁਸਲਮਾਨ, 40% ਹਿੰਦੂ ਤੇ 20% ਸਿੱਖ ਬਣਦੇ ਸੀ, ਤੇ ਪਾਰਟੀਸ਼ਨ ਰੁਕਦੀ ਸੀ। ਇਹ ਆਜ਼ਾਦ ਸਾਡਾ ਇਹ ਫਾਰਮੂਲਾ ਸੀ। ਸਾਡੀ ਬਦਕਿਸਮਤੀ ਇਹ ਰਹੀ ਵੀ ਸਾਨੂੰ ਜਦੋਂ ਜਾ ਕੇ ਬਾਰਬੰਦੀ ਹੋਣ ਲੱਗ ਗਈ, ਸਾਰਾ ਜਿਹੜੀ ਇਸ ਮਰਦਮਸ਼ੁਮਾਰੀ ਨਾਲ ਜਿਹਨੂੰ ਅਸੀਂ ਬਹੁਤ ਇਗਨੋਰ ਕਰਦੇ ਆ, ਉਦੋਂ ਪਿੱਛੋਂ ਜਿਹੜੇ ਸਿੱਖਾਂ ਦੇ ਵਿੱਚ ਲੋਕ ਸਿੱਖ ਬਣਦੇ ਸੀ, ਉਹ ਹਿੰਦੂਆਂ ਨੇ ਨਹੀਂ ਬਣਨ ਦਿੱਤੇ। ਆਪਦਾ ਪ੍ਰੋਪੇਗੈਂਡਾ ਸ਼ੁਰੂ ਕਰਤਾ ਸਾਰਾ ਇਹਨਾਂ ਦੇ ਵਿਰੁੱਧ। ਹਰੇਕ ਨੂੰ ਆਪਦੇ ਫਲੋਕ ਦੀ ਆਪਦੇ ਝੁੰਡ ਦੀ ਚਾਹੀਦੀ ਸੀ ਵੀ ਸਾਥੋਂ ਨਿਕਲ ਨਾ ਜਾਵੇ। ਇਹ ਸਾਡੀ ਸਮੱਸਿਆ ਹੋਈ। ਮੁੜ ਕੇ ਜਿਹੜੀ ਗਰੋਥ ਹੋਈ ਹੈ, ਜਿੰਨਾ ਚਿਰ ਸਾਡਾ ਸਿੱਖ ਵਧਿਆ, ਜਿਵੇਂ ਹੁਣ ਸਿੱਖ ਦੀ 1881 ਦੇ ਵਿੱਚ ਅਸੀਂ 18 ਲੱਖ ਹੀ ਰਹਿ ਗਏ ਸੀ ਸਾਰੇ, ਉਦੋਂ ਪਿੱਛੋਂ ਅਸੀਂ ਵਧੇ, ਕਾਫੀ ਵਧੇ ਸਾਰਾ, ਪਹਿਲੇ ਸਾਲਾਂ ਦੇ ਵਿੱਚ ਸਾਰਿਆਂ 'ਚ ਗਏ, ਤਾਂ ਪਿੱਛੋਂ ਇਹਨਾਂ ਨੇ ਰੋਕਤਾ ਸਾਡਾ ਵਧਣਾ ਸਾਰਾ। ਅੱਛਾ, ਹੁਣ ਤਾਂ ਬਿਲਕੁਲ ਨਹੀਂ ਅਸੀਂ ਵੱਧ ਸਕਦੇ ਸਾਰਾ। ਇਸ ਗੱਲ ਤੇ ਸਾਡੀ ਹੁਣ ਬਹੁਤ ਸਾਡਾ ਸਭ ਤੋਂ ਵੱਡਾ, ਸਾਡੀ ਨੰਬਰ ਬਹੁਤ ਥੋੜਾ ਸੀ,
ਅਸੀਂ ਕਿਤੇ ਵੀ ਮੈਜੋਰਿਟੀ ਨਹੀਂ ਸੀ ਆਉਂਦੇ। ਉਸ ਕਰਕੇ ਅਸੀਂ ਜਿਹੜੀ ਅੱਜ ਹਾਲਤ 'ਚ ਪਹੁੰਚੇ ਆ, ਅਸੀਂ ਇਸ ਕਰਕੇ ਹੀ ਪਹੁੰਚੇ। ਦੂਜਾ ਅਸੀਂ ਮੈਂ ਹਜੇ ਵੀ ਕਹਿਣਾ ਚਾਹੁੰਦਾ ਵੀ ਜੇ ਸਾਡੇ ਉਹ ਲੀਡਰਸ਼ਿਪ ਕੁਛ ਨਾ ਕੁਛ ਧਿਆਨ ਦਿੰਦੀ ਤਾਂ 370 371 372 ਜਿਹੜੇ ਸਾਰੇ ਨਾਰਥ ਈਸਟ ਨੂੰ ਵੀ ਦਿੱਤੇ ਆ ਵੱਧ ਅਧਿਕਾਰ, ਮਤਲਬ ਕਿ ਇਹੋ ਜਿਹੇ ਆਰਟੀਕਲਾਂ ਥੱਲੇ ਕਸ਼ਮੀਰ ਨੂੰ 370 ਤੋਂ ਉੱਥੇ ਵੀ ਦਿੱਤੇ ਆ ਸਾਰਿਆਂ ਨੂੰ। ਨਾਗਾਲੈਂਡ 'ਚ ਝੰਡਾ ਆਪਦਾ ਨਿਸ਼ਾਨ ਆਪਦਾ ਫਲੈਗ ਰੱਖਣ ਦੀ ਇਜਾਜ਼ਤ ਵੀ ਦਿੱਤੀ ਹੈ। ਇੱਥੋਂ ਤੱਕ ਵੀ ਹੈ ਸਾਰੀ ਗੱਲਬਾਤ। ਤੇ ਸਾਡੇ ਅਸੀਂ ਕੁਝ ਵੀ ਨਹੀਂ ਮੰਗਿਆ। ਅਸੀਂ ਜਿਵੇਂ ਬਾਦਲ ਨੇ ਹੁਣ ਆ ਕੇ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ ਦੇਤੀ ਸੀ ਬਗੈਰ ਸ਼ਰਤ ਤੋਂ, ਤੇ ਇਹਦਾ ਮਤਲਬ ਸਰੈਂਡਰ ਸੀ। ਉਹੀ ਸਰੈਂਡਰ ਅਸੀਂ ਉਦੋਂ ਕਰਤੀ 47 ਦਾ, ਜਿਹਦੇ ਤੇ ਤੁਸੀਂ ਰੈਫਰੈਂਸ ਦਿੱਤਾ ਸੀ। 47 ਦੀਆਂ ਵੱਡੀਆਂ ਭੁੱਲਾਂ ਤੋਂ ਅਸੀਂ ਉਹਦੇ ਵੇਲੇ ਦਾ ਜਿਹੜਾ ਸਾਰਾ ਕੁਝ ਚੱਲਦਾ ਆ ਰਿਹਾ ਸੀਗਾ, ਉਸ ਦੇ ਪਿੱਛੋਂ ਜਦੋਂ ਵੀ ਸਿੱਖਾਂ ਨੇ ਮੰਗ ਕੀਤੀ ਪੰਜਾਬੀ ਸੂਬੇ ਦੀ, ਤਾਂ ਉਹ ਇਹਨਾਂ ਨੇ ਪੇਸ਼ ਕੀਤਾ ਪੰਜਾਬ ਪ੍ਰੋਬਲਮ। ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਪ੍ਰੇਮ ਭਾਟੀਏ ਦੇ ਮੈਂ ਐਡੀਟੋਰੀਅਲ ਸਾਰੇ ਕੱਢ ਕੇ ਦੇਖਿਆ ਪੁਰਾਣੇ। ਸਟੇਟਸਮੈਨ ਦਾ ਉਹ ਐਡੀਟਰ ਹੁੰਦਾ ਸੀ ਦਿੱਲੀ 'ਚ, ਉਹ ਪੰਜਾਬੀ ਹੋਣ ਕਰਕੇ ਤੇ ਉਹ ਨਹਿਰੂ ਨੂੰ ਚਿੱਠੀ ਲਿਖਦਾ, ਨਹਿਰੂ ਨੂੰ ਐਡਰੈਸ ਕਰਕੇ ਕਹਿੰਦਾ ਵੀ ਪੰਜਾਬ ਪ੍ਰੋਬਲਮ ਨੂੰ ਇਸ ਤਰੀਕੇ ਨਾਲ ਹੱਲ ਕਰੀਏ। ਮੇਰਾ ਇਸ ਗੱਲ ਦਾ ਵਿਰੋਧ ਹੈ ਬਹੁਤ ਵੱਡਾ, ਜਾਤੀ ਤੌਰ ਤੇ ਵੀ, ਤੇ ਸਾਡਾ ਚਾਹੀਦਾ ਵੀ ਇਹ ਸਿੱਖਾਂ ਦਾ ਵੀ ਤੁਸੀਂ ਆਜ਼ਾਦ ਹੋ ਕੇ ਆਏ ਹੋ, ਤੁਹਾਡੇ ਨਾਲੋਂ ਵੱਧ ਅਸੀਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਤੇ ਤੁਸੀਂ ਪੰਜਾਬ ਪਰ ਇੱਥੇ ਆ ਕੇ ਸਾਨੂੰ ਪ੍ਰੋਬਲਮ ਪੇਸ਼ ਕਰੀ ਜਾਂਦੇ ਹੋ। ਤੁਸੀਂ ਕਹੋ ਵੀ ਸਿੱਖਾਂ ਦੀਆਂ ਜਿਹੜੀ ਡਿਮਾਂਡ ਆ ਪੂਰੀਆਂ ਨਹੀਂ ਹੋਈਆਂ, ਜਾਂ ਅਸੀਂ ਇਹਨਾਂ ਨੂੰ ਅਕਮੋਡੇਟ ਕਿਵੇਂ ਕਰੀਏ, ਇਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਕਿਵੇਂ ਦਈਏ, ਖੁਸ਼ ਹੋ ਜਾਣ। ਇਹ ਗੱਲ ਹੀ ਨਹੀਂ ਸੀ। ਇਸ ਕਰਕੇ ਜਿਹੜਾ ਨੇਸ਼ਨ ਸਟੇਟ ਦਾ ਕਨਸੈਪਟ ਹੈ, ਜਿਹਦੇ ਵਿੱਚ ਐਂ ਘੇਰਾਬੰਦੀ ਬਣ ਕੇ ਇੱਕ ਨੇਸ਼ਨ ਖੜੀ ਕਰਨੀ ਹੈ, ਇਹ ਕਾਂਗਰਸ ਨੇ 47 ਤੋਂ ਪਹਿਲਾਂ ਹੀ ਕਰ ਲਈ ਸੀ। ਸਾਡੇ ਬੰਦੇ ਸਮਝ ਨਹੀਂ ਸਕੇ। ਉਹਦਾ ਅਸੀਂ ਸਾਰਾ ਜਿਹੜਾ ਕਰ ਰਹੇ ਹਾਂ, ਉਹਦੇ ਵਿੱਚੋਂ ਹੀ ਬਿਲਡ ਹੋਇਆ ਗਾਹਾਂ ਤੱਕ ਸਾਰਾ। ਜਿਹੜੀਆਂ ਵੱਡੀਆਂ ਘਟਨਾਵਾਂ ਦੀ ਗੱਲ ਕਰੀਏ, ਪੰਜਾਬੀ ਸੂਬਾ ਬਣਨ ਤੋਂ ਬਾਅਦ ਜਿਹੜੀ ਅਗਲੀ ਵੱਡੀ ਘਟਨਾ ਐਮਰਜੈਂਸੀ ਤੋਂ ਬਾਅਦ 78 ਦੇ ਵਿੱਚ ਜੋ ਨਿਰੰਕਾਰੀ ਕਾਂਡ ਵਾਪਰਦਾ, ਜਾਂ ਸੰਤਾਂ ਦੀ ਅਰੈਸਟ ਹੁੰਦੀ ਹੈ, ਜਾਂ ਲਾਲਾ ਜਗਤ ਨਾਰਾਇਣ ਦਾ ਕਤਲ, ਇਹਨਾਂ ਦੀ ਜਿਹੜੀ ਪੋਰਟਰੇ ਆ ਉਹ ਕਿਸ ਕਿਸਮ ਨਾਲ ਕੀਤਾ ਗਿਆ ਸਾਰੇ ਹਿੰਦੁਸਤਾਨ ਦੇ ਵਿੱਚ? ਪਹਿਲੀ ਗੱਲ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੰਜਾਬੀ ਸੂਬੇ 'ਚ 16 ਸਾਲ ਚੱਲਿਆ। ਪੰਜਾਬੀ ਸੂਬਾ ਵੀ ਇਸੇ ਕਰਕੇ ਦਿੱਤਾ ਵੀ ਪਾਕਿਸਤਾਨ ਦੀ 65 ਦੀ ਲੜਾਈ ਆ ਗਈ ਉੱਤੋਂ, ਜਿਹੜੇ ਕਿ ਪਾਕਿਸਤਾਨ ਨੇ ਹਮਲਾ ਕੀਤਾ ਸੀ, ਕੋਈ ਸ਼ੱਕ ਨਹੀਂ, ਭਾਵੇਂ ਕਿਸੇ ਗਲਤੀ 'ਚ ਕੀਤਾ ਸੀ। ਪਾਕਿਸਤਾਨ ਨੇ ਤਿੰਨੇ ਵਾਰੀ ਪਾਕਿਸਤਾਨ ਅਗਰੈਸ਼ਨ 'ਚ ਰਿਹਾ, ਗਲਤੀ 'ਚ ਰਿਹਾ, ਕਾਸੇ 'ਚ ਰਿਹਾ। ਜਿਹੜਾ ਇਹਨਾਂ ਨੇ ਕਸ਼ਮੀਰ 'ਚ ਵੀ ਸ਼ੁਰੂ ਕੀਤਾ ਸੀ, ਉਹ ਵੀ ਪਾਕਿਸਤਾਨ ਵੱਲੋਂ ਕੀਤਾ ਸੀ। ਇਹਦੇ ਬਾਰੇ ਮੈਂ ਨਹੀਂ ਕਹਿੰਦਾ, ਡਾਕਟਰ ਇਸ਼ਤਾਕ ਅਹਿਮਦ ਉਹਦੇ ਕਿੰਨੀ ਉਹਨੇ ਕਿਤਾਬ ਆ ਜਿਹੜੀ ਹੁਣ ਉਹਦੀ ਜਨਾਹ 'ਤੇ ਕਿਤਾਬ ਆਈ ਹੈ, ਉਹਦੇ 'ਚ ਸਾਰਾ ਦਿੱਤਾ ਵੀ 65 ਵਾਲੀ ਲੜਾਈ ਹੋਈ ਤੇ ਸਾਡੇ ਬਾਰਡਰ ਉੱਤੇ ਸਾਨੂੰ ਸਿੱਖਾਂ ਦੀ ਉਹਨੂੰ ਲੋੜ ਸੀਗੀ, ਇਸ ਕਰਕੇ ਉਦੋਂ ਸ਼ਾਸਤਰੀ ਜਿਹੜਾ ਲਾਲ ਬਹਾਦਰ ਸ਼ਾਸਤਰੀ ਸੀ, ਉਹਨੇ ਵਾਅਦਾ ਕਰ ਲਿਆ। ਤੇ ਪਰ ਇੰਦਰਾ ਗਾਂਧੀ ਨੇ ਉਦੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ, ਬਹੁਤ ਥਾਵਾਂ ਤੇ ਗਈ ਸੀ, ਸਾਰਿਆਂ ਨੂੰ ਹੁਣ ਪਤਾ ਇਹਨਾਂ ਫੈਕਟਸ ਦਾ। ਤੇ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਪੰਜਾਬੀ ਸੂਬਾ ਦੇਤਾ, ਪਰ ਲੰਗੜਾ ਦਿੱਤਾ, ਬਹੁਤ ਇਮਾਨਦਾਰੀ ਹੈ ਨਹੀਂ ਸੀ। ਤੁਸੀਂ ਦੇਖੋ ਪੰਜਾਬੀ ਸੂਬਾ ਦੇਣ ਵਾਲੇ ਇਹ ਸੀ, ਜਿਹੜਾ ਪੰਜਾਬੀ ਸੂਬੇ ਦਾ ਉੱਪਰਲਾ ਹਿੱਸਾ ਚੰਡੀਗੜ੍ਹ ਦੇ ਤੇ ਮੋਰਨੀ ਹਿਲਸ ਵਗੈਰਾ ਸਾਰਾ ਹੈਗਾ ਤਾਹਾਂ ਤੱਕ, ਉਹ ਵੀ ਅਸੀਂ ਹਿਮਾਚਲ ਦੇ ਪਹਾੜਾਂ ਨਾਲ ਜੋੜ ਕੇ ਤੇ ਚਾਈਨਾ ਵਾਲੇ ਪਾਸੇ ਨੂੰ ਸਾਰਾ ਅਸੀਂ ਜੁੜੇ ਰਹੀਏ ਦਿੱਲੀ ਤੋਂ। ਇਹਨਾਂ ਨੇ ਸਾਰਾ ਉਹਨਾਂ ਏਰੀਆ ਕੱਢ ਕੇ ਪੰਜਾਬ 'ਚ ਨਹੀਂ ਰਹਿਣ ਦਿੱਤਾ ਤੇ ਉਹ ਹਰਿਆਣੇ 'ਚ ਦਿੱਤਾ। ਆ ਜਿਹੜੀ ਵੰਡ ਕੀਤੀ ਆ ਤਾਹਾਂ ਤੱਕ ਜਾਂਦਾ ਸਾਰਾ, ਤੇ ਆ ਯੂਨੀਵਰਸਿਟੀ ਦੇ ਉੱਤੋਂ ਦੀ ਸਾਰਾ, ਇਹ ਸਾਰਾ ਕੁਝ ਜਾਣਬੁੱਝ ਕੇ ਕੱਟ ਵੱਢ ਕੀਤੀ ਆ ਰਸਤਾ ਰੱਖਣ ਨੂੰ, ਵੀ ਸਾਨੂੰ ਲੈਂਡ ਰੂਟ ਮਿਲੇ ਜਾਂ ਨਾ ਸਿੱਧਾ ਜਿਹੜਾ ਹਾਈਵੇ ਨੰਬਰ 1 ਕਿਤੇ ਨਾ ਆਪਰੇਟ ਹੋਵੇ। ਇਹ ਸਾਰਾ ਕੁਝ ਸਰਕਾਰਾਂ ਨੇ ਕੀਤਾ। ਅੱਛਾ, ਉਦੋਂ ਪਿੱਛੋਂ ਅਸੀਂ ਫਿਰ ਕੀ ਹੋਇਆ ਵੀ ਫਿਰ ਇਹਨਾਂ ਨੇ ਇੱਕ ਗੱਲ ਜਿਹੜੀ ਸਭ ਤੋਂ ਜਿਹੜੀ ਇੰਪਾਰਟੈਂਟ ਆ, ਜਿਹਦੇ ਵਿੱਚ ਬਿਲਡਅਪ ਹੋਇਆ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੱਕ, ਉਹ ਹੋਇਆ ਸਭ ਤੋਂ ਵੱਡੀ ਘਟਨਾ ਐਮਰਜੈਂਸੀ ਦੀ। ਐਮਰਜੈਂਸੀ ਨੂੰ ਕਿਸੇ ਵੀ ਦੇਸ਼ ਦੇ ਕਿਸੇ ਹਿੱਸੇ ਵਿੱਚ ਠੋਸ ਤਰੀਕੇ ਨਾਲ ਲਗਾਤਾਰ ਉਹਦਾ ਵਿਰੋਧ ਨਹੀਂ ਹੋਇਆ। ਸਿੱਖਾਂ ਨੇ ਕੀਤਾ, ਸਿੱਖਾਂ ਨੇ ਬਕਾਇਦਾ ਮੋਰਚੇ ਦਰਬਾਰ ਸਾਹਿਬ 'ਚੋਂ ਭੇਜੇ ਤੇ 40,000 ਅਸੀਂ ਵਰਕਰ ਨੂੰ, ਸਿੱਖਾਂ ਨੂੰ ਹਲਕੀ ਵੀ ਅਸੀਂ ਅਰੈਸਟ ਕਰਾਇਆ 19 ਮਹੀਨਿਆਂ ਦੇ ਵਿੱਚ। ਤੇ ਉਹਦਾ ਵੀ ਇੰਦਰਾ ਗਾਂਧੀ 80 'ਚ ਪਾਵਰ 'ਚ ਆਈ, ਉਹਦੇ ਦਿਮਾਗ 'ਚ ਸੀਗਾ। ਅੱਛਾ, ਦੂਜੇ ਇੱਕ ਉਹਨੇ ਇੰਦਰਾ ਗਾਂਧੀ ਨੇ ਆਪਦਾ ਸਿਸਟਮ ਬਦਲ ਲਿਆ ਸੀ। ਪਹਿਲਾਂ ਉਹ ਇਹ ਕਹਿੰਦੀ ਸੀ ਵੀ ਅਸੀਂ ਮਿਨੋਰਟੀਆਂ ਨੂੰ ਨਾਲ ਲੈਂਦੀ ਸੀ, ਦਲਿਤਾਂ ਨੂੰ ਨਾਲ ਲੈਂਦੀ ਸੀ, ਤੇ ਗਰੀਬੀ ਹਟਾਓ ਤੇ ਇਹੋ ਜਿਹੇ ਨਾਰੇ ਨੂਰੇ ਲਾਉਂਦੀ ਸੀ। ਇੱਥੋਂ ਆ ਕੇ ਉਹਨੇ ਬਦਲਿਆ ਵੀ ਮੈਂ ਹੁਣ ਬਹੁਮਤ ਨੂੰ ਨਾਲ ਲਵਾਂ।
ਬਹੁਮਤ ਲਈ ਫਿਰ ਇਮੋਸ਼ਨਲ ਸ਼ੁਰੂ ਕਰਤਾ ਉਹਨੇ 80 ਚ ਆਈ ਉਦੋਂ ਪਿੱਛੋਂ ਸਾਰਾ ਕੁਝ ਉਹਦਾ ਮੰਦਰਾਂ ਜਾਣਾ ਸਾਰਾ ਕਰਨਾ ਉਹਨੇ ਸ਼ੁਰੂ ਕਰਤਾ ਸੀ ਤੇ ਫਿਰ ਉਹਦੇ ਵਿੱਚ ਫਿਰ ਟਾਰਗੇਟ ਕਰਨਾ ਜਿਹਨੂੰ ਉਹ ਜੀਵੀਐਸ ਸਿੱਧੂ ਰਾਹ ਵਾਲਾ ਉਹਦੀ ਕਿਤਾਬ ਆਈ ਹੈ ਖਾਲਿਸਤਾਨ ਕੰਸਪੀਰੇਸੀ ਤੇ ਸਾਰਾ ਉਹਦੇ ਚ ਉਹਦੇ ਕਿਤਾਬ ਨਾਲ ਕੋਈ ਕਿੰਨਾ ਸਹਿਮਤ ਹੋਵੇ ਨਾ ਹੋਵੇ ਪਰ ਉਹਨੇ ਜਿਹੜਾ ਅਕਬਰ ਰੋਡ 1 ਅਕਬਰ ਰੋਡ ਜਿਹੜਾ ਰੈਜ਼ੀਡੈਂਸ ਸੀਗਾ ਇੰਦਰਾ ਗਾਂਧੀ ਦਾ ਉਹਦੇ ਤੇ ਆਪਰੇਸ਼ਨ 1 ਤੇ ਆਪਰੇਸ਼ਨ 2 ਉੱਥੇ ਗਰੁੱਪ ਬਣਾਇਆ ਸੀਗਾ ਜਿਹਦੇ ਚ ਫੋਤੇਦਾਰ ਅਰਨ ਸਿੰਘ ਅਰਨ ਨਹਿਰੂ ਤੇ ਰਾਜੀਵ ਗਾਂਧੀ ਪਹਿਲਾਂ ਸੰਜੇ ਗਾਂਧੀ ਸੀ ਸਾਰਾ ਇਹੋ ਜਿਹੇ ਬੰਦਿਆਂ ਦਾ ਇੱਕ ਗਰੁੱਪ ਬਣਾਇਆ ਸੀ ਕਮਲਨਾਥ ਵੀ ਉੱਥੇ ਸੀਗਾ ਉਹ ਗਰੁੱਪ ਨੇ ਆਰ ਕੇ ਧਵਨ ਵੀ ਸੀਗਾ ਇਹ ਆਰ ਕੇ ਧਵਨ ਨਹੀਂ ਰਿਹਾ ਉਹਦੇ ਚ ਦੂਜੇ ਰਹੇ ਉਹ ਤਾਂ ਛੋਟੇ ਲੈਵਲ ਤੇ ਸੀ ਆਰ ਕੇ ਧਵਨ ਤਾਂ ਸਟੈਨੋ ਲੈਵਲ ਤੇ ਇੰਦਰਾ ਗਾਂਧੀ ਦਾ ਸੀ ਭਾਵੇਂ ਕਿੰਨਾ ਟਰਸਟਡ ਸੀ ਉਹਨਾਂ ਨੇ ਪਾਲਿਸੀ ਬਣਾਈ ਵੀ ਕਮ ਸੇ ਕਮ ਸਿੱਖ ਇੱਕ ਛੋਟੀ ਕਮਿਊਨਿਟੀ ਆ ਇਹਦਾ ਦੇਸ਼ ਦੇ ਵਿੱਚ ਬਹੁਤਾ ਅਸਰ ਨਹੀਂ ਪਾ ਰਿਹਾ ਇੱਕ ਵਿਜ਼ੀਬਲ ਕਮਿਊਨਿਟੀ ਹੈ ਦਿਖਾਈ ਦਿੰਦੀ ਹੈ ਇਸ ਨੂੰ ਟਾਰਗੇਟ ਕਰਕੇ ਅਸੀਂ ਕਿਵੇਂ ਹਿੰਦੂ ਨੂੰ ਕਮਿਊਨਿਟੀ ਨੂੰ ਸਾਰਾ ਇਕੱਠਾ ਕਰਕੇ ਆਪਦੇ ਪਿੱਛੇ ਲਾਵਾਂਗੇ ਕਿਵੇਂ ਮੈਂ ਦੁਰਗਾ ਬਣਾਵਾਂਗੇ ਤੇ ਸਾਰਾ ਇਹ ਆਪਰੇਸ਼ਨ ਉਹਨਾਂ ਨੇ ਬਹੁਤ ਸ਼ੁਰੂ ਕੀਤਾ ਇਸ ਆਪਰੇਸ਼ਨ ਕਰਕੇ ਹੀ ਉਹਨਾਂ ਨੇ ਫਿਰ ਇਸ ਕਰਕੇ 79 ਤੱਕ 78 ਦੇ ਵਿੱਚ ਨਿਰੰਕਾਰੀਆਂ ਨੂੰ ਸਪੋਰਟ ਦੇਣੀ ਸਿੱਖਾਂ ਦੇ ਵਿੱਚ ਕਈ ਕਿਸਮ ਦੇ ਕਲਚਰ ਲੈਵਲ ਤੇ ਸਿੱਖਾਂ ਨੂੰ ਥੱਲੇ ਲਾਉਣਾ ਉਹਨਾਂ ਦੇ ਧਰਮ ਵਿੱਚ ਦਖਲਅੰਦਾਜ਼ੀ ਕਰਾਉਣੀ ਇਹ ਸਾਰਾ ਕੁਝ ਸ਼ੁਰੂ ਕਰਤਾ ਸੀ ਦੂਜੀ ਸਭ ਤੋਂ ਜਿਹੜੀ ਮਾੜੀ ਗੱਲ ਹੋਈ ਜੀ ਤੇ ਸੰਤ ਬੜੇ ਦੁਖੀ ਸੀ ਸਾਰਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਸ ਵੇਲੇ ਸੀਨ ਤੇ ਸੀ ਜਦੋਂ ਇਹ ਮਾਰਿਆ ਗਿਆ ਜਦੋਂ ਅੰਮ੍ਰਿਤਸਰ ਨਿਰੰਕਾਰੀ ਕਾਂਡ ਹੋਇਆ ਸਿੰਘ ਸ਼ਹੀਦ ਹੋਏ 18 ਹੋਏ ਕਿੰਨੇ 16 ਹੋਏ ਹਾਂ ਉਹ ਸਿੰਘ ਉਦੋਂ ਉੱਥੇ ਸੀਗੇ ਉਦੋਂ ਸਾਰਾ ਕੁਝ ਉਹਨਾਂ ਨੇ ਕਿਸ ਤਰ੍ਹਾਂ ਅਰੇਂਜ ਕੀਤਾ ਫਿਰ ਉਹਨਾਂ ਨੂੰ ਉਮੀਦ ਸੀ ਵੀ ਭਾਈ ਸਾਨੂੰ ਇਨਸਾਫ ਮਿਲੂ ਤੇ ਇਨਸਾਫ ਸਟੇਟਾਂ ਦਿੰਦੀਆਂ ਨਹੀਂ ਹੁੰਦੀਆਂ ਜਿਸ ਤਰੀਕੇ ਨਾਲ ਤੇ ਉਦੋਂ ਹਜੇ ਇੰਨਾ ਵਿਗੜਿਆ ਨਹੀਂ ਸੀਗਾ ਇਨਸਾਫ ਦਿੱਤਾ ਨਹੀਂ ਤੇ ਉਲਟਾ ਕੀ ਹੋਇਆ ਵੀ 64 ਦੇ 64 ਬੰਦੇ ਬਰੀ ਹੋਏ ਤੇ ਉਹ ਬਰੀ ਕਰਾਉਣ ਦੇ ਵਿੱਚ ਲਾਲਾ ਜਗਤ ਰਹਿਣ ਦਾ ਗਵਾਹੀ ਸੀ ਸਪੈਸ਼ਲ ਕਰਨਾਲ ਕੇਸ ਬਦਲ ਕੇ ਲੈ ਗਏ ਉਸ ਦੇ ਵਿੱਚੋਂ ਹੀ ਫਿਰ ਲਾਲਾ ਜਗਤ ਨਰਾਇਣ ਦੀ ਜਿਹੜੀ ਕਤਲ 81 ਚ ਹੁੰਦਾ ਸਤੰਬਰ ਚ 9 ਸਤੰਬਰ 81 ਨੂੰ ਹੁੰਦਾ ਉਹਦੇ ਵਿੱਚੋਂ ਹੀ ਸਾਰਾ ਕੁਝ ਸ਼ੁਰੂ ਹੋਇਆ ਤੇ ਇਹ ਕਰਵਾਇਆ ਗਿਆ ਸਾਰਾ ਕੁਝ ਇਹ ਬਿਲਡ ਅਪ ਕਰਨ ਦੇ ਵਿੱਚ ਉਹ ਜਿਹੜਾ ਆਪਰੇਸ਼ਨਲ ਸੈਂਟਰ ਸੀਗਾ 1 ਅਕਬਰ ਰੋਡ ਉੱਥੋਂ ਹੀ ਸ਼ੁਰੂ ਹੋਇਆ ਸਾਰਾ ਕੁਝ ਤੇ ਉਹਦੀ ਚੱਲਦੀ ਹੁੰਦੀ ਸੀ ਮਹਾਸ਼ਾ ਪ੍ਰੈਸ ਦਾ ਰੋਲ ਜਿਹੜਾ ਤੁਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਉਭਾਰਿਆ ਆ ਇਹ ਤੁਸੀਂ ਆਪ ਵੀ ਉਸ ਸਮੇਂ ਉੱਥੇ ਰਹੇ ਹੋ ਰਿਪੋਰਟ ਕਿਵੇਂ ਦੀ ਜਾਂਦੀ ਸੀ ਤੇ ਜਿਹੜੀ ਫਾਈਨਲ ਛਪ ਕੇ ਆਉਂਦੀ ਸੀ ਉਹਦੇ ਵਿੱਚ ਕਿਵੇਂ ਫਰਕ ਪੈ ਜਾਂਦਾ ਸੀ ਦਿਨ ਰਾਤ ਦਾ ਤੱਥਾਂ ਦਾ ਫਰਕ ਇਹ ਉਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ ਕੋਈ ਖਾਸ ਜਿਹੜੀਆਂ ਘਟਨਾਵਾਂ ਹਾਂ ਜਿਵੇਂ ਮਤਲਬ ਕਿ ਮੈਂ ਮੋਟੇ ਲੈਵਲ ਤੇ ਇਹਨੇ ਹੁਣ ਕੋਟ ਕੀਤਾ ਇਸ ਨੇ ਕਿਤਾਬ ਦੇ ਵਿੱਚ ਜੀਵੀਐਸ ਸਿੱਧੂ ਰਾਹ ਦਾ ਚੀਫ ਰਿਹਾ ਉਹ ਤੇ ਉੱਥੇ ਉਹਨੇ ਇਹ ਕਿਤਾਬ ਵਿੱਚ ਆਪਦੇ ਕੋਟ ਕੀਤਾ ਤੇ ਗੱਲ ਹੈ ਵੀ ਠੀਕ ਇਹ ਮੈਨੂੰ ਪ੍ਰੈਸ 'ਚ ਹੋਣ ਕਰਕੇ ਪਤਾ ਸੀ HY ਸ਼ਾਰਦਾ ਪ੍ਰਸ਼ਾਦ ਜਿਹੜਾ ਇੰਦਰਾ ਗਾਂਧੀ ਦਾ ਮੀਡੀਆ ਐਡਵਾਈਜ਼ਰ ਹੁੰਦਾ ਸੀ ਮੀਡੀਆ ਇੰਚਾਰਜ ਸੀ ਸਾਰਾ ਉਹ ਲਿਖਦਾ ਵੀ ਉਸਨੇ ਜਦੋਂ ਅਸੀਂ ਸਾਰੇ ਸਰਵੇ ਕਰਾਇਆ ਤੇ ਖਾਲਿਸਤਾਨ ਦੀ ਕੋਈ ਗੱਲ ਕਿਸੇ ਲੈਵਲ ਤੇ ਬਦਲ ਗਈ ਇਹ ਨਹੀਂ ਸੀ ਵੀ ਦੋਨੋਂ ਕਮਿਊਨਿਟੀਆਂ ਵਿੱਚ ਫਰਕ ਹੈ ਤੇ ਕਹਿੰਦਾ ਮੈਂ ਲਿਆ ਕੇ ਨੋਟ ਉਹ ਸਾਰੀ ਰਿਪੋਰਟ ਲਿਆ ਕੇ ਸ਼ਾਰਦਾ ਪ੍ਰਸ਼ਾਦ ਨੂੰ ਦੇਤੀ ਤੇ ਉਦੋਂ ਪਿੱਛੋਂ ਸਡਨਲੀ ਕੀ ਹੋਇਆ ਮਹੀਨੇ ਕੁ ਪਿੱਛੋਂ ਮੈਂ ਅਖਬਾਰ ਕਹਿੰਦਾ ਸਾਰੇ ਦੇਖੇ ਪੰਜਾਬ ਦਾ ਸਾਰਾ ਨੈਸ਼ਨਲ ਪ੍ਰੈਸ ਦੇਖਿਆ ਤਾਂ ਉਹਦੇ ਵਿੱਚ ਸਾਰਾ ਕੁਝ ਵੀ ਪੰਜਾਬ 'ਚ ਅੱਗ ਲੱਗੀ ਹੈ ਪੰਜਾਬ 'ਚ ਐਂ ਹੋਇਆ ਪੰਜਾਬ 'ਚ ਆਹ ਹੋ ਰਿਹਾ ਤੇ ਫਲਾਨਾ ਜੀ ਉਦੋਂ ਹਜੇ 81 ਦੇ ਐਂਡ ਦੇ ਵਿੱਚ ਜਾਂ 82 ਦੇ ਸ਼ੁਰੂ ਦੇ ਵਿੱਚ 82 ਦੇ ਦਿਨਾਂ ਵਿੱਚ ਹਜੇ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਸੀ ਸਾਰੀ ਬਿਲਕੁਲ ਸ਼ਾਂਤ ਚੱਲ ਰਿਹਾ ਸੀ ਪਰ ਉਹਨੇ ਪੰਜਾਬ ਨੂੰ ਅੱਗ ਲਾਉਣ ਵਾਲੀ ਗੱਲ ਪ੍ਰੈਸ ਨੇ ਬਹੁਤ ਸ਼ੁਰੂ ਕਰਤੀ ਸੀ ਤੇ ਉਹਦੇ 'ਚ ਡਿਟੇਲ ਪਤਵੰਤ ਸਿੰਘ ਨੇ ਵੀ ਬਹੁਤ ਸੋਹਣਾ ਇਹਦੇ ਤੇ ਦਿੱਤਾ ਆਰਟੀਕਲ ਦੇ ਵਿੱਚ ਆਪਦੇ 'ਚ ਵੀ ਕਿਸ ਤਰੀਕੇ ਨਾਲ ਇੱਥੋਂ ਦਾ ਜਿਹੜਾ ਮੀਡੀਆ ਉਹ ਸਾਰਾ ਮੀਡੀਆ ਸਰਕਾਰ ਨਾਲ ਮਿਲ ਕੇ ਚੱਲਦਾ ਇੰਨਾ ਕੁ ਨਹੀਂ ਚੱਲਦਾ ਵੀ ਸਰਕਾਰ ਨਾਲ ਮਿਲ ਕੇ ਚੱਲਦਾ ਸਰਕਾਰ ਤੋਂ 2 ਕਦਮ ਅੱਗੇ ਹੋ ਕੇ ਚੱਲਦਾ ਆ ਹੁਣ ਵੀ ਤੁਸੀਂ ਸਾਨੂੰ ਅੱਜ ਦੇ ਯੁੱਗ ਨਾਲ ਦੇਖਣਾ ਚਾਹੀਦਾ ਆ ਜਿਹੜਾ ਗੋਦੀ ਮੀਡੀਆ ਹੋਣ ਵਾਲਾ ਮੋਦੀ ਨਾਲ ਜੁੜਿਆ ਹੋਇਆ
ਉਹ ਵੀ ਐਂ ਹੀ ਕਰਦਾ ਹੈਗਾ। ਹੁਣ ਸਾਨੂੰ ਪਤਾ ਲੱਗ ਗਿਆ। ਉਦੋਂ ਸਾਨੂੰ ਸਾਡੇ ਸਿੱਖਾਂ ਨੂੰ ਵੀ ਮੀਡੀਆ ਉੱਤੇ ਬਹੁਤ ਵਿਸ਼ਵਾਸ ਸੀ। ਲਿਖਤੀ ਅੱਖਰ ਉੱਤੇ ਸਾਡਾ ਪੁਰਾਣਾ ਸਦੀਆਂ ਦਾ ਵਿਸ਼ਵਾਸ ਤੁਰਿਆ ਆਉਂਦਾ। ਸਾਡੇ ਧਾਰਮਿਕ ਗ੍ਰੰਥ ਲਿਖਤੀ ਲੈਵਲ ਤੇ ਹੋਣ ਕਰਕੇ, ਤੇ ਉਦੋਂ ਹਜੇ ਲਿਖਤ ਦਾ ਪ੍ਰਿੰਟ ਮੀਡੀਆ ਹੁੰਦਾ ਸੀ, ਤੇ ਸਾਨੂੰ ਬਹੁਤ ਵਿਸ਼ਵਾਸ ਸੀ ਵੀ ਬਿਲਕੁਲ ਸੱਚ ਲਿਖਿਆ ਹੋਊ। ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਲਾਲਾ ਜਗਤ ਨੇ ਇੰਨਾ ਝੂਠ ਮਾਰੀ ਜਾਊਗਾ। ਲਾਲਾ ਜਗਤ ਨੇ ਸ਼ਰੇਆਮ ਝੂਠ ਬੋਲੂ, ਵੱਡੇ ਵੱਡੇ ਆਰਟੀਕਲ ਲਿਖਦਾ। ਤੁਸੀਂ ਉਹਨੂੰ ਦੇਖੋ ਵੀ ਲਾਲਾ ਜਗਤ ਨੇ ਉਹਨਾਂ ਦਿਨਾਂ ਵਿੱਚ ਇੱਕ ਜਗਬਾਣੀ ਸ਼ੁਰੂ ਕਰ ਲਿਆ ਸੀਗਾ, ਤੇ ਜਗਬਾਣੀ ਵਿੱਚ ਇੱਕ ਐਡੀਟੋਰੀਅਲ ਸੀ ਜਿੱਥੋਂ ਸਾਰੀ ਗੜਬੜ ਗੱਲ ਹੋਈ। ਉਹ ਵੱਡਾ ਐਡੀਟੋਰੀਅਲ ਲਿਖਦਾ, ਉਹਦੇ ਵਿੱਚ ਉਹਨੇ ਲਿਖਿਆ ਵੀ ਸਟੌੜਾ ਸਾਹਿਬ ਤੇ ਜਿਹੜਾ ਅਕਾਲ ਤਖਤ ਦਾ ਜਥੇਦਾਰ ਉਹਨਾਂ ਦੇ ਦਿਨਾਂ ਦੇ ਵਿੱਚ ਸੀਗੇ, ਉਹ ਜਾ ਰਹੇ ਸੀਗੇ ਬਾਹਰਲੇ ਸੱਦੇ ਤੇ, ਸਿੱਖਾਂ ਦੇ ਸੱਦੇ ਤੇ ਬਾਹਰ ਚੱਕਰ ਤੇ। ਉਹਦੇ 'ਚ ਲਿਖਿਆ ਵੀ ਇਹ ਦੇਸ਼ ਧਰੋਈ ਹੈ ਤੇ ਇਹਨਾਂ ਨੂੰ ਜਾਣ ਨਾ ਦਿੱਤਾ ਜਾਵੇ, ਰੋਕ ਲਿਆ ਜਾਵੇ। ਹੈ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਜਦੋਂ ਤੁਸੀਂ ਦੇਸ਼ ਧਰੋਹੀ ਕਿਹਾ, ਤੇ ਫਿਰ ਸਾਰੇ ਟਕਸਾਲ ਦੇ ਹੈੱਡਕੁਆਟਰ 'ਚ ਵੀ ਰੌਲਾ ਪਿਆ ਤੇ ਸੰਤ ਦੇ ਜਥੇ 'ਚ ਵੀ ਰੌਲਾ ਪਿਆ ਇਸ ਗੱਲ ਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਡਿਵੈਲਪਮੈਂਟ ਹੋਈਆਂ, ਉਹਨਾਂ ਦੇ ਪਿੱਛੇ ਇਹਨਾਂ ਦਾ ਜਿਹੜਾ ਵੱਖਰੇ ਕਿਸਮ ਦਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੁਣ ਮੰਨ ਲਈਏ ਮੋਟੇ ਲੈਵਲ ਤੇ ਅਸੀਂ 3 ਗੱਲਾਂ ਕਹਿੰਦੇ ਆ, ਜਿਹੜਾ ਖੜੇ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਸਿੱਖ ਵੱਖਵਾਦੀ ਹੈ, ਅੱਤਵਾਦੀ ਹੈ, ਤੇ ਪਾਕਿਸਤਾਨ ਦੇ ਕਹੇ ਇਹ ਸਾਰਾ ਕੁਛ ਕਰਦੇ ਆ। ਤਿੰਨੇ ਗੱਲਾਂ ਸ਼ੁਰੂ ਪਾਕਿਸਤਾਨ ਦੇ ਕਹੇ ਕੁਛ ਨਹੀਂ ਸੀ, ਸਿੱਖਾਂ ਦੀਆਂ ਆਪ ਦੀਆਂ ਮੰਗਾਂ ਸੀ। ਸਿੱਖਾਂ ਦੀਆਂ ਮੰਗਾਂ 47 ਤੋਂ ਪਹਿਲਾਂ ਦੀਆਂ ਸੀ, ਜਿਨ੍ਹਾਂ ਤੋਂ ਇਹ ਮੁੱਕਰੇ ਸੀਗੇ, ਤੇ ਉਹ ਮੰਗਾਂ ਨੂੰ ਇਹਨਾਂ ਨੇ ਐ ਖਤਮ ਕਰਨ ਲਈ ਤੇ ਇਹ ਸਾਰਾ ਕੁਛ ਇਸ ਲੈਵਲ ਦਾ ਕੀਤਾ। ਉਹਨੂੰ ਫਿਰ ਪ੍ਰੂਵ ਕਰਨ ਲਈ ਇਹ ਨਿੱਕੀ ਜਿਹੀ ਗੱਲ ਨੂੰ ਬਹੁਤ ਹਾਈਲਾਈਟ ਕਰ ਦਿੰਦੇ ਸੀਗੇ ਤੇ ਸਪੈਸ਼ਲ ਲਾਇਆ। ਤੇ ਮੇਰੇ ਹੁਣ ਹਜੇ ਤੱਕ ਉਸ ਦੀ ਖਾਨਵੀ ਆ ਜਿਹੜਾ ਉਹ ਸਾਹਿਤਕਾਰ ਵੀ ਹੈ, ਤੇ ਇਹਨਾਂ ਦਾ ਉਰਦੂ ਅਖਬਾਰਾਂ 'ਚ ਕੰਮ ਵੀ ਕਰਦਾ ਰਿਹਾ ਲੰਬਾ ਸਮਾਂ, ਤੇ ਉਸ ਦੀ ਕਿਤਾਬ ਲਿਖੀ ਹੈ ਵੀ ਮੇਰੀ ਉਰਦੂ ਅਖਬਾਰ ਨਵੀਸੀ। ਉਹ ਪੰਜਾਬ ਕੇਸਰੀ 'ਚ ਕੰਮ ਕਰਦਾ ਰਿਹਾ। ਉਹਦੀ ਕਿਤਾਬ ਮੇਰੇ ਕੋਲ ਹੈ, ਮੈਂ ਪੜ੍ਹੀ, ਉਹਨੂੰ ਕੋਟ ਵੀ ਕੀਤਾ ਕਈ ਵਾਰੀ। ਉਹਨੇ ਲਿਖਿਆ ਵੀ ਸਾਨੂੰ ਕਿਹਾ ਜਾਂਦਾ ਸੀ ਵੀ ਤੁਸੀਂ ਝੂਠ ਐਂ ਬਣਾ ਕੇ ਵੱਡੀ ਗੱਲ ਕਰਦਾ, ਜਿਵੇਂ ਨਿਰੰਕਾਰੀ ਕਾਂਡ ਹੋਇਆ ਤਾਂ ਉਹ ਲਿਖਦਾ ਵੀ ਅਸੀਂ ਕਿਹੜਾ ਐਂ ਕਿਹਾ ਵੀ ਸਿੱਖਾਂ ਨੇ ਮਾਰਤੇ ਨਿਰੰਕਾਰੀ। ਇੱਕ ਪਹਿਲੇ ਦਿਨ ਖਬਰ ਇਹ ਚਲਾਈ, ਤੇ ਸਾਰਾ ਕੁਝ ਰਿਕਾਰਡ ਤੇ ਆ ਗਿਆ। ਹੁਣ ਸਭ ਨੂੰ ਪਤਾ ਵੀ ਇਹ ਝੂਠ ਕਿਵੇਂ ਕਰਦੇ ਸੀ, ਝੂਠ ਦੀਆਂ ਦੁਕਾਨਾਂ ਸੀ ਸਾਰੀਆਂ, ਤੇ ਪ੍ਰੈਸ ਨੇ ਸਰਕਾਰ ਤੋਂ ਫਾਇਦਾ ਲੈਣਾ ਸੀ। 2 ਕਦਮ ਅੱਗੇ, ਅੰਗਰੇਜ਼ੀ 'ਚ ਕਿਹਾ ਜਾਂਦਾ ਮੋਰ ਲੋਇਲ ਦੈਨ ਦਾ ਕਿੰਗ। ਇਹ ਉਦੋਂ ਵੀ ਜ਼ਿਆਦਾ ਸਾਰਾ ਗੱਲ ਕਰਦੇ ਸੀ, ਇਸ ਕਰਕੇ ਇਹਨਾਂ ਨੇ ਬਿਲਡਅਪ ਕੀਤਾ ਸਾਰਾ ਕੁਛ। ਤੇ ਜਿਵੇਂ ਹੁਣ ਦਰਬਾਰ ਸਾਹਿਬ ਨੂੰ ਇਹਨਾਂ ਨੇ 84 ਦੇ ਉਸ ਤੇ ਫੌਜ ਭੇਜਣ ਤੋਂ ਪਹਿਲਾਂ ਹੀ ਵੀ ਇਹ ਕ੍ਰਿਮੀਨਲਾਂ ਦਾ ਅੱਡਾ ਹੈ, ਬੰਦੇ ਮਾਰ ਕੇ ਇੱਥੇ ਅੰਦਰ ਚਲੇ ਜਾਂਦੇ ਆ, ਇੱਥੇ ਜਨਾਨੀਆਂ ਦੀ ਬੇਹੁਰਮਤੀ ਹੁੰਦੀ ਆ, ਇਹ ਲਾਸਟ ਤੱਕ ਸਾਰਾ ਕੁਝ ਕਰਦੇ, ਜਦੋਂ ਕਿ ਹਾਲਾਂਕਿ ਕੋਈ ਗੱਲ ਨਹੀਂ ਸੀ। ਦਰਬਾਰ ਸਾਹਿਬ ਦੇ ਵਿੱਚ ਇੱਕ ਦੂਜੇ ਗਰੁੱਪਾਂ ਦੀ ਇੱਕ ਦੂਜੇ ਤੇ ਇੰਨੀ ਜ਼ਿਆਦਾ ਸਰਵੇਲੈਂਸ ਸੀ, ਧਿਆਨ ਸੀ ਸਾਰਾ, ਵੀ ਕੋਈ ਉੱਥੇ ਬਦਫੈਲੀ ਕਰਕੇ ਬਚ ਨਹੀਂ ਸੀ ਜਾ ਸਕਦਾ, ਉਹਨੂੰ ਕੋਈ ਉੱਥੇ ਹੀ ਮਾਰ ਦਿੰਦਾ। ਇਸ ਕਿਸਮ ਦਾ ਸੀਗਾ ਸਾਰਾ ਸਿਸਟਮ। ਕਿਉਂਕਿ ਇਹੋ ਜਿਹੇ ਧਾਰਮਿਕ ਸਥਾਨਾਂ ਵਿੱਚ ਪਤਾ ਨਹੀਂ ਹੁੰਦਾ ਵੀ ਕਿਹੜੇ ਬੰਦੇ ਨੇ ਕੀ ਕਰ ਦੇਣਾ ਹੁੰਦਾ ਜੇ ਕੋਈ ਗਲਤ ਕੰਮ ਕਰੇ। ਇਸ ਕਰਕੇ ਸਾਰਾ ਕੁਝ ਪ੍ਰੈਸ ਨੇ ਐਂ ਫੈਲਾਇਆ। 3 ਜਾ ਕੇ ਮੋਟੀਆਂ ਗੱਲਾਂ ਖੜੀਆਂ ਕੀਤੀਆਂ ਇਹੀ ਇਹਨਾਂ ਨੇ, ਤੇ ਇਹਦੇ ਉੱਤੇ ਇਹਨਾਂ ਨੇ ਗਰਾਊਂਡ ਤਿਆਰ ਕੀਤੀ ਦਰਬਾਰ ਸਾਹਿਬ ਉੱਤੇ ਆ ਜਿਹੜਾ ਜੂਨ 84 ਵਿੱਚ ਹਮਲਾ ਕਰਨ ਦੀ। ਇੱਕ ਜਿਹੜੀ ਚੀਜ਼ ਮੀਡੀਆ ਵੱਲੋਂ ਉਭਾਰੀ ਗਈ ਕਿ ਪੰਜਾਬ ਦੇ ਵਿੱਚ ਕੱਟੜ ਸਿੱਖਾਂ ਵੱਲੋਂ ਜਾਂ ਕੱਟੜਪੰਥੀ ਜਾਂ ਟਕਸਾਲ ਵੱਲੋਂ ਹਿੰਦੂਆਂ ਨੂੰ ਮਾਰਿਆ ਜਾ ਰਿਹਾ, ਇਸ ਚੀਜ਼ ਨੂੰ ਬੜਾ ਵੱਡੇ ਪੱਧਰ ਤੇ ਫਿਰ ਜਨ ਸੰਘ ਵੱਲੋਂ ਮਾਰਚ ਕੱਢੇ ਜਾਂਦੇ ਆ ਕਿ ਪੰਜਾਬ ਨੂੰ ਬਚਾਉਣ ਲਈ ਆਰਮੀ ਭੇਜੋ। ਵੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਸ ਪੱਧਰ ਦੀ ਵਾਇਲੈਂਸ ਹਿੰਦੂਆਂ ਦੇ ਅਗੇਂਸਟ ਸੀ? ਦੇਖੋ ਹਿੰਦੂ ਘੱਟ ਮਾਰੇ ਗਏ ਆ, ਸਿੱਖ ਹੀ ਜ਼ਿਆਦਾ ਮਰੇ ਆ। ਸਾਰੀ ਗੱਲ, ਭਾਵੇਂ ਕੋਈ ਸਿੱਖਾਂ ਨੇ ਮਾਰੇ ਆ ਜਾਂ ਸਿੱਖਾਂ ਨੇ ਕੋਈ ਸਿੱਖ ਗਲਤ ਕੰਮ ਕਰਦੇ ਮਾਰੇ ਆ ਜਾਂ ਸਰਕਾਰ ਨਾਲ ਜੁੜੇ ਮਾਰੇ ਆ ਜਾਂ ਕੋਈ ਵੀ ਕਿਸੇ ਵੀ ਲੈਵਲ ਤੇ ਮਾਰੇ ਆ, ਕਿਸੇ ਮੂਵਮੈਂਟ ਚੱਲਦੀ ਵੇਲੇ ਸਾਰਾ ਕੁਝ ਹੁੰਦਾ ਉਹ ਹੋਇਆ, ਤਾਂ ਉਹਦੇ ਵਿੱਚ ਹਿੰਦੂ ਘੱਟ ਮਾਰੇ ਗਏ। ਹਿੰਦੂ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਜਿਸ ਤਰੀਕੇ ਨਾਲ ਬਾਹਰ ਜਾ ਕੇ ਇਹ ਕਰਾਊਡ 'ਚ ਆ ਕੇ ਤੇ ਫਿਰਕਾ ਪ੍ਰਸਤੀ ਕਰਦੇ ਆ। ਤੁਹਾਨੂੰ ਪਤਾ ਵੀ ਘੱਟੋ ਘੱਟ ਰਿਕਾਰਡਡ ਜਿਹੜੇ ਰਾਈਟਸ ਹੋਏ ਆ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ 47 ਤੋਂ ਬਾਅਦ ਆਜ਼ਾਦ ਦੇਸ਼ ਦੇ ਵਿੱਚ ਉਹ 11,500 ਹੈ।
ਵੱਡੇ ਵੱਡੇ ਜਿਹੜੇ ਰਿਕਾਰਡ ਹੋਏ ਆ, ਉਹਨਾਂ ਸਾਰਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ ਦੂਜੇ ਤੇ ਹਮਲਾ ਕਰਦੇ ਆ। ਇੱਕ ਸਿੱਖ ਨੇ ਕਦੇ ਇਕੱਠੇ ਹੋ ਕੇ ਹਿੰਦੂਆਂ ਤੇ ਹਮਲਾ ਨਹੀਂ ਕੀਤਾ। ਇੱਕ ਦਿਖਾ ਦੇਣ 84 ਵਾਲੇ ਨਵੰਬਰ 84 ਦੇ ਵਿੱਚੋਂ GVS ਸਿੱਧੂ ਖੁਦ ਬੜੀ ਮੁਸ਼ਕਲ ਨਾਲ ਦਿੱਲੀ 'ਚ ਬਚਿਆ ਸੀ ਸਿਰ ਤੇ ਪੱਗ ਹੋਣ ਕਰਕੇ। ਉਹ ਲਿਖਦਾ ਵੀ ਇਹ ਕਹੀ ਜਾਂਦੇ ਵੀ 3000 ਬੰਦਾ ਮਰਿਆ, ਪਰ ਮੈਂ ਓਪਨਲੀ ਕਹਿੰਦਾ ਵੀ ਬੰਦਾ 7-8 ਹਜ਼ਾਰ ਦੇ ਨੇੜੇ ਤੇੜੇ ਮਰਿਆ। ਉਹ ਲਿਖੀ ਜਾਂਦਾ, ਉਹ ਰਿਕਾਰਡ ਹੋਣਾ ਇੰਨੇ ਸਾਲਾਂ ਬਾਅਦ। ਤੇ ਇੰਨੇ ਬੰਦੇ ਮਾਰ ਕੇ, ਇੰਨੇ ਬੰਦਿਆਂ ਦੇ ਘਰ ਸਾੜ ਹੋਰ ਸਾਰਾ ਕਰਕੇ, ਉਹਨਾਂ ਦੇ ਸਾਰਿਆਂ ਦੇ ਲਿੰਕ ਇੱਥੇ ਪੰਜਾਬ 'ਚ ਸੀਗੇ ਬਹੁਤਿਆਂ ਦੇ। ਤੇ ਫਿਰ ਵੀ ਇੱਥੇ ਪੰਜਾਬ ਵਿੱਚ ਅਸੀਂ ਨਾਲ ਦੇ ਗੁਆਂਢੀ ਹਿੰਦੂ ਨੂੰ ਨਹੀਂ ਸਿੱਖਾਂ ਨੇ ਮਾਰਿਆ। ਕੋਈ ਉੱਠ ਕੇ ਇਕੱਠੇ ਹੋ ਕੇ ਨਹੀਂ ਰਿਹਾ। ਜੇ ਕਿਸੇ ਨੇ ਕੁਝ ਘਟਨਾਵਾਂ ਹੋਈਆਂ, ਜਿਵੇਂ ਹੁਣ ਤੁਹਾਡੇ ਬਟਾਲੇ ਉਧਰਲੇ ਗੁਰਦਾਸਪੁਰ 'ਚ 2-3 ਮੈਂ ਉਹ ਕਵਰ ਕੀਤੀ ਆ, 8 ਬੰਦੇ ਬੱਸ 'ਚੋਂ ਕੱਢ ਕੇ ਮਾਰੇ ਸੀ, 1-2 ਥਾਂ ਹੋਰ ਹੋਈਆਂ। ਉਹ ਇਹ ਹੁਣ ਗਰੁੱਪ ਹਥਿਆਰਬੰਦ ਗਰੁੱਪ ਸੀ, ਉਹਨਾਂ ਨੇ ਆਪਦੇ ਗੁੱਸੇ ਲੈਵਲ ਤੇ 5-4 ਘਟਨਾਵਾਂ ਹੋਈਆਂ। ਕਿੱਥੇ ਹੁੰਦਾ ਵੀ ਸਾਰੇ ਲੋਕ ਉੱਠ ਕੇ ਸਿੱਖ ਇਕੱਠੇ ਹੋ ਕੇ ਪੈ ਜਾਣ, ਉਹ ਹੁੰਦੀ ਹੈ ਫਿਰਕਾ ਪ੍ਰਸਤੀ। ਇਸ ਕਰਕੇ ਸਿੱਖਾਂ ਵਿੱਚ ਫਿਰਕਾ ਪ੍ਰਸਤੀ ਵਾਲੀ ਗੱਲ ਉੱਠੀ ਨਹੀਂ, ਜ਼ੋਰ ਲਾ ਹਟੇ ਨਹੀਂ ਉੱਠੀ, ਹੈ ਨਹੀਂ, ਅੱਜ ਵੀ ਨਹੀਂ ਹੈ। ਇਸ ਕਰਕੇ ਹਿੰਦੂ ਅਸੀਂ ਨਹੀਂ ਕਹਿ ਸਕਦੇ ਹਿੰਦੂਆਂ ਨੂੰ ਸਿੱਖਾਂ ਨੇ ਇੱਥੇ ਮਾਰਿਆ। ਉਹ ਮਾਰੇ ਤਾਂ ਬਹੁਤੇ ਸਿੱਖ ਗਏ ਆ, ਇਹਦੇ ਵਿੱਚ ਤਾਂ ਹੁਣ ਰਿਕਾਰਡ ਪਿਆ ਗਾ ਉਹਦੇ ਵਿੱਚ, ਤੇ ਗਿਣਤੀ ਨਹੀਂ ਦੱਸ ਸਕਦੇ, ਜੇ ਲੱਭਣਾ ਹੋਵੇ ਪਤਾ ਹੈ ਸਾਰਾ ਰਿਕਾਰਡ ਹੈਗਾ। ਇੱਕ ਮਹਾਸ਼ਾ ਪ੍ਰੈਸ ਜੋ ਪੰਜਾਬੀ ਸੂਬਾ ਮੂਵਮੈਂਟ ਦੇ ਸਮੇਂ ਤੋਂ ਜਾਂ RS ਮਾਈਨਸ ਸੰਬੰਧਿਤ ਪ੍ਰੈਸ ਆ, ਵੀ ਉਹ ਸਿੱਖਾਂ ਦੀਆਂ ਜਾਇਜ਼ ਮੰਗਾਂ ਦਾ ਵੀ ਸਿੱਧੇ ਢੰਗ ਨਾਲ ਵਿਰੋਧ ਕਰਦੀ ਰਹੀ ਹੈ। ਇਸ ਤੋਂ ਇਲਾਵਾ ਪੰਜਾਬ 'ਚ ਲੈਫਟ ਨਾਲ ਸੰਬੰਧਿਤ ਪ੍ਰੈਸ ਵੀ ਹਿੰਦੁਸਤਾਨ 'ਚ ਸਟੈਬਲਿਸ਼ ਸੀ। ਬਿਲਕੁਲ। ਉਹਦਾ ਕਿਹੋ ਜਿਹਾ ਰੋਲ ਰਿਹਾ? ਦੇਖੋ, ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਮੈਂ ਇੱਕ ਇਹਦੇ ਤੇ ਗੱਲ ਕਰਨਾ ਚਾਹੁੰਦਾ ਵੀ ਇਹ ਤੁਸੀਂ 56 'ਚ ਹੋਰ ਸੂਬੇ ਵੀ ਬਣਾਤੇ ਆ ਲੈਂਗੁਏਜ ਬੇਸ ਤੇ। ਜਦੋਂ ਪੰਜਾਬ ਦੀ ਗੱਲ ਆਈ ਤੇ ਸ਼ਾਹ ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈ ਵੀ ਇੱਥੇ ਪੰਜਾਬ 'ਚ ਪੰਜਾਬੀ ਸੂਬਾ ਬਣਨਾ ਹੀ ਨਹੀਂ ਚਾਹੀਦਾ, ਉਹਨੇ ਰਿਜੈਕਟ ਕਰਤਾ ਪੰਜਾਬੀ ਸੂਬੇ ਦੀ ਡਿਮਾਂਡ ਨੂੰ। ਅੱਛਾ, ਫਿਰ ਜਦੋਂ ਪੰਜਾਬੀ ਸੂਬੇ ਦੀ ਗੱਲ ਉੱਠੀ ਸਾਰੀ, ਤੇ ਨਹਿਰੂ ਕਹਿੰਦਾ ਵੀ ਮੈਂ ਬਣ ਨਹੀਂ ਦਿੰਦਾ, ਉਹਨੇ ਜਿਉਂਦੇ ਹੁੰਦੇ ਬਣਨ ਵੀ ਨਹੀਂ ਦਿੱਤਾ। ਤੇ ਉਹ ਇਹ ਕਹਿੰਦੇ ਰਹੇ ਵੀ ਇਹ ਪੰਜਾਬੀ ਸੂਬਾ ਦੀ ਡਿਮਾਂਡ ਨਹੀਂ, ਇਹ ਵੱਖਰੇ ਹੋਣ ਦੀ ਡਿਮਾਂਡ ਹੈ। ਪਹਿਲੇ ਦਿਨ ਤੋਂ ਉਸੇ ਲੈਵਲ ਤੇ ਬਾਅਦ 'ਚ ਕਹਿੰਦੇ ਰਹੇ। ਇਹਦਾ ਨਹਿਰੂ ਹੁੰਦੇ ਹੀ ਕਹਿਣਾ ਸ਼ੁਰੂ ਕਰਤਾ ਸੀ ਸਾਰਾ ਕੁਝ। ਇਸ ਕਰਕੇ ਇਹ ਸਾਰਾ ਜਿਹੜਾ ਚੱਕਰ ਚਲਾਇਆ ਗਿਆ, ਇਹ ਸਾਰਾ ਸਿੱਖਾਂ ਨੂੰ ਸੈਪਰੇਟ ਕਰਨ ਦੀ 2 ਗੱਲਾਂ ਕੀਤੀਆਂ ਸਾਰੀਆਂ, ਵੀ ਸਿੱਖ ਛੋਟੀ ਕਮਿਊਨਿਟੀ ਹੈ, ਇਹਦਾ ਵੱਡੇ ਦੇਸ਼ ਦੇ ਜਿਹੜੀ ਟੋਟਲ ਇਲੈਕਸ਼ਨ ਸਿਸਟਮ ਹੈਗਾ, ਜੋ ਟੋਟਲ ਪਾਵਰ ਸਿਸਟਮ ਤੋਂ ਜ਼ਿਆਦਾ ਅਸਰ ਨਹੀਂ ਪੈਣਾ, ਇਹ ਨਾ ਵੀ ਇਹ ਸਾਡੇ ਹੱਕ 'ਚ ਰਹਿਣਗੇ। ਤਾਂ ਫਿਰ ਇਹਨਾਂ ਨੇ ਹਿੰਦੂ ਸਮਾਜ ਨੂੰ ਇਕੱਠਾ ਕਰਨ ਦੇ ਲਈ ਸਾਰਾ ਵੱਡਾ ਨੈਰੇਟਿਵ ਬੰਨਿਆ ਵੀ ਇਹ ਦੇਸ਼ ਨੂੰ ਤੋੜ ਰਹੇ ਆ, ਦੇਸ਼ ਵਿੱਚ ਬੜੀ ਮੁਸ਼ਕਲ ਨਾਲ ਅਸੀਂ ਡੈਮੋਕ੍ਰੇਸੀ ਲਿਆਂਦੀ ਆ ਉਹਨੂੰ ਤਬਾਹ ਕਰ ਰਹੇ ਆ, ਤੇ ਇਹ ਪਾਕਿਸਤਾਨ ਦੇ ਇਸ਼ਾਰੇ ਤੇ ਕਰ ਰਹੇ ਆ। ਤੇ ਪਾਕਿਸਤਾਨ ਕਹਿ ਦਿਓ, ਮੁਸਲਮਾਨ ਕਹਿ ਦਿਓ, ਉਹਦੇ 'ਚ ਹਿੰਦੂ ਸਮਾਜ ਸਾਰਾ ਇਕੱਠਾ ਹੋ ਜਾਂਦਾ, ਤੇ ਉਹ ਇਕੱਠਾ ਹੋ ਗਿਆ। ਉਹਦਾ ਹੁਣ ਰਿਜ਼ਲਟ ਦੇਖ ਲਓ ਵੀ ਉਹ ਅਸੀਂ ਜਿਹੜਾ ਸਿੱਖਾਂ ਨੇ, ਪੰਜਾਬ ਵਾਲਿਆਂ ਨੇ ਅਸੀਂ ਕੁਰਬਾਨੀ ਦਿੱਤੀ, ਸਾਡਾ ਖੂਨ ਡੁੱਲਿਆ, ਸਾਡਾ ਨੁਕਸਾਨ ਹੋਇਆ ਸਿੱਖਾਂ ਦੇ 84 ਦੇ ਵਿੱਚ। 84 ਸਾਡੇ ਲਈ ਬਹੁਤ ਮਾੜਾ ਸਾਲ ਸੀਗਾ, ਪਰ ਇਹਦੇ ਨਾਲ ਦੇਸ਼ ਦੀ ਸੈਕੂਲਰਿਜ਼ਮ ਗਿਆ। ਹੁਣ ਜਿਹੜਾ ਤੁਸੀਂ ਕੀਤਾ ਵੀ ਇਹਦੀ ਗੱਲ ਲੈਫਟ ਮੀਡੀਆ ਦੀ, ਲੈਫਟ ਦੇ ਤਾਂ ਬਿਲਕੁਲ ਹੀ ਲੈਫਟ ਨੂੰ ਤਾਂ ਸਮਝ ਹੀ ਘੱਟ ਸੀਗੀ। ਲੈਫਟ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਚੱਕਰ ਤੇ ਉਸੇ ਦੇ ਗੱਲ ਪੈ ਗਿਆ ਸਾਰਾ ਵੀ ਇੰਦਰਾ ਗਾਂਧੀ ਸੈਕੂਲਰ ਹੈ। ਪਹਿਲਾਂ ਵੀ ਕਾਫੀ ਦੇਰ ਤੋਂ ਚੱਲਦਾ ਸੀ ਕਾਂਗਰਸ ਦੇ ਵਿੱਚ ਲੈਫਟ ਦਾ ਇੱਕ ਹਿੱਸਾ, ਸੋਸ਼ਲਿਸਟ ਜਿਹੜੇ ਹੁੰਦੇ ਸੀ ਉਹ ਸਾਰੇ ਕਾਂਗਰਸ 'ਚ ਜੁਆਇਨ ਕਰਦੇ ਸੀ, ਉਹ ਰਹਿੰਦੇ ਸੀ ਕਾਂਗਰਸ ਦੇ ਵਿੱਚ। ਤੇ ਫਿਰ ਵੀ ਉਹ ਕਾਂਗਰਸ 'ਚ ਆ ਕੇ ਵੀ ਦੇਸ਼ ਨੂੰ ਏਕਤਾ ਤੇ ਅਖੰਡਤਾ ਰੱਖਣੀ ਹੈ, ਕਾਇਮ ਰੱਖਣਾ ਦੇਸ਼, ਤੇ ਉਹਦੇ ਵਿੱਚ ਉਹ ਵੀ ਇਸੇ ਬਿਨਾਂ ਜਾਣੇ ਪਛਾਣੇ ਤੋਂ, ਬਿਨਾਂ ਕੋਈ ਸੋਚੇ ਤੋਂ ਸਮਝੇ ਤੋਂ। ਸਾਨੂੰ ਹੈਰਾਨੀ ਵਾਲੀ ਗੱਲ ਹੁੰਦੀ ਹੈ ਜਿਹੜੀ ਉਪਾਧਿਆ ਰਿਪੋਰਟ ਹੈ, ਜਿਹੜੀ ਉਪਾਧਿਆ ਤੇ ਜੋਸ਼ੀ ਦੀ ਰਿਪੋਰਟ ਹੈ, ਜੋਸ਼ੀ ਸੀ ਉਹਨਾਂ ਵੇਲੇ ਜਨਰਲ ਸੈਕਟਰੀ 45-46 ਦੇ ਵਿੱਚ CPI ਦਾ, CPI ਇੱਕੋ ਪਾਰਟੀ ਹੁੰਦੀ ਸੀ, ਉਹਦੀ ਰਿਪੋਰਟ ਹੈ। ਉਹਨੇ ਕਿਹਾ ਸੀ ਵੀ ਦੇਸ਼ ਹੁਣ ਆਜ਼ਾਦ ਹੋਣ ਜਾ ਰਿਹਾ, ਹੁਣ ਬਿਲਕੁਲ ਕਲੀਅਰ ਹੋ ਗਿਆ ਸੀ 1945 ਵਿੱਚ ਸੈਕੰਡ ਵਰਲਡ ਵਾਰ ਪਿੱਛੋਂ ਵੀ ਇਹ ਹੁਣ ਅੰਗਰੇਜ਼ ਇਕੱਠਾ ਨਹੀਂ ਰੱਖ ਸਕਣਗੇ। ਉਹਦੀ ਰਿਪੋਰਟ ਦੇ ਮੁਤਾਬਕ 17 ਹਿੱਸੇ ਦੇਸ਼ ਦੇ ਹੋਣੇ ਸੀ, ਰਿਕਾਰਡ ਤੇ ਪਈ ਆ ਰਿਪੋਰਟ ਸਾਰੀ। ਉਹਨੇ ਕਿਹਾ ਸੀ ਪੰਜਾਬ ਦਾ ਵੱਖਰਾ ਹਿੱਸਾ ਕਰੋ, ਇਹ ਸਾਰਾ ਪੰਜਾਬ ਦਾ, ਜਿਹਨੂੰ ਕਹੀ ਜਾਂਦੇ ਵੀ ਹਰਕਿਸ਼ਨ ਸਰਜੀਤ ਨੇ ਹੋਮਲੈਂਡ ਦੀ ਮੰਗ ਕੀਤੀ ਸੀ, ਉਹ ਰਿਪੋਰਟ ਤਾਂ ਜੋਸ਼ੀ ਦੀ ਸੀ ਸਾਰੀ, ਉਪਾਧਿਆ ਨੇ ਲਿਖੀ ਸੀਗੀ, ਇੱਕ ਕਾਮਰੇਡ ਸੀ ਕੋਈ ਉਹਨਾਂ ਦਾ। ਤੇ ਇਸ ਕਰਕੇ ਇਹ ਸਾਰੀ ਗੱਲ ਦੇ ਪਏ ਹੋਣ ਦੇ ਬਾਵਜੂਦ ਵੀ ਜਦੋਂ ਉਹ ਬੰਦੇ ਆ ਕੇ ਨਹਿਰੂ ਵਾਲੀ 47 ਤੋਂ ਬਾਅਦ ਬੈਂਡ ਵੈਗਨ ਤੇ ਚੜ੍ਹ ਗਏ, ਨਹਿਰੂ ਨਾਲ ਜੁੜ ਗਏ, ਤਾਂ ਫਿਰ ਉਹ ਉੱਥੇ ਆ ਕੇ ਉਹਨਾਂ ਨੇ ਉਨਾ ਹੀ ਵਿਰੋਧ ਕੀਤਾ ਸਿੱਖਾਂ ਦਾ
ਜਿੰਨਾ ਕਿ ਦੂਜਿਆਂ ਨੇ ਕੀਤਾ ਹੁੰਦਾ ਕਿ ਲੈਫਟ ਵਾਲਿਆਂ ਨੇ। ਲੈਫਟ ਵਾਲੇ ਸਾਡੇ ਹੀ ਮੁੰਡੇ ਸੀ, ਸਾਡੇ ਜੋ ਬਣੇ ਸੀ, ਪਰਿਵਾਰ ਸੀ ਸਾਰੇ, ਤੇ ਸਾਡੇ ਹੀ ਲੋਕ ਸੀ ਸਾਰੇ। ਪਰ ਉਹ ਦੇਸ਼ ਦੀ ਏਕਤਾ ਤੇ ਅਖੰਡਤਾ, ਮਾੜਾ ਇਨੋਸੈਂਟ ਨੂੰ ਮਾਰ ਰਹੇ ਆ, ਇਹ ਸਾਰੇ ਕੁਝ ਦਾ ਪ੍ਰੋਪੇਗੈਂਡਾ ਪ੍ਰੈਸ ਨੇ ਬਿਲਡਅਪ ਕੀਤਾ ਸੀ। ਅਸੀਂ ਹੁਣ ਵੀ ਪ੍ਰੈਸ ਵਾਲੇ ਜਿਹੜੇ ਕਾਮਰੇਡ ਉਹ ਸਾਡੇ ਵੇਲੇ 'ਚ ਉਹਨਾਂ ਦਿਨਾਂ 'ਚ ਸਾਡੇ ਮਿਲਣ ਗਿਲਣ ਵਾਲੇ ਸੀ, ਅਸੀਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਕਦੇ ਘੋਖਿਆ ਵੀ ਇਹ ਪ੍ਰੈਸ ਰਿਲੀਜ਼ ਕੀ ਆਉਂਦੀ ਹੈ ਜਾਂ ਪੁਲਿਸ ਦੀ ਰਿਪੋਰਟ ਨੂੰ ਤੁਸੀਂ ਦੇਖਿਆ? ਜਿਵੇਂ ਹੁਣ ਮੈਂ ਕਹਿ ਸਕਦਾ ਵੀ ਅਸੀਂ ਜਦੋਂ ਉਦੋਂ ਪ੍ਰੈਸ ਕਾਨਫਰੰਸ ਸਾਡੀ ਉੱਥੇ ਕੋਤਵਾਲੀ ਵਿੱਚ ਰੋਜ਼ਾਨਾ ਹੁੰਦੀ ਸੀ, ਕੋਤਵਾਲੀ ਵਿੱਚ ਸਾਨੂੰ ਆ ਕੇ ਰੋਜ਼ ਰਿਪੋਰਟ ਦਿੰਦੇ ਫਲਾਣੇ ਥਾਂ ਆਉਂਦਾ, ਫਲਾਣੇ ਪੁਲ ਦੇ ਥੱਲੇ, ਪੁਲ ਦੇ ਕੋਲੋਂ ਦੀ ਲੰਘਣ ਲੱਗੇ ਸੀ, ਉਹਨਾਂ ਕੋਲ ਹਥਿਆਰ ਸੀਗਾ, ਉਧਰੋਂ ਪੁਲਿਸ ਨੇ ਗੋਲੀ ਚਲਾਈ, ਉਹਦੇ ਵਿੱਚ ਇੰਨੇ ਢੇਰ ਹੋ ਗਏ, ਉਹਦੇ 'ਚੋਂ ਆਹ ਮਿਲਿਆ। ਸ਼ਬਦ ਇਹੋ ਜਿਹੇ ਹੀ ਵਰਤੇ ਹੁੰਦੇ ਸੀ। ਅਸੀਂ ਫਿਰ ਹੱਸਦੇ ਹੁੰਦੇ ਸੀ ਵੀ ਇਹਦੇ ਨਾਲੋਂ ਤਾਂ ਇਹ ਕਰ ਦਿਓ ਵੀ ਤੁਸੀਂ ਇੱਕ ਪਰਫਾਰਮਾ ਬਣਾ ਦਿਓ, ਨਿੱਤ ਨਵਾਂ ਨਾਂ ਜਿੱਥੇ ਹੁੰਦਾ ਭਰ ਕੇ ਦੇ ਦਿਆ ਕਰੋ, ਇਬਾਰਤ ਉਹੀ ਆ। ਤਾਂ ਇਹੀ ਪੁਲਿਸ ਦੀ ਇਬਾਰਤ ਸੀ ਸਾਰੀ। ਅਸੀਂ ਪੁਲਿਸ ਇਹਨਾਂ ਨੂੰ ਲੈਫਟ ਵਾਲੇ ਜਿਹੜੇ ਹੁੰਦੇ ਸੀ ਲੋਕ, ਇਹਨਾਂ ਨੂੰ ਕਹਿੰਦੇ ਹੁੰਦੇ ਵੀ ਤੁਸੀਂ ਕਦੇ ਸੋਚਿਆ ਸੀਗਾ ਵੀ ਕੋਈ ਰਿਸਰਚ ਕਰਾਈਏ ਜਾਂ ਕਿਤੇ ਜਾ ਕੇ ਇਨਵੈਸਟੀਗੇਸ਼ਨ ਕਰੀਏ ਵੀ ਮਾਰੇ ਵੀ ਗਏ ਕਿ ਝੂਠੇ ਮੁਕਾਬਲੇ ਆ? ਇਹਨਾਂ ਨੇ ਬਿਲਕੁਲ ਦਿਮਾਗ ਨਹੀਂ ਵਰਤਿਆ, ਬਿਲਕੁਲ ਆਪਦੀ ਇਹਦੇ ਵਿੱਚੋਂ ਕੀ ਹੋਇਆ ਵੀ ਇਹ ਲੈਫਟ ਸਾਡੇ ਖਤਮ ਹੋਇਆ। ਮਾੜਾ ਜਿਹਾ ਆ ਮੋਰਚੇ ਨਾਲ, ਇਹ ਕਿਸਾਨ ਮੋਰਚੇ ਨਾਲ ਮਾੜੀ ਜਿਹੀ ਜਿੰਦ ਪਈ ਆ, ਇਹਨਾਂ 'ਚ ਜਾਨ ਆਈ ਆ, ਤੇ ਨਹੀਂ ਤਾਂ ਇਹਨਾਂ ਦਾ ਹਾਲ ਮਾੜਾ ਹੀ ਆ। ਸਾਰੇ ਦੇਸ਼ 'ਚੋਂ ਵੀ ਗਿਆ ਦੇਸ਼ ਵਿੱਚ, ਤੇ ਹੁਣ ਉਹ ਜਿਹੜਾ ਇਹਨਾਂ 'ਚੋਂ ਹਥਿਆਰਬੰਦ ਹੈ ਨੈਕਸਲਾਈਟ, ਉਹ ਵੱਖਰੀ ਗੱਲ ਹੈ। ਮੈਜੋਰਿਟੀ ਜਿਹੜਾ ਲੈਫਟ ਹੈ ਉਹਦਾ ਨੁਕਸਾਨ ਉਹ ਤਾਂ ਹੋਇਆ ਵੀ ਉਹਨਾਂ ਦੇ ਗਲਤ ਪਾਲਿਸੀਆਂ ਲਈਆਂ, ਜਿਹਦੇ ਵਿੱਚੋਂ ਸਿੱਖਾਂ ਦੇ ਵਿਰੁੱਧ ਖੜਾ ਹੋਣਾ ਵੀ ਪ੍ਰੈਸ ਖੜਾ ਹੋਣਾ ਵੀ ਜਿਹੜਾ ਲੈਫਟ ਦਾ, ਉਹ ਆਪਣੇ ਆਪ ਵਿੱਚ ਇੱਕ ਬੜਾ ਮਾੜਾ ਵਰਤਾਰਾ ਸੀਗਾ, ਜਿਹਦਾ ਉਹਨਾਂ ਨੂੰ ਵੀ ਖਿਮਾਜਾ ਭੁਗਤਣਾ ਪਿਆ। ਮੋਟੇ ਲੈਵਲ ਤੇ ਮੈਂ ਕਹੂੰਗਾ ਵੀ ਸਾਡੇ ਪੰਜਾਬ ਦੇ ਸਾਡੇ ਪੰਜਾਬ ਦੇ ਜੂਨ 84 ਨੇ ਜਾਂ 84 ਦੀਆਂ ਘਟਨਾਵਾਂ ਨੇ ਦੇਸ਼ ਦੀ ਸਾਰੀ ਪੋਲਿਟਿਕਸ ਦੇ ਵਿੱਚ ਕੁਆਲੀਟੇਟਿਵ ਸਿਫਤੀ ਤਬਦੀਲੀ ਕਰਤੀ। ਹੁਣ ਕੋਈ ਇੱਕ ਬੰਦਾ ਵੀ ਕਾਂਗਰਸੀ ਐਮਐਲਏ ਤੋਂ ਲੈ ਕੇ ਕਾਂਗਰਸੀ ਕਿਸੇ ਪਾਰਟੀ ਦਾ ਐਮਐਲਏ ਤੋਂ ਲੈ ਕੇ ਐਮਪੀਆਂ ਤੋਂ ਲੈ ਕੇ ਸਾਰਾ ਕੁਝ ਤੁਸੀਂ ਸਿਕਿਉਰਿਟੀਆਂ 'ਚ ਰਹਿੰਦੇ ਹੋ, ਸਿਕਿਉਰਿਟੀਆਂ ਦੇ ਖਰਚੇ ਵਧਾ ਲਏ। ਹੁਣ ਤੁਹਾਡੇ ਪੋਲੀਟੀਸ਼ੀਅਨ ਹੈ ਸਾਰੇ ਲੋਕਾਂ ਨਾਲੋਂ ਡਿਸਕਨੈਕਟ ਹੋ ਗਏ। ਹੁਣ ਇਹ ਡੈਮੋਕ੍ਰੇਸੀ ਹੈ, ਕਿਸੇ ਮੁਲਕ 'ਚ ਵੀ ਐਂ ਡੈਮੋਕ੍ਰੇਸੀ ਨਹੀਂ ਹੁੰਦੀ ਜਿਵੇਂ ਸਾਡੀ ਹੈ। ਤੇ ਇਸ ਕਰਕੇ ਇੱਕ ਕਲਾਸ ਕੱਢ ਲਈ ਗਈ ਵਿੱਚੋਂ, ਕਲਾਸ ਬਣ ਗਈ ਰੂਲਿੰਗ ਕਲਾਸ। ਉਹਦੇ ਵਿੱਚ ਕਾਂਗਰਸੀ, ਅਕਾਲੀ ਸਾਰੇ ਇਕੱਠੇ ਆ, ਬੀਜੇਪੀ ਵਾਲੇ, ਇੱਕ ਕਲਾਸ ਬਣ ਗਈ। ਇਹਦਾ ਜਿਹੜਾ ਵੱਡਾ ਨੁਕਸਾਨ ਅਸੀਂ ਡੈਮੋਕ੍ਰੇਸੀ ਦੀ ਤਬਦੀਲੀ ਕਰਨ ਦਾ, ਉਹਦੇ ਸਿਫਤੀ ਤਬਦੀਲੀ, ਉਹ ਸਾਡਾ ਜੂਨ 84 ਆ। ਕੁਛ ਤੁਹਾਡੀਆਂ ਕਿਤਾਬਾਂ 'ਚ ਤੁਹਾਡੇ ਸਪੀਚਾਂ 'ਚ ਜ਼ਿਕਰ ਮਿਲਦਾ ਕਿ ਕੁਛ ਇਹਨਾਂ ਨੇ ਕਹਿ ਲਓ ਕਿ ਮੋਨਿਟਰੀ ਵੀ ਫਾਇਦੇ ਲਏ ਆ ਲੈਫਟ ਨੇ, ਜਿਹਦੇ ਵਿੱਚ ਕੋਠੀਆਂ ਪਲਾਟਾਂ ਦਾ ਜ਼ਿਕਰ ਵੀ, ਇਹ ਜਿਹੇ ਲਾਲਚਾਂ ਦੇ ਵਿੱਚ ਵੀ ਉਹਨਾਂ ਨੇ ਸਟੇਟ ਦੇ ਨੈਰੇਟਿਵ ਨੂੰ ਅੱਗੇ ਪੁਸ਼ ਕੀਤਾ। ਇਹਦੇ ਬਾਰੇ ਕੁਝ ਥੋੜਾ ਜਿਹਾ ਦੇਖੋ। ਲੈਫਟ ਬਾਰੇ ਵੀ ਸੀ, ਜਦੋਂ ਕੋਈ ਨਾ ਬੰਦਿਆਂ ਕੋਲ ਸਟਰਗਲ ਨਾ ਕਰਦਾ ਹੋਵੇ ਕੋਈ, ਤਾਂ ਸਟਰਗਲ ਫਿਰ ਉਹ ਸਰਕਾਰ ਦੇ ਨੈਟਵਰਕ ਤੇ ਆ ਜਾਂਦਾ, ਏਜੰਸੀਆਂ ਦੇ ਨੈਟਵਰਕ ਤੇ ਆਉਂਦਾ। ਏਜੰਸੀਆਂ ਪੇ ਕਰਦੀਆਂ ਅਮਾਊਂਟ, ਇਹਨਾਂ ਕੋਲੇ ਅੰਨਾ ਅਮਾਊਂਟ ਇੱਥੇ ਦਿੱਲੀ ਦਾ ਆਇਆ, ਦਿੱਲੀ ਤੋਂ ਆਉਂਦਾ ਸੀ ਸਾਡੇ। ਤੇ ਜਿਵੇਂ ਸੁਰਿੰਦਰਨਾਥ ਜਿਹੜਾ ਗਵਰਨਰ ਸੀ, ਤੇ ਜਦੋਂ ਜਹਾਜ਼ ਉਹਦਾ ਕ੍ਰੈਸ਼ ਹੋਇਆ ਹਿਮਾਚਲ ਤੇ ਪਹਾੜ ਸਾਰਾ ਭਰ ਗਿਆ ਸੀ ਨੋਟਾਂ ਨਾਲ, ਨੋਟ ਕਰੰਸੀਆਂ ਨਾਲ। ਇਸ ਕਰਕੇ ਇਹ ਸਾਰੇ ਇਹਨਾਂ ਕੋਲੇ ਅਨਅਕਾਊਂਟਡ ਮਨੀ ਆਉਂਦੀ ਆ, ਤੇ ਪ੍ਰੈਸ ਵੀ ਲੈਂਦਾ ਰਿਹਾ। ਪ੍ਰੈਸ ਦੀ ਬਹੁਤ ਗਿਣਤੀ ਪੇਰੋਲ ਤੇ ਲੈਫਟ ਵਾਲੇ ਵੀ, ਜਿਹੜੇ ਵੀ ਸਰਕਾਰ ਵਾਲੇ ਪਾਸੇ ਖੜੇ ਸੀ, ਤੇ ਸਾਰਿਆਂ ਨੂੰ ਉਹ ਪੈਸੇ ਦਿੰਦੇ ਰਹੇ, ਤੇ ਪੈਸੇ ਲੈਂਦੇ ਵੀ ਰਹੇ, ਤੇ ਸਰਕਾਰ ਦਾ ਕੰਮ ਕਰਦੇ ਵੀ ਰਹੇ ਆ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪੈਸੇ ਲੈਣ ਵਾਲਾ ਕੰਮ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਾਲਾ ਵਰਤੀ ਦਾ ਕਿਵੇਂ ਹੈ। ਇਹ ਸਾਰਾ ਏਜੰਸੀਆਂ ਵਰਤਦੀਆਂ, ਏਜੰਸੀਆਂ ਨੇ ਬਹੁਤ ਕੰਮ ਕਰਨਾ। ਏਜੰਸੀ ਦਾ ਮੀਨਸ ਸਰਕਾਰ ਦੇ ਉਹ ਅੱਖ ਤੇ ਕੰਨਾਂ ਹੁੰਦੀਆਂ ਜਿਨ੍ਹਾਂ ਦੇ ਰਾਹੀਂ ਆਪਰੇਟ ਕਰਦੇ ਆ, ਕਰਦੀ ਸਰਕਾਰ ਆ, ਉਹਨੂੰ ਪਤਾ ਹੁੰਦਾ ਸਾਰਾ। ਉਸ ਸਮੇਂ ਇੱਥੇ ਇੰਟਰਨੈਸ਼ਨਲ ਮੀਡੀਆ ਜਾਂ ਨਿਊਜ਼ ਏਜੰਸੀਆਂ, AP ਹੋ ਗਈ ਜਾਂ BBC ਦੇ ਪੱਤਰਕਾਰ ਵੀ ਆਪਾਂ, ਜਾਂ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਉਹਨਾਂ ਨੇ ਕਿਸ ਹੱਦ ਤੱਕ ਨਿਆਂ ਕੀਤਾ ਕਿ ਉਹਨਾਂ ਦਾ ਨੈਰੇਟਿਵ ਵੀ ਭਾਰਤੀ ਸਟੇਟ ਦੇ ਪ੍ਰਭਾਵ ਹੇਠ ਸੀ ਕਿ ਜਾਂ ਕਿਸੇ ਹੱਦ ਤੱਕ ਉਹ ਨਿਊਟਰਲ ਰਹੇ ਨੇ? ਬਹੁਤ ਘੱਟ ਸੀਗੇ ਜਿਹੜੇ ਬੰਦੇ, ਮਤਲਬ ਕਿ ਵੀ ਅਸੀਂ ਕਹਿ ਦਈਏ ਵੀ ਉਹ ਭਾਰਤੀ ਸਟੇਟ ਤੋਂ ਬਖੇ। ਪਹਿਲੀ ਗੱਲ ਤਾਂ ਇਹ ਕਦੇ ਮੰਨ ਕੇ ਚੱਲੋ ਜਿਹਨੇ ਦਿੱਲੀ 'ਚ ਇਹਦਾ PIB ਦੇ ਥਰੂ ਆਪਰੇਸ਼ਨ ਦੇਖ ਲਿਆ ਪ੍ਰੈਸ ਦਾ, ਉਹ ਪ੍ਰੈਸ ਨੂੰ ਜੇ ਫਰਜ਼ ਕੀਤਾ BBC ਦਾ ਬੰਦਾ ਇੱਥੇ ਮਾਰਕਟੈਲੀ ਹੈ, ਮਾਰਕਟੈਲੀ ਜਿੰਨਾ ਚਿਰ ਤਾਂ ਇੰਡੀਅਨ ਐਸਟੈਬਲਿਸ਼ਮੈਂਟ ਦੇ ਮੁਤਾਬਕ ਉਹ ਰਿਪੋਰਟਿੰਗ ਕਰ ਰਿਹਾ ਰਹੂਗਾ ਇੱਥੇ, ਨਹੀਂ ਉਹਨੂੰ ਮਾਰਚਿੰਗ ਆਰਡਰ ਦੇ ਦੂ ਇੰਡੀਆ ਗਵਰਨਮੈਂਟ। ਇੱਥੇ ਜਿੰਨਾ ਪ੍ਰੈਸ ਸੀ ਸਾਰਾ, ਪਹਿਲੀ ਗੱਲ ਤਾਂ ਇੱਥੇ ਬਾਹਰਲੇ ਪ੍ਰੈਸ ਲਈ ਕੰਮ ਕਰਨ ਵਾਲੇ ਸਾਡੇ ਇੰਡੀਅਨ ਸੀ,
ਦਿੱਲੀ ਦੇ ਬੰਦੇ ਸੀਗੇ। ਇਹਨਾਂ ਦਾ ਫਿਰ ਉਹੀ ਇੱਕੋ ਇੱਕ ਇਹਨਾਂ ਦਾ ਪੋਇਜ਼ਨ ਹੋਇਆ ਮਾਈਂਡ ਸੀ ਸਿੱਖਾਂ ਵਿਰੁੱਧ, ਤੇ ਸਾਰਾ ਕੁਝ ਭੁੱਲ ਗਏ ਸੀ। ਤਾਂ ਇੱਥੋਂ ਤੱਕ ਸ਼ੁਰੂ ਕਰ ਲਿਆ ਸੀਗਾ ਵੀ ਜੀ 1857 ਦੇ ਗਦਰ ਵਿੱਚ ਇਹ ਅੰਗਰੇਜ਼ਾਂ ਨਾਲ ਖੜੇ, ਜੇ ਇਹ ਨਾ ਖੜਦੇ ਤਾਂ ਅਸੀਂ ਦੇਸ਼ ਗੁਲਾਮ ਨਾ ਹੁੰਦਾ। ਇੱਥੋਂ ਤੱਕ ਪਹੁੰਚ ਗਏ ਸੀ। ਹਰ ਗੱਲ ਨੂੰ ਡਿਸਟੋਰਟ ਕਰਕੇ ਇਹਨਾਂ ਨੇ ਦੇਖਿਆ, ਪ੍ਰੈਸ ਨੇ ਪੇਸ਼ ਵੀ ਕੀਤਾ ਡਿਸਟੋਰਟ ਕਰਕੇ। ਤੇ ਇਸ ਕਰਕੇ ਜਿਹੜੇ ਫਾਰਨ ਪ੍ਰੈਸ ਸੀ ਉਹਦੇ ਵਿੱਚ ਵੀ ਬਹੁਤ ਘੱਟ ਗੱਲ ਗਈ। ਜੇ ਕੋਈ ਬਾਹਰੋਂ ਵਿਜ਼ਿਟ ਕਰਨ ਵਾਲਾ ਬੰਦਾ ਆਇਆ ਤੇ ਉਹ ਆ ਕੇ ਕੋਈ ਉੱਥੇ ਰਿਪੋਰਟ ਬਾਹਰ ਜਾ ਕੇ ਫਾਈਲ ਕੀਤੀ ਤੇ ਉਹ ਸਹੀ ਵੀ ਹੋ ਸਕਦੀ ਸੀ, ਬੜਾ ਰੇਅਰ ਹੁੰਦਾ ਸੀ। ਇੱਥੇ ਰਹਿਣ ਵਾਲੇ ਬੰਦਿਆਂ ਨੇ ਤਾਂ ਉਹ ਉਸੇ ਤਰੀਕੇ ਨਾਲ ਕੀਤਾ ਜਿਵੇਂ ਇੱਥੋਂ ਵਾਲੇ ਕਰਦੇ। ਇਹਦੇ ਨਾਲ ਚੰਗਾ ਵੀ ਪੰਜਾਬ ਕੇਸਰੀ, ਜਗਬਾਣੀ ਤੇ ਆ ਜਿਹੜਾ ਮਹਾਸ਼ਾ ਪ੍ਰੈਸ ਹੈ ਇਹਦੇ ਨਾਲ ਥੋੜਾ ਜਿਹਾ ਬੈਟਰ ਤਾਂ ਇੱਕ ਇੰਗਲਿਸ਼ ਦਾ ਸਟਾਈਲ ਹੈਗਾ ਹੀ ਹੈ, ਉਹ ਇੰਗਲਿਸ਼ ਵਾਲੇ ਇਸ ਕਰਕੇ ਬੈਟਰ ਰੱਖਦੇ ਆ। ਪਰ ਇੰਡੀਆ ਗਵਰਨਮੈਂਟ ਉੱਤੇ ਉਂਗਲ ਨਹੀਂ ਉਠਾਈ ਸੀ ਕਿਸੇ ਨੇ। ਝੂਠੇ ਮੁਕਾਬਲਿਆਂ ਤੇ ਉਦੋਂ ਨਹੀਂ ਸੀ ਉਠਾਈ, 84 ਤੋਂ ਪਹਿਲਾਂ ਹੀ ਹੋਣ ਲੱਗ ਗਏ ਸੀ। ਕਿਸੇ ਨੇ ਇਹ ਉਂਗਲ ਨਹੀਂ ਸੀ ਉਠਾਈ ਵੀ ਭਾਈ ਇਹ ਅੰਦਰ ਜਾ ਕੇ ਜਾਂ ਆਹ ਸਾਰੀਆਂ ਏਜੰਸੀਆਂ ਕਰਵਾ ਕੀ ਰਹੀਆਂ, ਬਿਲਕੁਲ ਨਹੀਂ ਸੀ ਉਠਾਈ ਸਾਰੀ ਗੱਲ। ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਨੂੰ ਮਿਲਦੇ ਰਹੇ ਹੋ ਰਿਪੋਰਟਿੰਗ ਦੇ ਸਮੇਂ, ਹੈ ਨਾ, ਆਪਣੀ ਜਦੋਂ ਤੁਸੀਂ ਉੱਥੇ ਕਵਰੇਜ ਕਰਦੇ ਸੋ UNI ਵਾਸਤੇ, ਕਿਵੇਂ ਦੀ ਸ਼ਖਸੀਅਤ ਸਨ ਉਹ? ਮਤਲਬ ਜਿਵੇਂ ਦਾ ਇੱਕ ਤਾਂ ਬਣਾਇਆ ਗਿਆ ਬਿੰਬ, ਇੱਕ ਉਹ ਲੋਕ ਨੇ ਜਿਹੜੇ ਉਹਨਾਂ ਨੂੰ ਸਭ ਕੁਝ ਮੰਨਦੇ, ਸ਼ਹੀਦ ਮੰਨਦੇ ਆ, ਇੱਕ ਉਹ ਆ ਜਿਹੜੇ ਵਿਲਨ ਮੰਨਦੇ ਆ। ਤੁਸੀਂ ਉੱਥੇ ਰਿਪੋਰਟਿੰਗ ਕਰਦੇ ਰਹੇ ਹੋ, ਤੁਸੀਂ ਦੱਸੋ ਆਪਣੇ ਐਕਸਪੀਰੀਅੰਸ। ਦੇਖੋ, ਮੇਰਾ ਤਾਂ ਸੰਤਾਂ ਨਾਲ ਬਿਲਕੁਲ ਬਹੁਤ ਨੇੜੇ ਦਾ ਸੰਬੰਧ ਵੀ ਰਿਹਾ। ਇਹ ਨਹੀਂ ਵੀ ਮੈਂ ਕੋਈ ਸੰਬੰਧ ਕਰਕੇ ਕੋਈ ਉਹਦੇ ਚੋਂ ਕ੍ਰੈਡਿਟ ਲੈਣਾ ਚਾਹੁੰਦਾ, ਪਰ ਮੈਂ ਮਤਲਬ ਕਿ ਵੀ ਤੁਸੀਂ ਉੱਥੇ ਰੱਖਦੇ ਹੁੰਦੇ ਹੋ ਗੱਲਬਾਤ ਜੇ ਤੁਹਾਨੂੰ ਦਿਲੋਂ ਚੰਗਾ ਲੱਗੇ। ਮੈਨੂੰ ਹੁਣ 35 ਸਾਲ ਬਾਅਦ ਵੀ ਮੈਂ ਸੰਤਾਂ ਨੂੰ ਮਿਲਦਾ ਸੀ, ਸੰਤਾਂ ਦੀ ਪਰਸਨੈਲਿਟੀ ਸੀ ਜਿਹੋ ਜੀ, ਤੇ ਮੇਰੀ ਉਹਨਾਂ ਨਾਲ ਇੱਕ ਤਰ੍ਹਾਂ ਦੀ ਇਕੁਏਸ਼ਨ ਬਣੀ ਵੀ ਸੀਗੀ ਸਾਰੀ, ਮੈਨੂੰ ਲੱਗਦਾ ਹੁੰਦਾ ਸੀਗਾ ਸਾਰਾ। ਤੇ ਕਈ ਗੱਲਾਂ ਤੇ ਇਸ ਕਰਕੇ ਮੈਂ ਤਾਂ ਸੰਤ ਨੂੰ ਕਹੂੰ ਵੀ ਉਹ ਬਹੁਤ ਸਟੈਂਡ ਤੇ ਖੜਾ ਹੋਣ ਵਾਲਾ ਵਿਅਕਤੀ ਸੀ ਤੇ ਉਹ ਖੜ ਕੇ ਦਿਖਾਇਆ। ਕਿਉਂਕਿ ਉਦੋਂ ਸਾਡੇ ਤੱਕ ਇਹ ਸੀ ਵੀ ਸਾਡੀ ਸਿੱਖ ਲੀਡਰਸ਼ਿਪ ਧੋਖਾ ਦਿੰਦੀ ਆਈ ਸੀ 47 ਤੋਂ ਪਹਿਲਾਂ ਵੀ ਤੇ 47 ਤੋਂ ਮਗਰੋਂ ਵੀ। ਸਿੱਖਾਂ ਬਹੁਤ ਦੁਖੀ ਸੀ। ਸੰਤ ਹਮੇਸ਼ਾ ਕਹਿੰਦਾ ਹੁੰਦਾ ਸੀ ਅਸੀਂ ਜਿੱਥੇ ਖੜ ਗਏ ਅਸੀਂ ਇਹ ਕਰਕੇ ਦਿਖਾਵਾਂਗੇ, ਭੱਜਾਂਗੇ ਨਹੀਂ ਇੱਥੋਂ। ਨਹੀਂ ਭੱਜਿਆ, ਸ਼ਹੀਦੀ ਪਾਈ ਹੈ। ਸੰਤ ਪੋਲੀਟਿਕਸ ਵੀ ਸਮਝਦਾ ਹੁੰਦਾ ਸੀ। ਵੇਖੋ, ਇੱਕ ਗੱਲ ਸੰਤ ਬਾਰੇ ਜਿਹੜਾ ਸਾਡੇ ਲੋਕਾਂ ਨੂੰ ਨਹੀਂ ਪਤਾ ਉਹ ਇਹ ਹੈ ਵੀ ਸੰਤ ਨੂੰ ਪਹਿਲੇ ਦਿਨਾਂ ਦੇ ਵਿੱਚ ਉਹਨਾਂ ਨੇ, ਕਾਂਗਰਸ ਨੇ ਆਪਦੇ ਅਕਾਲੀਆਂ ਨੂੰ ਥੱਲੇ ਲਾਉਣ ਲਈ, ਪੰਜਾਬ ਵਿੱਚ ਮਸਲਾ ਖੜਾ ਕਰਨ ਲਈ ਬੇਸ਼ੱਕ ਉਹਨਾਂ ਨੇ ਢਿੱਲ ਦਿੱਤੀ ਕੁਛ ਗੱਲਾਂ 'ਚ, ਪਰ ਉਹ ਸੰਤ ਜਿਵੇਂ ਹੋਰ ਡੇਰੇਦਾਰਾਂ ਨੂੰ ਵਰਤ ਲੈਂਦੇ ਹੁੰਦੇ, ਉਹ ਦਿੱਲੀ ਆ ਵਰਤ ਨਹੀਂ ਸਕਿਆ ਸੰਤ ਨੂੰ। ਸੰਤ ਡੇਰੇਦਾਰ ਤਾਂ ਸਾਡੇ ਹੁਣ ਵਰਤੇ ਜਾ ਰਹੇ ਆ ਸਾਰੇ। ਇੱਥੋਂ ਵਾਲੇ ਜਿਹੜੇ ਕਹਿੰਦੇ ਕਹਾਉਂਦੇ ਵੱਡੇ ਵੱਡੇ ਡੇਰੇਦਾਰ ਆ ਜਿੱਥੇ ਸੰਤਾਂ ਦੀ ਗੱਦੀ ਤੇ ਬੈਠਣ ਵਾਲੇ ਬੰਦੇ ਵੀ ਵਰਤੇ ਜਾ ਰਹੇ ਆ, ਪਰ ਸੰਤ ਨਹੀਂ ਵਰਤਿਆ ਗਿਆ। ਸੰਤ ਤੋਂ ਉਹ ਜਿਹੜੀ ਗੱਲ ਕਹਾਉਣਾ ਚਾਹੁੰਦੇ ਸੀ ਸੰਤ ਨੇ ਨਹੀਂ ਕਹੀ, ਲਾਸਟ ਮੂਮੈਂਟ ਤੱਕ ਨਹੀਂ ਕਹੀ ਸੰਤ ਨੇ। ਤੇ ਉਹ ਜਿਹੜਾ ਕੁਝ ਕਹਾਉਣਾ ਚਾਹੁੰਦੇ ਸੀ, ਜਿਹੜੀ ਉਹਨਾਂ ਨੇ ਬੋਗੀ ਖੜੀ ਕੀਤੀ ਸੀ ਸਾਰਾ, ਉਸ ਵੇਲੇ ਕਹਾਉਣਾ ਚਾਹੁੰਦੇ ਸੀ ਉਹਨਾਂ ਦੀ ਲੋੜ ਮੁਤਾਬਕ ਵੀ ਇਹ ਸੈਪਰੇਟਿਸਟ ਹੈ। ਸੰਤ ਨੇ ਆਪਦੇ ਲੈਵਲ ਤੇ ਨਹੀਂ, ਸੰਤ ਨੇ ਲਾਸਟ ਤੱਕ ਵੀ, ਮੈਂ ਅਨੰਦਪੁਰ ਸਾਹਿਬ ਦੇ ਰੈਵੋਲੂਸ਼ਨ ਦੀ ਗੱਲ ਕਰਦਾ, ਬੰਦੇ ਵੀ ਭੇਜੇ ਉੱਥੇ ਜਿਹੜੇ ਜਿਨ੍ਹਾਂ ਨੂੰ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਵੀ ਹੋ ਗਿਆ ਤੇ ਸੰਤ ਇਸ਼ਨਾਨ ਕਰਨ ਗਏ, ਉੱਥੋਂ ਤੱਕ ਪਿੱਛੇ ਬੰਦੇ ਭੇਜੇ ਵੀ ਉਹ ਕਹਿੰਦੇ ਵੀ ਜਾ ਕੇ ਲੌਂਗੋਵਾਲ ਤੋਂ ਕਹਾਓ ਜਿਹੜਾ ਕਹਾਉਣਾ। ਸੰਤਾਂ ਨੇ ਉਦੋਂ ਤੱਕ ਨਹੀਂ ਕਿਹਾ। ਸੰਤ ਇਹਨਾਂ ਦੇ ਟਰੈਪ ਨੂੰ, ਇਹਨਾਂ ਦੇ ਬਾਰੇ ਬਹੁਤ ਕਲੀਅਰ ਸੀ, ਬਹੁਤ ਸਮਝ ਗਏ। ਤੇ ਬਾਕੀ ਉਹ ਸਟੈਂਡ ਵਾਲੇ ਸੀ ਬਹੁਤ ਜ਼ਿਆਦਾ, ਜਿੱਥੇ ਗੱਲ ਕਹਿਤੀ ਕਰਤੇ ਉੱਥੇ ਖੜਦੇ ਸੀ। ਸੰਤ ਨੇ ਇੱਕ ਤਰ੍ਹਾਂ ਦੀ ਸਾਰੀ ਕਮਿਊਨਿਟੀ ਵਿੱਚ ਰੂਹ ਫੂਕਤੀ ਸੀ ਨਵੀਂ। ਤੁਸੀਂ ਆਖਰੀ ਵਾਰ ਸੰਤਾਂ ਨੂੰ ਕਦੋਂ ਮਿਲੇ, ਕਿਸ ਹਾਲਾਤ 'ਚ ਮਿਲੇ, ਉਹ ਕੇਸ ਮਤਲਬ ਉਦੋਂ ਕਿਸ ਹਾਲਾਤ 'ਚ ਸਨ, ਕੀ ਕਹਿ ਰਹੇ ਸਨ, ਤੁਹਾਡੇ ਨਾਲ ਕੀ ਗੱਲ ਹੋਈ, ਜਿਹੜੀ ਅਖੀਰੀ ਮੁਲਾਕਾਤ ਬਾਰੇ ਜ਼ਰੂਰ ਦੱਸੋ। ਦੇਖੋ, ਮੈਨੂੰ ਇਹ ਲੱਗਦਾ ਵੀ ਅਸੀਂ 4-5 ਜਰਨਲਿਸਟ ਆ ਜਿਹੜੇ ਲੋਕਲ ਲੈਵਲ ਤੇ ਕੰਮ ਕਰਦੇ ਸੀ। ਅਸੀਂ ਸੰਤਾਂ ਨੂੰ 3 ਤਰੀਕ ਨੂੰ 2:30 ਵਜੇ ਦੁਪਹਿਰ ਤੋਂ ਬਾਅਦ ਮਿਲੇ ਆ। 3 ਵੱਜ ਗਏ ਹੋਣੇ, ਬਸ ਗਰਮੀ ਬਹੁਤ ਜ਼ਿਆਦਾ ਸੀ ਸ਼ਾਮ ਦਾ ਦੁਪਹਿਰੇ ਲੰਘ ਗਏ ਸੀ ਸਾਰਾ ਦਿਨ। ਬਹੁਤ ਜ਼ਿਆਦਾ ਗਰਮੀ ਸੀ ਜਦੋਂ ਅਸੀਂ ਮਿਲ ਕੇ ਆਏ। ਉਸ ਸਾਲ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਉਦੋਂ ਅਸੀਂ ਮਿਲ ਕੇ ਆਏ ਹਾਂ। ਸਾਨੂੰ ਉਸ ਵੇਲੇ ਬਿਲਕੁਲ ਕਲੀਅਰ ਹੋ ਗਿਆ ਸੀ ਸਾਰਾ ਵੀ ਆਹ ਜਿਹੜਾ ਹੁਣ ਮਾਹੌਲ ਹੈ, ਅਸੀਂ ਆਲੇ ਦੁਆਲੇ ਦੇਖ ਰਹੇ ਸੀ, ਸਨਾਟਾ ਛਾਇਆ ਹੋਇਆ ਸੀ, ਕੋਈ ਇੱਧਰੋਂ ਉੱਧਰੋਂ ਬੋਲ ਨਹੀਂ ਸੀ ਰਿਹਾ ਤੇ ਬਿਲਕੁਲ ਪਰਿਕਰਮਾ ਸੁੰਨੀ ਪਈ ਸੀ।
ਥੋੜ੍ਹੇ ਜਿਹੇ ਬੰਦੇ ਕਿਤੇ ਕਿਤੇ ਜਾ ਰਹੇ ਸੀ, ਜਿਹੜਾ ਮੈਟ ਉੱਤੇ ਤੁਰੇ ਜਾਂਦੇ, ਤੇ ਗਰਮੀ ਉਦੋਂ ਸੰਤਾਂ ਨੇ ਮੇਰੇ ਵੱਲ ਦੇਖਿਆ ਜੀ। ਮੈਂ ਸੰਤਾਂ ਨਾਲ ਮਤਲਬ ਕਿ ਵੀ ਇਸ ਲੈਵਲ ਦਾ ਓਕੇਸ਼ਨ ਮੈਨੂੰ ਸੀਗੀ ਮੇਰੀ ਸੰਤਾਂ ਨਾਲ, ਮੈਨੂੰ ਐਂ ਲੱਗਿਆ ਸੰਤ ਕੁਝ ਕਹਿਣਾ ਚਾਹੁੰਦੇ ਆ, ਤੇ ਮੈਂ ਰੁਕਿਆ ਵੀ ਹੈ ਨਾ। ਤੇ ਰੁਕਿਆ ਇਸ ਕਰਕੇ ਨਾ ਵੀ ਮੈਨੂੰ ਐਂ ਲੱਗਿਆ ਵੀ ਜੇ ਮੈਂ ਰੁਕ ਗਿਆ ਨਾ, ਸੰਤਾਂ ਨੇ ਕਿਤਾ ਇਸ਼ਾਰਾ ਜਾਂ ਮਾੜਾ ਜਿਹਾ ਕੀਤਾ, ਪਰ 4-5 ਜਾਣੇ ਸੀ, ਗੱਲਬਾਤ ਉਹ ਬੜੀ ਟੇਢੀ ਸੀ, ਬੜਾ ਜ਼ਿਆਦਾ ਸੈਂਸੀਟਿਵ ਮਾਹੌਲ ਸੀਗਾ ਉਸ ਜੰਕਚਰ ਤੇ, ਗੱਲ ਵੀ ਨਹੀਂ ਸੀ ਹੋ ਸਕਦੀ। ਨਾਲੇ ਗੱਲ ਕਰਨੀ ਕੀ ਹੁੰਦੀ, ਉਹ ਤਾਂ ਵੈਸੇ ਹੀ ਮੈਨੂੰ ਇੱਕ ਲੱਗਿਆ ਵੀ ਸੰਤਾਂ ਨੇ ਮੇਰੀ ਉਹਨਾਂ ਨਾਲ ਇਸ ਕਿਸਮ ਦੀ ਇਕੁਏਸ਼ਨ ਸੀ। ਸੰਤਾਂ ਦੇ ਬਿਲਕੁਲ ਫਤੂਈ ਪਾਈ ਵੀ ਸੀ, ਗਰਮੀ ਬਹੁਤ ਜ਼ਿਆਦਾ ਸੀ, ਕਸ਼ਹਿਰਾ ਸੀ, ਪੱਖੇ ਬੰਦ ਸੀ ਸਾਰੇ, ਤੇ ਬਿਜਲੀ ਕੱਟੀ ਵੀ ਸੀ ਦਰਬਾਰ ਸਾਹਿਬ ਦੀ, ਪਾਣੀ ਵੀ ਕੱਟਿਆ ਵਾ ਸੀਗਾ, ਤੇ ਉਹ ਗਰਮੀ ਵਿੱਚ ਸਭ ਬੈਠੇ ਸੀਗੇ। ਤੇ ਸੰਤਾਂ ਦੀ ਇੱਕੋ ਗੱਲ ਹੈ ਜਿਹੜੀ ਬੜੀ ਭੁੱਲਦੀ ਨਹੀਂ ਹੁੰਦੀ। ਸੰਤ ਕਹਿੰਦੇ ਸੀ ਵੀ ਸ਼ਹੀਦੀਆਂ ਪਾਉਣੀਆਂ ਪੈਣਗੀਆਂ ਤੇ ਅਸੀਂ ਤਾਂ ਤਿਆਰ ਹਾਂ, ਤੇ ਆਪਣੇ ਸਿੰਘਾਂ ਨੂੰ ਕਹਿ ਰਹੇ ਸੀ ਵੀ ਜੇ ਤੁਸੀਂ ਹੁਣ ਇੱਥੋਂ ਛੱਡ ਕੇ ਜਾਣ ਲੱਗੇ, ਦੇਖ ਲਓ ਕੋਈ ਜੇ ਕਿਸੇ ਨੇ ਭੱਜਣਾ ਹੋਇਆ ਤਾਂ ਤੁਹਾਡੇ ਨਾਲ ਕਬੂਤਰ ਵਾਲੀ ਗੱਲ ਹੋਊ, ਕਬੂਤਰ ਨੂੰ ਬਿੱਲੀ ਨੇ ਖਾ ਹੀ ਲੈਣਾ ਹੁੰਦਾ, ਬੇਸ਼ੱਕ ਅੱਖਾਂ ਮੀਚ ਲੈ ਨਾ ਮੀਚੇ, ਮੀਟ ਲੈ, ਤੇ ਇਸ ਕਰਕੇ ਅੱਖਾਂ ਬੰਦ ਕਰ ਲੈ ਨਾ ਕਰੇ। ਇਸ ਕਰਕੇ ਹੁਣ ਕਬੂਤਰ ਨੂੰ ਅੱਖਾਂ ਬੰਦ ਕਰਨ ਦਾ ਨਹੀਂ ਮੌਕਾ ਆ ਗਿਆ, ਹੁਣ ਲੜਨ ਦਾ ਆ ਗਿਆ, ਤੁਹਾਨੂੰ ਛੱਡਣਾ ਤਾਂ ਕਿਸੇ ਨੇ ਨਹੀਂ। ਇਸ ਕਰਕੇ ਆਪਾਂ ਸ਼ਹੀਦੀਆਂ ਪਾਵਾਂਗੇ। ਸਾਨੂੰ ਵੀ ਕਿਹਾ ਵੀ ਹੁਣ ਅਸੀਂ ਸ਼ਹੀਦੀਆਂ ਪਾਵਾਂਗੇ। ਮੈਨੂੰ ਲੱਗਿਆ ਸੀ ਵੀ ਨਾ ਸੰਤ ਨੂੰ ਇਦੋਂ ਮੁੜਦੇ, ਬਾਅਦ 'ਚ ਮੁਲਾਕਾਤ ਹੋਣੀ ਹੈ ਨਾ, ਵੇਲੇ ਜਿਹੜੇ ਸਾਹਮਣੇ ਬੈਠੇ ਸਿੰਘ ਸੀ ਜਥੇ ਵਾਲੇ ਵੀ ਇਹਨਾਂ ਨਾਲ ਮੁੜ ਕੇ ਮਿਲਣ ਬੈਠੇ ਸੀ, 10-15 ਸਿੰਘ ਸੀਗੇ, ਭਾਈ ਅਮਰੀਕ ਸਿੰਘ ਵੀ ਆ ਗਿਆ ਸੀ, ਤੇ ਹਰਮਿੰਦਰ ਸੰਧੂ ਵੀ ਆ ਗਿਆ ਸੀ ਲਾਸਟ ਜੇ ਵਿੱਚ ਚੱਲਣ ਲੱਗਿਆ ਤੋਂ। ਪਰ ਸਾਡੇ ਕਿਸੇ ਦੇ ਵੀ ਗਲ 'ਚੋਂ ਕੋਈ ਆਵਾਜ਼ ਨਿਕਲ ਨਹੀਂ ਸੀ ਰਹੀ, ਇੱਕ ਦੂਜੇ ਵੱਲ ਜਿਵੇਂ ਅੱਖਾਂ ਵਿੱਚ ਅਸੀਂ ਅੱਖਾਂ ਰਾਹੀਂ ਅਸੀਂ ਬਹੁਤ ਕੁਝ ਜਿਹੜਾ ਮਾਹੌਲ ਨੂੰ ਤੁਸੀਂ ਗਮਗੀਨ ਮਾਹੌਲ ਦੇ ਵਿੱਚ ਸਾਰਾ ਉਸ ਕਿਸਮ ਦੇ ਮਾਹੌਲ 'ਚ ਐਕਸਚੇਂਜ ਕਰ ਲੈਂਦੇ ਹੋ, ਐਂ ਹੋ ਰਿਹਾ ਸੀਗਾ। ਅਖੀਰ ਸੰਤਾਂ ਨੇ ਚੁੱਪ ਤੋੜ ਕੇ ਥੋੜ੍ਹੀਆਂ 2-4 ਗੱਲਾਂ ਕੀਤੀਆਂ ਸੀ ਸਾਰੀਆਂ, ਉਹ ਵੀ ਆਪਦੀਆਂ ਗੱਲਾਂ ਕਰਨ ਲੱਗ ਗਏ ਵੀ ਅਸੀਂ ਤਾਂ ਹੁਣ ਸ਼ਹੀਦੀ ਪਾਉਣ ਨੂੰ ਤਿਆਰ ਹੋ ਗਏ ਹਾਂ। ਮੈਨੂੰ ਮੇਰੇ ਤੇ ਇਸ ਕਿਸਮ ਦਾ ਅਸਰ ਸੀ ਵੀ ਅਸੀਂ ਹੁਣ ਜਿਨ੍ਹਾਂ ਨਾਲ ਹੁਣ ਕਮ ਸੇ ਕਮ ਸਾਲ, 1.5 ਸਾਲ, 2 ਸਾਲ ਤੋਂ ਉਹਨਾਂ ਨੂੰ ਡੇਲੀ ਵਾਂਗੂ ਮਿਲਦੇ ਸੀਗੇ, ਤੇ ਪਰਸਨਲ ਲੈਵਲ ਦੀ ਓਕੇਸ਼ਨ ਵੀ ਬਣ ਗਈ ਸੀ, ਤੇ ਇਸ ਕਰਕੇ ਲੱਗਿਆ ਵੀ ਮੈਂ ਇਹਨਾਂ 'ਚੋਂ ਕਿਸੇ ਨੂੰ ਨਹੀਂ ਮਿਲੇਗਾ ਨਾ। ਤੇ ਮੈਨੂੰ ਇਹ ਹੈ ਵੀ ਉਹਨਾਂ 'ਚੋਂ ਮੈਂ ਤਾਂ ਨਹੀਂ ਮਿਲਿਆ ਕਿਸੇ ਨੂੰ, ਸਾਰੇ ਉਹ ਸ਼ਹੀਦ ਹੀ ਹੋ ਗਏ। ਤੇ ਇਸ ਕਰਕੇ ਉਹਨਾਂ ਨੂੰ ਉਹ ਬੜੇ ਭਾਵੁਕ ਛਣ ਸੀਗੇ, ਪਲ ਸੀਗੇ ਸਾਰੇ ਜਿਹੜੇ ਮੈਂ ਉੱਥੇ ਸੰਤਾਂ ਤੋਂ ਸੀ। ਤੇ ਇਸ ਕਰਕੇ ਮੈਨੂੰ ਐਂ ਲੱਗੇ ਵੀ ਜਿਵੇਂ ਮੈਂ ਜਾ ਨਹੀਂ ਸਕਦਾ, ਮੈਂ ਸਭ ਤੋਂ ਮਗਰੋਂ ਪੌੜੀ ਉਤਰਿਆ ਸੀ। ਪੌੜੀ ਵੀ ਉੱਥੇ ਬੜੀ ਭੀੜੀ ਹੁੰਦੀ ਸੀ ਪੁਰਾਣੇ ਅਕਾਲ ਤਖਤ ਦੀ, ਤੇ ਇੱਕ ਰੱਸਾ ਜਿਹਾ ਬੰਨਿਆ ਹੁੰਦਾ ਸੀ, ਉਹ ਫੜ ਕੇ ਅਸੀਂ ਉਤਰਦੇ ਸੀਗੇ। ਤੇ ਚਲੋ ਇਸ ਕਰਕੇ ਉਹ ਸਾਡੀ ਲਾਸਟ ਮੁਲਾਕਾਤ ਹੋਈ ਆ। ਉਦੋਂ ਪਿੱਛੋਂ ਕਿਹਾ ਜਾਂਦਾ ਵੀ ਇੱਕ ਮਰਾਠੀ ਪੱਤਰਕਾਰ ਸੀਗਾ, ਤੇ ਉਹ ਇੰਡੀਅਨ ਟਾਈਮਜ਼ ਆਫ ਇੰਡੀਆ ਦਾ, ਉਹ ਲਾਸਟ 'ਚ ਮਿਲਿਆ 6 ਵਜੇ, ਜਿਹੜਾ ਕਿਹਾ ਜਾਂਦਾ ਜਿਹਦੇ ਬਾਰੇ। ਤੇ ਨਹੀਂ ਤਾਂ ਬਾਕੀ ਫੌਜ ਦਾ ਆਲੇ ਦੁਆਲੇ ਬਿਲਡਅਪ ਸੀ ਸਾਰਾ, ਐਂ ਸੀ ਵੀ ਕਿਤੇ ਛੱਡ। ਉਦੋਂ ਪਿੱਛੋਂ ਫਿਰ ਗੋਲੀ ਉਸੇ ਰਾਤ 'ਚ ਚੱਲੀ ਪਈ ਆ ਸਾਰੀ। ਫਿਰ ਜਿੱਥੋਂ ਤੱਕ ਇਹ ਹੈ ਵੀ ਅਸੀਂ ਵੀ ਕਿਹੜਾ ਜਾ ਕੇ ਆਪਦੇ ਘਰਾਂ ਦੇ ਵਿੱਚ ਜਾ ਕੇ ਦਫ਼ਤਰਾਂ ਜਾ ਕੇ ਸੌਂ ਗਏ ਸੀਗੇ, ਸਾਰੇ ਰਾਤ ਨੂੰ ਗੋਲੀ ਨੂੰ ਦੇਖਦੇ ਰਹੇ ਸੀ, ਸਾਰਾ ਕਿਵੇਂ ਚੱਲਦੀ ਆ ਸਾਰੀ। ਤੇ ਇਹ ਹੁਣ BD ਪਾਂਡੇ ਦੀ ਰਿਪੋਰਟ ਵੀ ਆ ਗਈ ਆ ਸਾਰੀ। BD ਪਾਂਡੇ ਜਿਹੜਾ ਗਵਰਨਰ ਸੀ ਉਹਨਾਂ ਦਿਨਾਂ ਦੇ ਵਿੱਚ, ਉਹਦੀ ਰਿਪੋਰਟ ਮੈਂ ਹੁਣੇ ਉਹਦੀ ਕਿਤਾਬ ਪੜ੍ਹੀ ਹੈ ਵੀ ਇਹ ਜਿਹੜਾ ਬਿਲਡਅਪ ਸੀਗਾ, ਤਿਆਰੀ ਸੀ, ਇਹ ਨਵੰਬਰ 83 ਜੀ ਹੋ ਗਈ ਸੀ ਆਰਮੀ ਨਾਲ। ਤਾਂ ਉਹ ਲਿਖਦਾ ਹੁਣ ਰਿਕਾਰਡ ਤੇ ਲਿਖਦਾ ਚਕਰਾਤਾ ਦੀ, ਹਾਂ ਸਾਰੀ ਉਹ ਸਾਰਾ ਜਿਹੜਾ ਨਵੰਬਰ 83 ਜੀ, ਕਿੱਥੇ ਜੂਨ ਹੈ ਕਈ ਮਹੀਨੇ ਪਹਿਲਾਂ ਇਸ ਤਿਆਰੀ ਹੋ ਗਈ ਸੀ। ਇਸੇ ਕਰਕੇ ਇੱਕ ਗੱਲ ਹੋਰ ਫੈਕਟ ਸਾਹਮਣੇ ਆਇਆ ਵੀ ਜਦੋਂ ਅਟਵਾਲ ਨੂੰ ਮਾਰਿਆ ਗਿਆ, ਅਟਵਾਲ ਦੇ ਬਾਰੇ ਬਿਲਕੁਲ ਕਲੀਅਰ, ਸੰਤਾਂ ਤੋਂ ਪਰਮਿਸ਼ਨ ਲੈ ਕੇ ਕਿਸੇ ਨੇ ਉਹ DI ਅਟਵਾਲ ਨੂੰ ਨਹੀਂ ਮਾਰਿਆ। ਉੱਥੇ ਕੁਝ ਬਾਰਡਰ ਦੇ ਪਿੰਡਾਂ ਦੇ ਲੋਕ ਸੀ ਜਿਹੜੇ ਉਹ ਬਾਰਡਰ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ। ਅਟਵਾਲ SSP ਹੁੰਦਾ ਸੀ ਅੰਮ੍ਰਿਤਸਰ ਪਹਿਲਾਂ, ਤੇ ਉਹਨਾਂ ਦਿਨਾਂ ਦੇ ਵਿੱਚ ਹੁਣ ਕਈ ਗੱਲਾਂ ਨਿਕਲ ਕੇ ਆ ਰਹੀਆਂ ਵੀ ਉੱਥੇ ਕੁਝ ਸਿੰਘ ਸੀਗੇ ਉਸ ਏਰੀਏ ਦੇ ਜਿਹੜੇ ਪਹਿਲਾਂ ਤਸ਼ੱਦਦ 'ਚ ਆਏ ਸੀਗੇ, ਉਹਨਾਂ ਨੇ ਦੇਖਿਆ ਵੀ ਅਟਵਾਲ ਤੁਰਿਆ ਫਿਰਦਾ, ਇਹ ਇਕੱਲੇ ਹੀ ਜਾ ਰਿਹਾ ਸੀ, ਇਹ ਤਾਂ ਆਪਦਾ ਸਰਕਾਰੀ ਮਿਸ਼ਨ ਤੇ ਆਇਆ ਸੀਗਾ। ਤਾਂ ਫਿਰ ਉਹਨਾਂ ਨੇ ਪੌੜੀਆਂ ਚੜ੍ਹਦੇ ਹੋਏ ਇੱਕ ਦੂਜੇ ਨੂੰ ਕਿਹਾ ਮੈਂ ਖੜਾ, ਤਾਹਾਂ ਤੋਂ ਹਥਿਆਰ ਚੱਕ ਕੇ ਲਿਆਇਆ, ਤਾਹਾਂ ਚੱਕ ਕੇ ਹਥਿਆਰ। ਉੱਥੇ ਫਿਰ ਉਹਨਾਂ ਨੇ 2 ਜਣਿਆਂ ਨੇ ਆਪਦੀ ਸਲਾਹ ਨਾਲ ਹੀ ਮਾਰਿਆ। ਤੇ ਫਿਰ ਇੱਥੋਂ ਤੱਕ ਹੈ ਵੀ ਉਹਦਾ ਜਿਹੜਾ ਅਟਵਾਲ ਦਾ ਪਰਿਵਾਰ ਹੈ, ਉਹ ਤੁਹਾਡੇ ਰਮਦਾਸ ਹੀ ਉੱਧਰ ਰਹਿੰਦਾ, ਉਹਨਾਂ ਦਾ ਉਹਦੀ ਵਾਈਫ ਨੇ ਵੀ ਕਿਹਾ ਵੀ ਮੈਨੂੰ ਸੰਤਾਂ ਨੇ ਨਹੀਂ ਮਾਰਿਆ,
ਸੰਤਾਂ ਨੇ ਨਹੀਂ ਮਰਵਾਇਆ ਅਟਵਾਲ ਨੂੰ, ਇਹ ਕੁਛ ਬਾਰਡਰ ਦੇ ਕੁਛ ਜਿਹੜੇ ਸਮਗਲਰ ਸੀ ਉਹਨਾਂ ਨੇ ਮਰਵਾਇਆ। ਇਸ ਕਿਸਮ ਦਾ ਬਿਆਨ ਔਨ ਰਿਕਾਰਡ ਦਿੱਤਾ ਵਾ। ਤੇ ਇਸੇ ਤਰੀਕੇ ਨਾਲ ਹੀ ਇਹ ਸਾਰਾ ਕੁਛ ਆਰਗੇਨਾਈਜ਼ ਤਰੀਕੇ ਨਾਲ ਕੀਤਾ ਸੀ। ਜੇ ਤਾਂ ਅਟਵਾਲ ਵੇਲੇ ਵੀ ਐਕਸ਼ਨ ਨਹੀਂ, ਲੋਕ ਕਹਿੰਦੇ ਕਿਉਂ ਨਹੀਂ ਲਿਆ ਐਕਸ਼ਨ, ਇੱਥੇ ਬਹੁਤ ਮੀਡੀਆ 'ਚ ਰੌਲਾ ਪੈਂਦਾ ਹੁੰਦਾ ਸੀ, ਉਹ ਦਿਨ ਹੀ ਇਹੋ ਜਿਹੇ ਸੀ ਸਾਰਾ, ਕਿਉਂਕਿ ਇਹ ਬਹੁਤ ਜ਼ਿਆਦਾ ਬਿਲਡਅਪ ਖੜਾ ਕਰਨਾ ਚਾਹੁੰਦੇ ਸੀ ਦੇਸ਼ ਵਾਸਤੇ, ਨੈਰੇਟਿਵ ਖੜਾ ਕਰਕੇ ਪ੍ਰੈਸ ਰਾਹੀਂ। ਇਸ ਕਰਕੇ ਅਟਵਾਲ ਦਾ ਕੇਸ ਤਾਂ 25 ਅਪ੍ਰੈਲ 1983 ਨੂੰ ਹੋ ਗਿਆ, ਤੇ ਪੂਰੇ ਸਾਲ ਬਾਅਦ, ਸਵਾ ਸਾਲ ਬਾਅਦ ਜਾ ਕੇ ਇਹ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਦੇ ਆ। ਉਹਦੇ ਵਿੱਚ ਇਹਨਾਂ ਨੇ ਬਹੁਤ ਬਿਲਡਅਪ ਕਰ ਲਿਆ ਸੀਗਾ, ਬਾਹਰਲੀਆਂ ਗੌਰਮੈਂਟਾਂ ਨੂੰ ਵੀ ਬੁਲਾ ਲਿਆ ਸੀਗਾ, ਇੰਗਲੈਂਡ ਤੋਂ ਵਿੱਚ ਵੀ ਉਹਨਾਂ ਨੇ ਉਹਨਾਂ ਦੇ ਜਿਹੜੇ ਕਮਾਂਡੋ ਸੀ ਉਹ ਵੀ ਸੱਦ ਕੇ ਉੱਥੇ ਲੈ ਆਏ ਸੀ। ਇਹ ਸਾਰਾ ਕੁਝ ਕੀਤਾ, ਇਹ ਵੱਡਾ ਪਲਾਨ ਸੀ ਇਹਨਾਂ ਦੀ। ਸੰਤ ਤੁਹਾਨੂੰ ਇਹ ਗੱਲ ਕਹਿੰਦੇ ਕਿ ਹੁਣ ਇਹ ਸ਼ਹੀਦੀਆਂ ਪਾਵਾਂਗੇ, ਤੁਸੀਂ ਜਾਂਦੇ ਰਹੇ ਹੋ, ਕਿਸ ਕਿਸਮ ਦੀਆਂ ਤਿਆਰੀਆਂ ਸਨ ਮੋਰਚੇ ਦੇ ਵਿੱਚ, ਕਿਉਂਕਿ ਅਖੀਰ ਟੱਕਰ ਤਾਂ ਅੱਗੋਂ ਦਿੱਤੀ ਗਈ, ਇੰਡੀਅਨ ਸਟੇਟ ਨੂੰ ਇੱਕ ਚੈਲੰਜ ਫੇਸ ਕਰਨਾ ਪਿਆ ਉੱਥੇ, ਕਿ ਤੁਸੀਂ ਕਿਸ ਕਿਸਮ ਦੀਆਂ ਤਿਆਰੀਆਂ ਜਿਹੜੀਆਂ ਨੋਟਿਸ ਕੀਤੀਆਂ ਉੱਥੇ? ਦੇਖੋ ਜੀ, ਉਹਨਾਂ ਦਿਨਾਂ ਦੇ ਵਿੱਚ ਉਹ ਜਗਤ ਹੈ ਜਿਹੜਾ ਹਜੇ ਤੱਕ ਲਿਖਦਾ ਇੱਥੇ, ਕਿ ਗੁਰਬਚਨ ਗੁਰਬਚਨ ਜਗਤ ਹੈ ਜਿਹੜਾ ਹਜੇ ਤੱਕ ਆਪਦਾ ਲਿਖਦਾ। ਉਹਦਾ ਮੈਂ ਆਰਟੀਕਲ ਬਾਅਦ 'ਚ ਵੀ ਪੜ੍ਹਿਆ, 12 'ਚ ਲਿਖਿਆ ਉਹਨੇ, ਹਿੰਦੁਸਤਾਨ ਟਾਈਮ 'ਚ, ਹੁਣ ਤਾਂ ਟ੍ਰਿਬਿਊਨ 'ਚ ਵੀ ਲਿਖਦਾ ਕਾਫੀ। ਤੇ ਉਹ ਉਦੋਂ ਜਿਹੜੀ ਪੰਜਾਬ CID ਦੇ ਵਿੱਚ ਇੰਚਾਰਜ ਸੀਗਾ ਚੰਡੀਗੜ੍ਹ ਦੇ ਵਿੱਚ, ਤੇ DIG ਲੈਵਲ ਤੇ IG ਲੈਵਲ ਤੇ ਕੋਈ ਵੱਡੀ ਪੋਸਟ ਤੇ ਸੀ। ਉਹਨੇ ਲਿਖਿਆ ਵੀ ਅਸੀਂ ਜਿਹੜੇ ਅੰਦਰ ਲੜੇ ਆ ਸਿੰਘ ਲੜੇ ਆ ਉਹ 100 ਤੋਂ ਵੱਧ ਨਹੀਂ ਹੈ, 100 ਤੱਕ ਹੈ। ਕਹਿੰਦਾ ਸਾਡੇ ਕੋਲ ਤਾਂ ਸਾਰਿਆਂ ਦਾ ਮਤਲਬ ਕਿ ਫਾਈਲਾਂ ਤਿਆਰ ਕੀਤੀਆਂ ਹੋਈਆਂ ਸੀ, ਸਾਰਿਆਂ ਦਾ ਰਿਕਾਰਡ ਦਾ ਪਤਾ ਸੀ, ਸਾਰਿਆਂ ਦਾ ਘਰ ਦਾ ਪਤਾ ਸੀ, ਸਾਰਿਆਂ ਦੇ ਬਾਰੇ ਸਾਨੂੰ ਪਤਾ ਸੀ। ਉਹ ਹੁਣ ਲਿਖਦਾ ਜਾ ਕੇ ਇੰਨੇ ਸਾਲਾਂ ਬਾਅਦ। ਤੇ ਉਹ ਬਾਕੀ ਸੰਤ ਕੋਲ ਇੰਨੇ ਕੁ ਬੰਦੇ ਸੀ, ਉਹੀ ਜਥਾ ਲੜਿਆ। ਜੇ ਹੁਣ ਕੋਈ ਫੈਡਰੇਸ਼ਨ ਵਾਲੇ ਇੱਧਰ ਟੈਂਕੀ ਦੇ ਉੱਤੇ ਇੱਧਰ ਸਰਾਂ ਗੁਰੂ ਰਾਮਦਾਸ ਸਰਾਂ ਵੱਲ ਲੜੇ ਆ, ਤੇ ਉਹ ਛੇਤੀ ਮੋਰਚੇ ਟੁੱਟ ਗਏ ਸੀ ਪਾਸੇ ਵਾਲੇ। ਬੱਬਰ ਵੈਸੇ ਹੀ ਨਿਕਲ ਕੇ ਚਲੇ ਗਏ ਸੀਗੇ, ਉਹਦੇ 'ਚ ਤਾਂ ਸਭ ਨੂੰ ਪਤਾ, ਹੁਣ ਕੋਈ ਲੁਕੀ ਛੁਪੀ ਗੱਲ ਨਹੀਂ। ਜੇ ਲੜੇ ਆ ਤਾਂ 100-125 ਬੰਦਾ ਲੜਿਆ, ਅਕਾਲ ਤਖਤ ਤੇ ਲੜਿਆ, ਤੇ ਬੜਾ ਵੱਡੇ ਲੈਵਲ ਤੇ ਲੜਿਆ। ਤੇ ਉਹਦੇ ਬਾਰੇ ਫੌਜ ਦੇ ਹੈ ਵੀ ਹੁਣ ਵੱਡੇ ਜਨਰਲਾਂ ਦੇ ਉਦੋਂ ਪਿੱਛੋਂ ਬਿਆਨ ਵੀ ਆਏ ਵੀ ਇੰਨੇ ਕਮਿਟਡ ਬੰਦੇ ਸਾਨੂੰ ਮਿਲ ਜਾਨ ਹੂਲ ਕੇ ਲੜਨ ਵਾਲੇ, ਤਾਂ ਅਸੀਂ ਪਾਕਿਸਤਾਨ ਨੂੰ 2 ਦਿਨਾਂ 'ਚ ਸਰ ਕਰ ਜੀਏ। ਉਹ ਇਸ ਕਰਕੇ ਲੜੇ ਆ, ਬੜੇ ਧਾਰਮਿਕ ਥਾਂ ਤੇ ਲੜੇ ਆ। ਬਾਕੀ ਉਹ ਪਰੰਪਰਾ ਮੁਤਾਬਕ ਲੜੇ ਆ। ਬਾਬਾ ਗੁਰਬਖਸ਼ ਸਿੰਘ ਦੀ ਉੱਥੇ ਸਮਾਧ ਹੈ ਹਜੇ ਤੱਕ। ਤੇ ਉਦੋਂ ਜੇ ਅਸੀਂ ਵੱਡਾ ਬਿਲਡਅਪ ਨਾ ਕਰੀਏ, ਅਹਿਮਦ ਸ਼ਾਹ ਅਬਦਾਲੀ ਦਾ ਜਦੋਂ 1760 ਦੇ ਨੇੜੇ ਤੇੜ ਆਇਆ, ਤੇ ਉਦੋਂ ਫਿਰ ਉਹਨੇ ਆਲੇ ਦੁਆਲੇ ਘੇਰਾ ਪਾਇਆ, ਤੇ ਲੋਕ ਕਹਿੰਦੇ 10,000 ਸੀ, 15,000 ਸੀ, ਨਾ ਵੀ ਹੋਵੇ 2,000 ਬੰਦਾ ਹੀ ਘੇਰੀ ਬੈਠਾ ਵੀ। ਅੰਦਰ ਤਾਂ ਉਹ 30 ਜਾਣੇ ਸੀ ਕਿ ਨਾ ਬਾਬਾ ਗੁਰਬਖਸ਼ ਸਿੰਘ। ਉਹਨਾਂ ਨੂੰ ਕਿਹਾ ਵੀ ਆ ਜਾਓ, ਉਹ ਕਹਿੰਦੇ ਵੀ ਨਹੀਂ, ਸ਼ਹੀਦੀਆਂ ਦੇ ਕੇ ਆਵਾਂਗੇ। ਤੇ ਉਹ ਦਿੱਤੀਆਂ ਉਹਨਾਂ ਨੇ। ਤੇ ਉਸੇ ਪਰੰਪਰਾ ਨੂੰ ਕਾਇਮ ਸੰਤ ਭਿੰਡਰਾਂਵਾਲਾ ਨੇ ਰੱਖਿਆ। ਤੇ ਉਹ ਲੜਨ ਵਾਲੇ ਬੰਦੇ ਥੋੜੇ ਸੀ। ਇੱਥੋਂ ਤੱਕ ਕਹਿ ਗਿਆ ਸੀ ਉਹ ਵੀ ਹਥਿਆਰ ਵੀ ਜਿਹੜੇ ਹੁਣ BD ਪਾਂਡੇ ਨੇ ਵੀ ਲਿਖਿਆ ਵੀ ਹਥਿਆਰ ਵੀ ਸਾਰੇ ਇੱਥੋਂ ਦੇ ਸੀ, ਕੋਈ ਪਾਕਿਸਤਾਨੀ ਹਥਿਆਰ ਨਹੀਂ ਸੀ। ਗਵਰਨਰ ਲਿਖਦਾ ਉਸ ਵੇਲੇ ਦਾ ਪੰਜਾਬ ਦਾ BD ਪਾਂਡੇ ਵੀ ਇੱਕ ਹਥਿਆਰ ਕਿਸੇ ਤੇ ਨਹੀਂ, ਇੱਕ ਤੇ ਮਾਰਕਿੰਗ ਸੀ ਉਹ ਸਾਡੇ ਇੱਥੇ ਪਾਸੇ ਦੀ ਸੀ, ਪਤਾ ਰਸ਼ੀਅਨ ਮਾਰਕਿੰਗ ਸੀ, ਸਾਰੇ ਹਥਿਆਰ ਵੀ ਇੱਥੋਂ ਦੇ ਸੀ, ਕੋਈ ਪਾਕਿਸਤਾਨ ਤੋਂ ਹਥਿਆਰ ਨਹੀਂ ਆਇਆ। ਤੇ ਇਸ ਕਰਕੇ ਜਿਹੜਾ GVS ਸਿੱਧੂ ਰਾਲ ਆ ਉਹ ਲਿਖਦਾ ਵੀ ਬੰਦੇ 80 ਕਹਿੰਦੇ ਵੀ ਫੌਜੀ ਸਾਡੇ ਮਰੇ ਆ, ਪਰ ਉਹ 200 ਦੇ ਨੇੜੇ ਤੇੜ ਕਹਿੰਦਾ, ਤੇ ਜ਼ਖਮੀ ਵੀ ਜ਼ਿਆਦਾ ਕਹਿੰਦਾ, ਕਿਤੇ ਜ਼ਿਆਦਾ ਜ਼ਖਮੀ 1200 ਕਹਿੰਦੇ ਆ ਟੋਟਲ ਸਾਰੇ ਦੂਜੇ ਲੋਕਾਂ ਨੂੰ ਮਾਰੇ ਗਏ ਨੂੰ, ਪਰ ਇਦੋਂ ਵੱਡੀ ਗਿਣਤੀ ਕਹਿੰਦਾ ਉਹ ਵੀ ਵੱਡੀ ਗਿਣਤੀ ਦੇ ਸਿੱਖ ਮਾਰੇ ਗਏ। ਪਰ ਅਸੀਂ ਜਿਸ ਸਵਾਲ ਇਹ ਹੈ, ਜਿਹੜਾ ਹੁਣ ਸਵਾਲ ਹੈ ਵੀ ਇਹ ਇੱਕ ਸਿੱਖਾਂ ਨੂੰ ਪੈਟੀਗਰੂ ਦੇ ਕਹਿਣ ਨੂੰ ਉਹ ਜਿਹੜੀ ਲੇਡੀ ਲਿਖਦੀ ਹੈ ਵੀ ਉਹ ਪੈਟੀਗਰੂ, ਉਹਦਾ ਮਤਲਬ ਕਹਿਣਾ ਕਿ ਇਹਨਾਂ ਨੂੰ ਡਿਮੋਰਲਾਈਜ਼ ਕਰਨਾ ਸੀ, ਇਹਨਾਂ ਦੇ ਕਲਚਰ ਤੇ ਸੱਟ ਮਾਰਨੀ ਸੀ, ਇਹਨਾਂ ਨੂੰ ਦਿਖਾਉਣਾ ਸੀ ਵੀ ਅਸੀਂ ਸਾਡੀ ਸਟੇਟ ਵੱਡੀ ਹੈ ਤੇ ਅਸੀਂ ਕੁਝ ਵੀ ਕਰ ਸਕਦੇ, ਤੁਸੀਂ ਹੈ ਕੀ ਸਾਡੇ ਅੱਗੇ। ਇਹ ਇੱਕ ਆਰਗੇਨਾਈਜ਼ਡ ਸਟੇਟ ਨੇ ਜਿਹੜਾ ਸਿੱਖਾਂ ਦਾ ਸਵੈਮਾਨ ਤੋੜਨਾ ਸੀ। ਤੇ ਉਹ ਵੀ ਇਹ ਬੜੇ ਸਾਲਾਂ ਦੇ ਲੜ ਰਹੇ ਆ ਤੇ ਫੰਨੇ ਖਾਂ ਕਹਾਉਂਦੇ ਆ, ਇਹ ਸਵੈਮਾਨ ਤੋੜਨ ਦਾ, ਕਲਚਰ ਤੇ ਅਟੈਕ ਕਰਨ ਦਾ, ਤੇ ਉਹਨਾਂ ਦੇ ਧਾਰਮਿਕ ਜਿਹੜਾ ਉਹਦਾ
ਚੁਣਿਆ ਹੋਵੇ। ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਕਿਸੇ ਦੇ ਧਾਰਮਿਕ ਸੈਂਟਰ ਉੱਤੇ ਤੁਸੀਂ ਅਟੈਕ ਕਰਦੇ ਹੋ। ਐਦੂ ਵੱਡਾ ਹੋਰ ਕਿਤੇ ਉਹਨੂੰ ਡਿਮੋਰਲਾਈਜ਼ ਕਰਨ ਦਾ, ਉਹਨੂੰ ਤਬਾਹੀ ਦਾ ਕੋਈ ਨਹੀਂ ਹੁੰਦਾ ਜੇ ਉਹਦੇ ਕਲਚਰ, ਧਰਮ ਤੇ ਕਲਚਰ ਉੱਤੇ ਹਮਲਾ ਕਰਦੇ। ਕੀ ਉਹ ਇਸ ਮਨਸੂਬੇ 'ਚ ਕਾਮਯਾਬ ਰਹੇ ਸਿੱਖਾਂ ਨੂੰ ਡੀਮੋਰਲਾਈਜ਼ ਕਰਨ ਦੇ? ਸਿੱਖ ਡੀਮੋਰਲਾਈਜ਼ ਨਹੀਂ ਹੋਏ, ਸਿੱਖਾਂ ਨੇ ਆਪਦੇ ਲੈਵਲ ਤੇ ਬਦਲਾ ਲਿਆ। ਬੇਸ਼ੱਕ ਅਸੀਂ ਕਹਿ ਸਕਦੇ ਹਾਂ ਜੇ ਹੁਣ ਅੱਜ ਕਿਸੇ ਨੂੰ ਪੋਲੀਟੀਕਲ ਟਰਮਾਂ 'ਚ ਦੇਖੀਏ ਵੀ ਸਿੱਖਾਂ ਨੇ ਜਿਹੜਾ ਬਦਲਾ ਲੈਣ ਦੀ ਗੱਲ ਕੀਤੀ, ਆਰਗੇਨਾਈਜ਼ ਕੁਛ ਥੋੜੀ ਜਿਹੀ ਦੇਰ ਰਹੇ, ਉਦੋਂ ਬਾਅਦ ਖਿੰਡ ਗਏ ਤੇ ਉਦੋਂ ਬਾਅਦ ਕੋਈ ਆਪਸ ਵਿੱਚ ਦੀ, ਕਿਉਂਕਿ ਜਿਹੜੀਆਂ ਬਗਾਵਤ ਦੀਆਂ ਮੂਵਮੈਂਟਾਂ ਹੁੰਦੀਆਂ ਉਹ ਬਹੁਤ ਸਾਲ ਚੱਲਦੀਆਂ ਹੁੰਦੀਆਂ। ਜਿਵੇਂ ਹੁਣ ਸਾਡਾ ਹੁਣ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਸਾਡੀ ਸਿੱਖਾਂ ਦੀ ਹੋਣ ਵਾਲੀ ਨੌਜਵਾਨਾਂ 'ਚ ਲੀਡਰਸ਼ਿਪ ਨਹੀਂ ਰਹੇਗੀ। ਇਹਦਾ ਵੀ ਇੱਕ ਚਲੋ ਵੱਖਰਾ ਕਿਤੇ ਵਿਸ਼ਾ, ਇਹਦੇ 'ਤੇ ਡਿਸਕਸ਼ਨ ਕਿਉਂ ਨਹੀਂ ਰਹੀ, ਕਿਵੇਂ ਹੋ ਗਿਆ। ਤੇ ਪਰ ਲੜੇ ਆ, 8-10 ਸਾਲ ਲੜੇ ਆ, ਬਹੁਤ ਬਦਲਾ ਵੀ ਲਿਆ, ਬਾਹਰ ਵੀ ਲੜੇ ਆ। ਇੰਦਰਾ ਗਾਂਧੀ ਮਾਰੇ ਜਾਣਾ ਵੀ ਇੱਕ ਵੱਡੀ ਗੱਲ ਹੈ। ਜੇ ਬਦਲੇ ਦੀ ਗੱਲ ਕਰੀਏ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਤਾਂ ਅਸੀਂ ਐਂ ਕਹਿੰਦੇ ਹੁੰਦੇ ਸੀ ਉਹਦੇ ਨੱਕ ਤੇ ਇੱਟ ਵੱਜੀ ਸੀ ਤੇ ਉੱਥੇ ਜਾ ਕੇ ਉਹ ਜ਼ਖਮ ਤੋਂ ਮਰਿਆ, ਜਾ ਕੇ ਉਹ ਜ਼ਖਮ ਦਾ ਤਾਪ ਨਾ ਝੱਲਦਾ ਮਰਿਆ। ਇੱਥੇ ਤਾਂ ਸਾਰੇ ਮਾਰੇ ਗਏ ਆ। ਇਸ ਕਰਕੇ ਬਦਲੇ ਵਾਲੀ ਗੱਲ ਤਾਂ ਬਹੁਤ ਲਈ, ਪਰ ਬਦਲੇ ਨੂੰ ਪੋਲੀਟੀਕਲ ਟਰਮ 'ਚ ਕਿਵੇਂ ਬਦਲਣਾ ਹੁੰਦਾ ਇਹ ਇੱਕ ਵੱਖਰਾ ਵਿਸ਼ਾ ਹੈ ਵੀ ਉਸ ਨੂੰ ਲੰਬੇ ਸਮੇਂ ਤੱਕ। ਉਸ ਸਮੇਂ ਜੋ ਦਰਬਾਰ ਸਾਹਿਬ ਫੌਜ, ਮੇਰਾ ਆਖਰੀ ਸਵਾਲ ਆ ਵੀ ਤੁਸੀਂ ਮੌਕਾ ਦੇਖਿਆ, ਕੀ ਹਾਲਾਤ ਬਣੇ, ਸੰਗਤ ਨਾਲ ਕੀ ਵਾਪਰਿਆ, ਕਿਸ ਕਿਸਮ ਦੀ ਸਖਤਾਈ ਸੀ, ਖਬਰਾਂ ਕਿਵੇਂ ਨਹੀਂ ਬਾਹਰ ਜਾਣ ਦਿੱਤੀਆਂ ਗਈਆਂ, ਇਹ ਸਾਰੇ ਮਾਹੌਲ ਬਾਰੇ? ਦੇਖੋ, ਖਬਰਾਂ ਤਾਂ ਜਾਣ ਦਾ ਮੋਟੀ ਗੱਲ ਹੈ ਵੀ ਇਹ ਸਾਡੇ 1 ਤਰੀਕ ਤੋਂ ਇਹਨਾਂ ਨੇ ਸਾਡਾ ਬੰਦ ਕਰਤਾ ਸੀ ਸਾਰਾ ਕੁਝ, ਜਿਹਦੇ ਵਿੱਚ ਸਾਡਾ ਦਫ਼ਤਰ ਵੀ, ਅਸੀਂ ਵੀ ਬੰਦ ਹੋ ਗਏ, ਸਾਡੇ ਟੈਲੀਫੋਨ ਕੱਟਤੇ ਸੀ, ਲੈਂਡਲਾਈਨ ਕੱਟੀ ਗਈ ਸੀ ਸਾਰੀ, ਤੇ ਅਸੀਂ ਬਿਲਕੁਲ ਹੱਥਲ ਸੀ ਸਾਰੇ, ਕੁਝ ਨਹੀਂ ਸੀ ਕਰ ਸਕਦੇ ਅਸੀਂ। 1 ਤਰੀਕ ਨੂੰ ਹੋ ਗਿਆ ਜਿੱਦਣ CRP ਨੇ ਓਪਨ ਫਾਇਰਿੰਗ ਕੀਤੀ, 10 ਘੰਟੇ ਫਾਇਰਿੰਗ ਸ਼ੁਰੂ ਰਹੀ ਸੀ CRP ਦੀ। ਤੇ ਉਦੋਂ ਪਿੱਛੋਂ ਫਿਰ ਜਿਸ ਤਰੀਕੇ ਨਾਲ ਇਹਨਾਂ ਨੇ ਲੋਕਾਂ ਤੇ ਹਮਲਾ ਕੀਤਾ, ਸ਼ਾਇਦ ਕੋਈ ਦੁਸ਼ਮਣਾਂ ਤੇ ਵੀ ਨਹੀਂ ਹਮਲਾ ਕਰਦਾ ਹੁੰਦਾ ਜਿਸ ਤਰੀਕੇ ਨਾਲ ਇਹਨਾਂ ਨੇ ਜ਼ਹਿਰ ਭਰੀ ਸੀ ਫੌਜੀਆਂ ਦੇ ਵਿੱਚ ਵੀ ਆਏ ਤੁਹਾਨੂੰ ਇਹੋ ਜਿਹੀ ਤੋੜ ਰਹੇ ਆ ਦੇਸ਼ ਨੂੰ, ਫਲਾਨਾ ਧਮਕਾ। ਤੇ ਇਸ ਕਰਕੇ ਉਹਨਾਂ ਨੇ ਧੁੱਪੇ ਬੈਠੇ ਹੋਏ ਬੰਦਿਆਂ ਨੂੰ ਸ਼ਰੇਆਮ ਪਿੱਛੇ ਬਾਹਾਂ ਬੰਨ ਕੇ ਵੀ ਲੋਕਾਂ ਨੂੰ ਮਾਰਿਆ ਤੇ ਕਈ ਗਰੁੱਪਾਂ 'ਚ ਮਾਰਿਆ ਸਾਰਾ, ਗ੍ਰਨੇਡ ਤਾਹਾਂ ਤੋਂ ਸਿੱਟ ਕੇ ਮਾਰਿਆ ਸਾਰੇ, ਬਹੁਤ ਭੈੜੇ ਤਰੀਕੇ ਨਾਲ ਆਮ ਲੋਕਾਂ ਨੂੰ ਮਾਰਿਆ। ਜਿਵੇਂ ਹੁਣ ਅਸੀਂ ਕਹਿ ਸਕਦੇ ਹਾਂ ਵੀ ਇੱਕ ਜਥਾ ਗਿਆ ਵਾ ਸੀ, ਨਛੱਤਰ ਸਿੰਘ ਭਲਵਾਨ ਸੀ ਇੱਧਰਲੇ ਭਲਵਾਨ ਪਿੰਡ ਤੋਂ ਸੰਗਰੂਰ ਦੇ ਵਿੱਚ, ਉਹ 500 ਦਾ ਜਥਾ ਲੈ ਕੇ ਗਿਆ ਵਾ ਸੀ, ਉਹਦੀ ਮਾਂ ਵੀ ਸੀ ਉਹਦੇ ਨਾਲ ਜਥੇ 'ਚ ਤੇ ਹੋਰ ਬੀਬੀਆਂ ਵੀ ਸੀ ਸਾਰੀਆਂ, ਉਹ ਸਾਰੀਆਂ ਗੁਰੂ ਰਾਮਦਾਸ ਸਰਾਂ ਸੀ, ਉਹਨਾਂ ਨੂੰ ਤਾਹਾਂ ਤੋਂ ਬੰਬ ਸਿੱਟ ਕੇ ਉਹਨਾਂ 'ਚੋਂ ਕਿੰਨੇ ਹੀ ਮਾਰੇ, ਉਹ ਮਾਂ ਵੀ ਮਾਰੀ ਗਈ, ਉਹਦੀ ਆਪ ਵੀ ਉਹ ਮਾਰਿਆ ਗਿਆ। ਵੀ ਤਬਾਹੀ ਤਾਂ ਜਿਹੜੀ ਵੇਖੋ। ਫਿਰ ਸਭ ਤੋਂ ਵੱਡੀ ਗੱਲ ਇਹ, ਰੈੱਡ ਕਰਾਸ ਨਹੀਂ ਇੱਥੇ ਆਉਣ ਦਿੱਤੀ ਇਹਨਾਂ ਨੇ। ਵੀ ਕਿਤੇ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਉੱਤੇ ਕੋਵੀਨੈਂਟ ਬਣੇ ਹੋਏ ਆ ਸਾਰਾ, ਵੀ ਤੁਸੀਂ ਰੈੱਡ ਕਰਾਸ ਹਰ ਥਾਂ ਜਾਂਦੀ ਹੈ। ਸੈਕੰਡ ਵਰਲਡ ਵਾਰ 'ਚ, ਫਸਟ ਵਰਲਡ ਵਾਰ 'ਚ ਸਾਰੇ ਥਾਵਾਂ ਤੇ ਰੈੱਡ ਕਰਾਸ ਨੇ ਜ਼ਖਮੀਆਂ ਨੂੰ ਚੱਕਿਆ। ਇੱਥੇ ਜ਼ਖਮੀ ਤਾਂ ਬਹੁਤੇ ਪਿਆਸ ਤੋਂ ਬਗੈਰ ਹੀ ਮਰੇ ਆ ਸਾਰੇ, ਬਲੱਡ ਨਿਕਲ ਕੇ ਮਰੇ ਆ ਸਾਰੇ ਬੰਦੇ। ਤੇ ਇਸ ਕਰਕੇ ਇਹ ਤਬਾਹੀ ਵਾਲੀ ਤੇ ਕਰੂਅਲਟੀ ਵਾਲੀ ਤਾਂ ਬਹੁਤ ਜ਼ਿਆਦਾ ਇੰਤਹਾ ਸੀ ਸਾਰੀ। ਇਸ ਗੱਲ ਦੇ ਵਿਦੇਸ਼ੀ ਵੀ ਕਿਸੇ ਨਾਲ ਨਹੀਂ ਤੁਸੀਂ ਐਂ ਕਰ ਸਕਦੇ ਜਿਵੇਂ ਆਪਣੇ ਲੋਕਾਂ ਨਾਲ ਕੀਤਾ ਇਹਨਾਂ ਨੇ। ਤੇ ਉਹਦੇ ਫੌਜੀ ਜਰਨੈਲ ਵੀ ਸਿੱਖ ਹੋਣ ਵਿੱਚੋਂ, ਜਿਵੇਂ ਕੁਲਦੀਪ ਸਿੰਘ ਬਰਾੜ ਜਿਹੜਾ ਸੀਗਾ, ਭਾਵੇਂ ਕਲੀਨ ਸ਼ੇਵਨ, ਤੇ ਫਿਰ ਦਿਆਲ ਤੱਕ ਪਗੜੀ ਧਾਰੀ ਸੀ, ਉਹਦੇ ਤੋਂ ਪਗੜੀ ਸਾਰਾ ਦਾ। ਤੇ ਇਸ ਕਰਕੇ ਸਾਡੇ ਹੀ ਬੰਦੇ ਹੋਣ ਇਸ ਕਿਸਮ ਦਾ। ਤੇ ਫਿਰ ਜਦੋਂ ਇੱਥੋਂ ਵੀ ਸਬੂਤ ਹੈ ਇਹਨਾਂ ਦਾ ਵੀ ਜਦੋਂ ਜਿਹੜੇ ਫੜ ਕੇ ਦਰਬਾਰ ਸਾਹਿਬ ਦੇ ਅੰਦਰੋਂ 5 ਤਰੀਕ ਨੂੰ ਲੈ ਕੇ ਗਏ ਆ ਇਹ ਸ਼ਿਵ, ਜਿੱਥੇ ਸੰਤ ਲੌਂਗੋਵਾਲ ਦੇ ਨਾਲ ਸਾਰਿਆਂ ਨੂੰ ਲੈ ਕੇ ਗਏ ਆ ਟੌੜਾ ਸਾਹਿਬ, ਤੇ ਉਹ ਸਾਰਿਆਂ ਨੂੰ ਜਿੱਥੇ ਰੱਖਿਆ ਗਿਆ ਉੱਥੇ ਪ੍ਰਿਜ਼ਨਰ ਆਫ ਵਾਰ ਲਿਖਿਆ ਵਾ ਸੀ। ਉਹ ਸਾਰੇ ਸਕੂਲ ਦਾ ਨਾਂ ਛਾਉਣੀ 'ਚ ਕੀਤਾ ਵਾ ਸੀ ਇਹਨਾਂ ਨੇ, ਪ੍ਰਿਜ਼ਨਰ ਆਫ ਵਾਰ। ਜਿਵੇਂ ਪ੍ਰਿਜ਼ਨਰ ਆਫ ਵਾਰ ਤੁਸੀਂ ਸਿੱਖਾਂ ਦੇ ਵਾਰ ਵਿੱਢਿਆ ਸੀ ਇਹ ਇਹਨਾਂ ਨੇ। ਇਸ ਕਰਕੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਇਹਨਾਂ ਨੇ ਬਹੁਤ ਜ਼ਿਆਦਾ ਮਾੜਾ ਕੀਤਾ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰ, ਸਿੱਖਾਂ ਦੇ ਖੂਨ ਡੋਲਣ ਦਾ ਮਤਲਬ ਇਹ ਹੋਇਆ ਵੀ ਇੰਡੀਆ ਦੀ ਡੈਮੋਕ੍ਰੇਸੀ ਨਹੀਂ ਰਹੀ ਤੇ ਮੈਜੋਰੀਟੇਰੀਅਨ ਰੂਲ ਅੱਜ ਤੋਂ ਤਕਰੀਬਨ 10-15 ਸਾਲ ਪਹਿਲਾਂ ਬਣ ਗਿਆ, 14 ਤੋਂ ਤਾਂ ਪੱਕੇ ਤਰੀਕੇ ਨਾਲ ਬਣ ਗਿਆ। ਹੁਣ ਡੈਮੋਕ੍ਰੇਸੀ ਨੇ ਇੱਥੇ ਮੈਜੋਰੀਟੇਰੀਅਨ ਰੂਲ ਹੈ। ਇਹਦਾ ਮਤਲਬ ਇਹ ਹੈ ਵੀ 15-20% ਜਿਹੜੀ ਮੁਸਲਮਾਨ, ਹੋਰ ਮਿਨੋਰਿਟੀਆਂ, ਸਿੱਖ ਵੀ ਉਹਦੇ ਸ਼ਾਮਲ ਹੈ। ਇਹਨਾਂ ਦੀ ਵੋਟ ਪਵੇ ਨਾ ਪਵੇ, ਇਹਨਾਂ ਦੀ ਪਵਾਓ ਨਾ ਪਵਾਓ, ਲੋੜ ਹੀ ਨਹੀਂ ਤੁਹਾਨੂੰ ਇਹਨਾਂ ਦੀ। ਮੈਜੋਰੀਟੇਰੀਅਨ ਰੂਲ ਹੈ, ਕੱਲੀ ਇੱਕ ਕਲਾਸ ਦਾ ਰੂਲ ਹੈ। ਇਸ ਕਰਕੇ ਡੈਮੋਕ੍ਰੇਸੀ ਹੈ ਨਹੀਂ। ਇਹਨਾਂ ਨੂੰ
ਆਉਂਦੇ ਸਾਲਾਂ ਦੇ ਵਿੱਚ ਲਾਸਟ 'ਚ ਮੈਂ ਇਹੀ ਗੱਲ ਕਹਿਣਾ, ਜਿਵੇਂ ਸਿਨਹਾਲਾ ਨੇ ਸ਼੍ਰੀਲੰਕਾ 'ਚ ਕੀਮਤ ਉਤਾਰ ਰਹੇ ਆ ਸਾਰੀ ਗੱਲ ਦੀ, ਇਹਨਾਂ ਨੂੰ ਉਤਾਰਨੀ ਪਊਗੀ। ਇਸ ਜੇ ਉੱਥੇ ਵੀ ਮੈਜੋਰੀਟੇਰੀਅਨ ਰੂਲ ਸੀ, ਤੈਮਲਾਂ ਨੂੰ ਕੁੱਟ ਕੇ ਉਹਨਾਂ ਨੇ ਮਾਰ ਕੇ, ਉੱਥੇ ਵੀ ਉਹਨਾਂ ਨੇ ਸ਼ਰੇਆਮ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਇਸ ਉੱਤੇ ਵੀ, ਜਿਵੇਂ ਹੁਣ ਸਾਰਾ ਪਰਿਵਾਰ ਹੀ ਮਾਰਤਾ ਉਹਦਾ ਪ੍ਰਭਾਕਰਨ ਦਾ, ਤੇ ਸਾਰੀ ਦੁਨੀਆ ਕਰਲਾਉਂਦੀ ਰਹੀ, ਤੇ 2-3 ਲੱਖ ਬੰਦਾ ਸ਼ਰੇਆਮ ਮਾਰਿਆ ਉਹਨਾਂ ਨੇ ਫੜ ਕੇ ਸਾਰਾ ਤੈਮਲ। ਤੇ ਇਹ ਸਾਰਾ ਕੁਝ ਜਿਹੜਾ ਸਿਨਹਾਲੀ 'ਚ ਦੇਖੋ, ਉੱਥੇ ਕੋਈ ਹੁਣ ਇੱਥੇ ਹੁਣ ਕਿਵੇਂ ਬਚੂ ਇਹ ਸਾਡੀ ਸਰਕਾਰ ਵੀ ਇਹ ਸਾਰਾ ਦੇਖਣਗੇ। ਇੱਥੇ ਹਿੰਦੂ ਰਾਸ਼ਟਰ ਦਾ ਮਤਲਬ ਇਹ ਨਹੀਂ ਹੈ ਵੀ ਇੱਥੇ ਆ ਕੇ ਫਿਰ ਮੁੜ ਕੇ ਕਿਤੇ ਮਹਿੰਗਾਈ ਵਧੀ ਹੈ ਤੇ ਬੇਰੁਜ਼ਗਾਰੀ ਹੋਈ ਹੈ ਤੇ ਉਹ ਸਾਰਾ ਕੁਝ ਆਪਣੇ ਆਪ ਹੱਲ ਹੋ ਜੂ। ਰਾਸ਼ਟਰ ਤੇ ਇਸ ਕਿਸਮ ਦੀ ਮੈਜੋਰੀਟੇਰੀਅਨ ਹੱਲ ਨਹੀਂ ਕਰਦਾ। ਇਸ ਕਰਕੇ ਸਿੱਖਾਂ ਨੇ ਮੁੱਲ ਦਿੱਤਾ ਅੱਜ ਤੋਂ 84 ਚ ਪਹਿਲਾਂ 16 ਸਾਲ ਤੇ ਸਮਝੋ 35-36 ਸਾਲ ਹੋ ਗਿਆ, ਤੇ ਉਹਦਾ ਮੁੱਲ ਸਾਰਾ ਦੇਸ਼ ਤਾਰ ਰਿਹਾ। ਤੁਹਾਡੀ ਉਸ ਸਮੇਂ ਦੇ ਅਕਾਲੀ ਲੀਡਰਾਂ ਨਾਲ, ਸੰਤ ਲੌਂਗੋਵਾਲ ਨਾਲ, ਟੌੜੇ ਨਾਲ ਕਿਵੇਂ ਦੀ ਕੋਰਸਪੋਂਡੈਂਸ ਰਹੀ? ਉਹ ਕਿਸ ਹਾਲਾਤਾਂ 'ਚ ਸਨ, ਕਿਵੇਂ? ਨਹੀਂ, ਸੰਤ ਵੇਖੋ, ਇਹ ਪਾਵਰ ਪੋਲਿਟਿਕਸ 'ਚ ਗੱਲ ਹੈ, ਇਹਨਾਂ ਦੇ ਹੱਥੋਂ ਨਿਕਲ ਗਿਆ ਸੀ ਸਾਰਾ ਕੁਝ, ਇਹਨਾਂ ਦੇ ਹੱਥ ਤਾਂ ਰਿਹਾ ਹੀ ਨਹੀਂ ਸੀ ਕੁਛ। ਇਹ ਸੰਤ ਵੇਖੋ, ਸੰਤ ਪਿੰਡਰਾਲਿਆਂ ਕੋਲੇ ਤਾਂ ਲੋਕ ਵਹੀਰਾਂ ਘੱਤ ਕੇ ਆ ਰਹੇ ਸੀ, ਤੇ ਉਹ ਮਿਲਦਾ ਨਹੀਂ ਸੀ, ਥਾਂ ਨਹੀਂ ਮਿਲਦਾ ਬੈਠਣ ਨੂੰ ਸੀ, ਮਤਲਬ ਇਹਨਾਂ ਕੋਲ ਕੋਈ ਜਾਂਦਾ ਹੀ ਨਹੀਂ ਸੀ ਲੋਕ, ਇਹਨਾਂ ਕੋਲ ਲੀਡਰ ਜਾਂਦੇ ਸੀ ਸਾਰੇ। ਇਹ ਪਾਵਰ ਪੋਲਿਟਿਕਸ ਹੁੰਦੇ ਆ ਵੀ। ਉਦੋਂ ਪਿੱਛੋਂ ਬਾਦਲ ਵੀ ਜਿਵੇਂ ਸੂਬੇਦਾਰੀ ਲਈ ਹੈ ਦਿੱਲੀ ਤੋਂ, ਇਹ ਪਾਵਰ ਪੋਲਿਟਿਕਸ ਹੈ, ਇਹਦੇ ਵਿੱਚ ਸਾਰਾ ਕੁਝ ਉਹਨਾਂ ਦੇ ਏਜੰਡੇ ਤੇ ਕਰਨਾ ਹੁੰਦਾ। ਉਹ ਵੀ ਫਿਰ ਮਤਲਬ ਕਿ ਬੇਸ਼ੱਕ ਉਹਨਾਂ ਕੋਲ ਦੇ ਪੱਲੇ ਹੱਥ ਪੱਲੇ ਰਹੇ ਨਹੀਂ ਸੀ ਸਿੱਖ, ਜਿਵੇਂ ਹੁਣ ਅਕਾਲੀ ਦਲ ਦਾ ਹਾਲ ਹੈ, ਇਹੋ ਜਿਹਾ ਹਾਲ ਉਹਨਾਂ ਉਦੋਂ ਵੀ ਅਕਾਲੀ ਦਲ ਦਾ ਸੀ। ਮੇਰਾ ਆਖਰੀ ਸਵਾਲ, ਤੀਜੇ ਘੱਲੂਘਾਰੇ ਤੋਂ ਬਾਅਦ ਤੁਸੀਂ ਪ੍ਰੈਸ ਦੇ ਨਾਲ ਜਾਂ ਪ੍ਰੈਸ ਨੂੰ ਕਦੋਂ ਦਰਬਾਰ ਸਾਹਿਬ ਭੇਜਿਆ ਗਿਆ ਪਹਿਲੀ ਵਾਰ ਅੰਦਰ, ਤੇ ਕੀ ਹਾਲਾਤ ਸਨ, ਤੁਸੀਂ ਕੀ ਦੇਖਿਆ? ਸਾਨੂੰ ਉੱਥੇ ਲੋਕਲ ਪ੍ਰੈਸ ਨੂੰ ਜਾਣ ਨਹੀਂ ਦਿੱਤਾ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪਤਾ ਸੀ ਸਾਰੀ ਗੱਲ ਦਾ। ਸਾਨੂੰ ਪ੍ਰੈਸ ਨੂੰ ਕਵਰ ਨਹੀਂ ਕੀਤਾ, ਬਾਹਰੋਂ ਲਿਜਾ ਕੇ ਝੂਠ ਲਿਖਾਇਆ ਪ੍ਰੈਸ ਤੋਂ, ਜਾਂ ਦਿੱਲੀ ਤੋਂ ਲਗਾਏ ਜਾਂ ਚੰਡੀਗੜ੍ਹ ਤੋਂ ਲਗਾਏ, ਬਾਈ ਏਅਰ ਲਗਾਏ ਪ੍ਰੈਸ ਉੱਥੇ। ਤੇ ਅਸੀਂ 25 ਤਰੀਕ ਤੋਂ ਬਾਅਦ ਜਾਣ ਲੱਗੇ, ਜਦੋਂ ਓਪਨ ਕਰ ਲਿਆ ਸੀ। ਉਹ ਵੀ ਅਸੀਂ ਜਦੋਂ ਵਕਫਾ ਹੁੰਦਾ ਸੀ ਉਦੋਂ ਜਾਣ ਲੱਗੇ ਹੌਲੀ ਹੌਲੀ, ਤੇ ਸਾਨੂੰ ਤਾਂ ਕਿੱਥੇ ਸਾਨੂੰ ਅਲਾਓ ਹੀ ਨਹੀਂ ਕੀਤਾ ਸੀ। ਕਹਿੰਦੇ ਵੀ ਰਹੇ ਸਾਨੂੰ ਲਾਓ, ਲੋਕਲ ਬੰਦਿਆਂ ਨੂੰ ਅਲਾਓ ਕੀਤਾ। ਪਹਿਲੀ ਵਾਰੀ ਜਦੋਂ ਖੋਲ੍ਹਿਆ ਦਰਬਾਰ ਸਾਹਿਬ ਆਮ ਲੋਕਾਂ ਲਈ, ਉਸ ਜਥੇ 'ਚ ਗਏ ਅਸੀਂ 22 ਤਰੀਕ ਨੂੰ, ਇੰਦਰਾ ਗਾਂਧੀ ਦੇ ਆਉਣ ਤੋਂ ਬਾਅਦ, ਜੂਨ ਦੇ ਬਾਅਦ। ਤੇ ਬਾਕੀ ਫਿਰ ਇਹਨਾਂ ਨੇ ਪ੍ਰੈਸ ਵਿੱਚ ਨੈਰੇਟਿਵ ਬੰਨਣ ਲਈ 10 ਜੁਲਾਈ ਨੂੰ ਹੀ ਜਿਹੜਾ ਵਾਈਟ ਪੇਪਰ ਕੱਢਤਾ। ਵਾਈਟ ਪੇਪਰ ਸਾਰਾ ਝੂਠ ਸੀ, ਸਾਰੇ ਦਾ ਸਾਰਾ ਝੂਠ ਸੀਗਾ। ਉਹ ਵੀ ਪ੍ਰੈਸ ਨੇ ਉਸੇ ਤਰੀਕੇ ਨਾਲ ਕਵਰ ਕੀਤਾ ਸਾਰਾ, ਤੇ ਜਿਹਦੇ 'ਚ ਹੁਣ ਪਤਾ ਲੱਗਦਾ ਵੀ ਹਥਿਆਰ ਕੋਈ ਬਾਹਰੋਂ ਨਹੀਂ ਸੀ ਆਇਆ। ਪਾਂਡੇ ਵਰਗੇ ਕਹਿ ਰਹੇ ਆ, ਸਾਰੇ ਗਵਰਨਰ ਸੀ ਉਸ ਵੇਲੇ ਦਾ, ਲਿਖ ਰਿਹਾ ਭਾਵੇਂ ਆਪਦੀ ਮਰਨ ਤੋਂ ਬਾਅਦ। ਉਹਨੇ ਕਿਹਾ ਸੀ ਮੇਰੀ ਕਿਤਾਬ ਛਾਪੋ, ਉਹਦੇ ਮਰਨ ਤੋਂ ਬਾਅਦ ਛਾਪੀ ਗਈ ਆ। ਇਹ ਨੇ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਉਹ ਸਾਰਾ ਦੌਰ ਆਪਣੇ ਅੱਖੀਂ ਦੇਖਿਆ ਆ, ਉੱਥੇ ਪੱਤਰਕਾਰੀ ਕੀਤੀ ਆ। ਚੈਨਲ ਤੇ ਆ ਗਏ ਦਰਸ਼ਕਾਂ ਨਾਲ ਇੰਨੀ ਬੇਸ਼ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।